परमेश्वर का वचन देखांगे और आप देखांगे नवे नियम दे विच कुलसिया। माता तुसीं बोलना नहीं है। कुलसिया ओहदा 1 अध्याय और आप पढ़ांगे ओहदे 9 तो लैके ओहदे 23 तक। कुलसिया नवे नियम दे विच 1 अध्याय ओहदे 9 तो लैके ओहदे 23 तक, पेज नंबर है 263। इस करके असीं भी जिस दिन तो ये सुनिया तुहाडे लई ये प्रार्थना अते अरदास करन तो नहीं हटदे भई तुसीं हर प्रकार दे आत्मिक ज्ञान अते समझ नाल ओ दीक्षा की पहचान तो भरपूर हो जाओ, ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਵਰ ਦੀ ਪਛਾਣ ਵਿੱਚ ਵਧਦੇ ਰਹੋ ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਓ ਤਾਂ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਹਨੇ ਸਾਨੂੰ ਇਸ ਯੋਗ ਬਣਾਇਆ ਭਾਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ। ਉਹ ਲੱਖ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟ ਵਿੱਚੋਂ ਜੇਠਾ ਹੈ। ਕਿਉਂ ਜੋ ਆਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਾਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ, ਕੀ ਸਿੰਘਾਸਨ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸਭ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ ਅਤੇ ਉਹ ਸਭ ਤੋਂ ਪਹਿਲਾਂ ਹੈ ਔਰ ਸਭ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ। ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਉਹ ਆਦ ਹੈ ਤੇ ਮੁਰਦਿਆਂ ਵਿੱਚੋਂ ਜੇਠਾ ਹੈ ਭਈ ਉਹ ਸਭਨਾ ਗੱਲਾਂ ਵਿੱਚ ਪ੍ਰਧਾਨ ਹੋਵੇ। ਕਿਉਂ ਜੋ ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾ ਹੀ ਉਸੇ ਵਿੱਚ ਵਸੇ ਅਤੇ ਉਸ ਦੀ ਸਲੀਬ ਦੇ ਲਹੂ ਦੇ ਵਸੀਲੇ ਮੇਲ ਕਰਾ ਕੇ ਧਰਤੀ ਉਤਲੀਆਂ ਅਤੇ ਆਕਾਸ਼ ਉਤਲੀਆਂ ਸਾਰੀਆਂ ਵਸਤੂਆਂ ਨੂੰ ਉਹਦੇ ਰਾਹੀਂ ਉਸੇ ਦੇ ਰਾਹੀਂ ਆਪਣੇ ਨਾਲ ਮਿਲਾਵੇ। ਅਤੇ ਤੁਹਾਨੂੰ ਜਿਹੜੇ ਅੱਗੇ ਅੱਡ ਹੋਏ ਅਤੇ ਆਪਣੇ ਕੁਕਰਮਾਂ ਦੇ ਕਾਰਨ ਮਨੋਵੈਰੀ ਸਾਓ, ਉਸ ਨੇ ਹੁਣ ਉਹਦੀ ਮਾਂ ਦੀ ਕਾਇਆ ਨਾਲ ਮੌਤ ਦੇ ਵਸੀਲੇ ਮਿਲਾ ਲਿਆ ਤਾਂ ਜੋ ਉਹ ਤੁਹਾਨੂੰ ਪਵਿੱਤਰ, ਨਿਰਦੋਸ਼ ਅਤੇ ਬੇਇਲਜ਼ਾਮ ਆਪਣੇ ਸਾਹਮਣੇ ਖੜਾ ਕਰੇ। ਪਰ ਤਦ ਜੇ ਤੁਸੀਂ ਨਿਹਚਾ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਨਾ ਹਟਾਏ ਜਾਓ ਜਿਹੜੀ ਤੁਸੀਂ ਸੁਣੀ ਸੀ, ਜਿਹਦਾ ਪ੍ਰਚਾਰ ਆਕਾਸ਼ ਹੇਠਲੀ ਸਾਰੀ ਸ੍ਰਿਸ਼ਟ ਵਿੱਚ ਕੀਤਾ ਗਿਆ ਅਤੇ ਜਿਹਦਾ ਸੇਵਕ ਮੈਂ ਪੌਲਸ ਹਾਂ। सारे बोलो हालेलुया, हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया है। और प्रभु यीशु मसीह ने कहा आकाश धरती टल जाएगा, मेरा वचन कदे नहीं टलेगा। सो सारे इस परमेश्वर के वचन की ओर ध्यान बना के रखियो और कोई भी हुण गलबात ना करे, कोई इशारा ना करे और कोई भी इधर उधर ना देखे, क्योंकि आप जो अज सीखण के लिए जा रहे हैं सचमुच अज साडे परमेश्वर सानू कुछ सिखाने के लिए जा रहे हैं। क्योंकि आप गल करिए इस संसार के विच बहुत सारिया धार्मिक पुस्तकां ने, बहुत सारिया ऐसिया किताबां ने कि जिहदे विच इंसान नूं ज्ञान मिलदा गा। बहुत सारिया ऐसिया मतलब धार्मिक पुस्तकां ने कि जिन्हां नूं इंसान पढ़दा गा और पढ़ के वो ज्ञान नूं इकट्ठा करदा गा। लेकिन पवित्र बाइबल है जो ये किसी इंसान के ज्ञान के लिए नहीं है। अगर आप पवित्र बाइबल के बारे देखते हैं तो धरती किवें बनी, आकाश किवें बनया, धरती विच की है, धरती के उपर की है, आकाश के विच की है, आकाश के उपर की है, ये सारा कुछ पवित्र बाइबल के लिखा होया गा। होर बहुत सारे धार्मिक किताबां ने, होर बहुत सारे पुस्तकां ने कि इंसान पढ़दा गा, लेकिन धरती किवें बन गई, आकाश किवें बन गया, इसनूं कोई डिक्लेयर नहीं कर सकता। लेकिन पवित्र बाइबल ऐसी है कि जिहदे विच सब कुछ लिखा होया गा। देखो पवित्र बाइबल विच लिखा गा कि धरती की शुरुआत किवें होई। तुसीं सारे लोग जानते हो, बाइबल पढ़िया होया गा, तुहाडा बाइबल नूं सिखदे भी आ रहे हो, तुसीं काफ़ी कुछ जानते हो। फिर धरती उपर की हो रहा गा और होना की है, ये भी दो गल्लां बाइबल विच लिखियां होईयां ने। अज आपां गल करिए पूरे संसार की, तो जो पूरे संसार है ये हालात बिगड़ रहे हैं। पहला तो चलो असी सुनते सीगे कि किते किते
ਮਸੀਹ ਨੂੰ ਮੰਨਣ ਵਾਲੇ ਲੋਕਾਂ ਦੀ ਸਤਾਵਟ ਹੋ ਰਹੀ ਹੈ। ਮਸੀਹ ਨੂੰ ਮੰਨਣ ਵਾਲੇ ਲੋਕਾਂ ਨੂੰ ਕਿਤੇ ਕਿਤੇ ਸਤਾਇਆ ਜਾ ਰਿਹਾਗਾ। ਇਹ ਤਾਂ ਆਪਾਂ ਸੁਣਦੇ ਸੀਗੇ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ। ਔਰ ਪੰਜਾਬ ਤੋਂ ਬਾਹਰ ਜਿੰਨਾ ਕੁਝ ਹੋ ਰਿਹਾ ਸੀਗਾ ਉਹ ਜ਼ਿਆਦਾਤਰ ਅਸੀਂ ਨਹੀਂ ਜਾਣਦੇ। ਉਹਦਾ ਕਾਰਨ ਕੀ ਹੈ? ਨਾ ਤਾਂ ਆਪਾਂ ਲੋਕ ਅਖਬਾਰ ਪੜ੍ਹਦੇ ਹਾਂ ਤੇ ਨਾ ਹੀ ਆਪਾਂ ਨੂੰ ਇੰਨਾ ਗਿਆਨ ਹੈ, ਲੇਕਿਨ ਸੁਣਦੇ ਜ਼ਰੂਰ ਸੀਗੇ ਕਿ ਇਹ ਗੱਲਾਂ ਹੁੰਦੀਆਂ ਨੇ ਬਾਹਰ। ਲੇਕਿਨ ਹੁਣ ਪਿਛਲੇ ਸਮਾਂ ਦੇ ਵਿੱਚ ਦੇਖੋ, ਕੁਝ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨਿਆਂ ਦੇ ਵਿੱਚ ਹੁਣ ਜੋ ਪੰਜਾਬ ਦੇ ਹਾਲਾਤ ਨੇ ਉਹ ਹਾਲਾਤ ਜ਼ਿਆਦਾ ਖਰਾਬ ਹੋ ਚੁੱਕੇ ਨੇ। ਤੁਸੀਂ ਸਾਰੇ ਜਾਣਦੇ ਹੋ ਹਾਲਾਤ ਖਰਾਬ ਹੋਣ ਦਾ ਕਾਰਨ ਮਤਲਬ ਕਿ ਜੋ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ ਉਹਨਾਂ ਦੇ ਉੱਪਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ। ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਕੋਈ ਅਨੋਖੀ ਗੱਲ ਨਹੀਂ ਹੈ, ਕਿਉਂਕਿ ਇਹ ਗੱਲਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਕਹਿ ਦਿੱਤੀਆਂ ਸੀਗੀਆਂ, ਜਦ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਸੀਗੇ। ਮਤਲਬ ਇਹ ਜੋ ਕੁਝ ਹੋ ਰਿਹਾ ਹੈਗਾ ਇਹ ਕੋਈ ਨਵਾਂ ਨਹੀਂ ਹੈ। ਇਹ ਗੱਲਾਂ ਨੂੰ ਸੁਣ ਕੇ ਹੈਰਾਨ ਨਾ ਹੋਇਓ, ਪਰ ਨਾ ਇਹ ਗੱਲਾਂ ਵਾਸਤੇ ਕੋਈ ਪ੍ਰਾਰਥਨਾ ਕਰਿਓ ਵੀ ਪਰਮੇਸ਼ਰ ਇਹ ਗੱਲਾਂ ਬੰਦ ਹੋ ਜਾਣ। ਇਹ ਗੱਲਾਂ ਨਹੀਂ ਬੰਦ ਹੋਣ ਵਾਲੀਆਂ, ਨਾ ਹੀ ਤੁਹਾਡੀ ਪ੍ਰਾਰਥਨਾ ਪਰਮੇਸ਼ਰ ਨੇ ਸੁਣਨੀ ਹੈ। ਹਾਂ, ਪ੍ਰਾਰਥਨਾ ਕਰਨੀ ਤਾਂ ਇਹ ਗੱਲ ਦੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਜਿਹੜੇ ਦਿਨ ਬੁਰੇ ਨੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਖੜੇ ਰਹੀਏ, ਉਹਨਾਂ ਦਿਨਾਂ ਦੇ ਵਿੱਚ ਅਸੀਂ ਬਣੇ ਰਹੀਏ, ਤੁਹਾਡਾ ਇਨਕਾਰ ਨਾ ਕਰੀਏ। ਹਾਂ ਪ੍ਰਭੂ, ਅਸੀਂ ਮੌਤ ਤੱਕ ਵਫਾਦਾਰ ਰਹੀਏ, ਇਹ ਪ੍ਰਾਰਥਨਾ ਕਰਨੀ ਹੈ। ਇੱਕ ਵਾਰ ਇੱਕ ਭਾਈ ਸੀਗਾ, ਮੇਰੇ ਹਿਸਾਬ ਨਾਲ ਜ਼ਿਆਦਾ ਤਾਂ 22-25 ਸਾਲ ਤੋਂ ਮਸੀਹ ਦੇ ਵਿੱਚ ਹੈ। ਜਦੋਂ ਪੰਜਾਬ ਦੇ ਹਾਲਾਤ ਕੁਝ ਠੀਕ ਸੀਗੇ ਤੇ ਬਾਹਰ ਕੁਝ ਲੋਕਾਂ ਦੇ ਹਾਲਾਤ ਖਰਾਬ ਸੀਗੇ ਮਸੀਹ ਨੂੰ ਮੰਨਣ ਵਾਲੇ ਲੋਕਾਂ ਦੇ, ਤਾਂ ਉਹ ਭਾਈ ਸਾਹਿਬ ਮੇਰੇ ਕੋਲ ਆਇਆ। ਮਤਲਬ ਮੈਂ ਕਿਤੇ ਜਾ ਰਿਹਾ ਸੀਗਾ, ਰਸਤੇ ਵਿੱਚ ਮੈਨੂੰ ਰੋਕ ਲਿਆ ਉਸਨੇ। ਮੈਨੂੰ ਕਹਿੰਦਾ ਜਿਹੜਾ ਇੱਦਾਂ ਹੋ ਰਿਹਾ ਬਾਹਰ। ਮੈਂ ਜੀ ਹੋ ਰਿਹਾ ਹੈਗਾ। ਕਹਿੰਦਾ ਤੁਸੀਂ ਤਾਂ ਪਾਸਟਰ ਹੋ, ਕਹਿੰਦਾ ਪ੍ਰਾਰਥਨਾ ਕਰੋ। ਮੈਂ ਕਾਹਦੇ ਲਈ? ਕਹਿੰਦਾ ਪ੍ਰਾਰਥਨਾ ਕਰੋ ਇਹ ਨਾ ਹੋਵੇ। ਮੈਂ ਜੀ ਮੈਂ ਇਹਦੇ ਲਈ ਪ੍ਰਾਰਥਨਾ ਨਹੀਂ ਕਰ ਸਕਦਾ। ਮੈਂ ਕਿਹਾ ਇਹ ਗੱਲਾਂ ਤਾਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਨੇ, ਇਹ ਗੱਲਾਂ ਤਾਂ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਲਿਖ ਕੇ ਦਿੱਤੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਹੋਣ ਵਾਲਾ ਹੈਗਾ। ਮਤਲਬ ਇਹ ਪ੍ਰਾਰਥਨਾ ਨਾ ਤਾਂ ਪਰਮੇਸ਼ਰ ਨੇ ਸੁਣਨੀ ਹੈ, ਨਾ ਹੀ ਆਪਾਂ ਨੂੰ ਪ੍ਰਾਰਥਨਾ ਕਰਨ ਦਾ ਕੋਈ ਫਾਇਦਾ ਹੈਗਾ। ਉਹ ਮੈਨੂੰ ਕਹਿੰਦਾ ਤੁਸੀਂ ਪੁੱਠੇ ਹੋ। ਚਲੋ ਉਸ ਤੋਂ ਬਾਅਦ ਉਸਨੇ ਕੋਈ ਗੱਲਬਾਤ ਨਹੀਂ ਕਰੀ। ਹੁਣ ਦੇਖਿਆ ਜਾਵੇ ਤਾਂ ਜਦ ਪ੍ਰਭੂ ਯਿਸੂ ਮਸੀਹ ਨੇ ਕਹਿ ਦਿੱਤਾ ਕਿ ਜੋ ਸੰਸਾਰ ਦਾ ਅੰਤ ਹੈ ਉਸ ਤੋਂ ਪਹਿਲਾਂ ਇਹ ਗੱਲਾਂ ਹੋਣ ਵਾਲੀਆਂ ਨੇ। ਔਰ ਬਾਈਬਲ ਵਿੱਚ ਲਿਖਿਆ ਹੈਗਾ ਵੀ ਸਭ ਕੁਝ ਟਲ ਜਾਏਗਾ, ਆਕਾਸ਼ ਚਲਾ ਜਾਏਗਾ, ਧਰਤੀ ਚਲੀ ਜਾਏਗੀ, ਲੇਕਿਨ ਜੋ ਪਰਮੇਸ਼ਰ ਦਾ ਵਚਨ ਹੈ ਉਹ ਟਲਣੇ ਵਾਲਾ ਨਹੀਂ ਹੈ। ਦੇਖੋ ਇਹ ਸਾਰੀਆਂ ਗੱਲਾਂ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਨੇ। ਅੱਜ ਲੋਕ ਦੇਖਦੇ ਨੇ, ਅੱਜ ਲੋਕ ਸੁਣਦੇ ਨੇ, ਗੱਲਾਂ ਕਰਦੇ ਨੇ ਜਾਂ ਮਸੀਹ ਲੋਕਾਂ ਦੇ ਉੱਪਰ ਸਤਾਅ ਹੋ ਰਿਹਾ ਹੈਗਾ, ਮਸੀਹ ਲੋਕਾਂ ਦੀ ਸਤਾਵਟ ਹੋ ਰਹੀ ਹੈ। ਜਦ ਕਿ ਸਹੀ ਦੇ ਵਿੱਚ ਖੁਸ਼ ਹੋਣ ਵਾਲੀ ਗੱਲ ਹੈ, ਆਨੰਦ ਕਰਨ ਵਾਲੀ ਗੱਲ ਹੈ ਕਿ ਉਹ ਸਮਾਂ ਨੇੜੇ ਆ ਰਿਹਾ ਹੈਗਾ ਜਿਹੜਾ ਪਰਮੇਸ਼ਵਰ ਨੇ ਕਿਹਾ ਸੀਗਾ, ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀਗਾ। ਸਤਾਵਟ ਹੋਵੇਗੀ, ਤੁਹਾਨੂੰ ਪਰੇਸ਼ਾਨ ਕੀਤਾ ਜਾਵੇਗਾ। ਇਹ ਸਾਰੀਆਂ ਗੱਲਾਂ ਬਾਈਬਲ ਵਿੱਚ ਲਿਖੀਆਂ ਨੇ। ਔਰ ਅਸੀਂ ਕਹਿ ਸਕਦੇ ਹਾਂ ਦੇਖੋ ਇਹ ਤੁਹਾਡੇ ਵਾਸਤੇ ਨਵੀਆਂ ਗੱਲਾਂ ਨੇ, ਤੁਹਾਡੇ ਵਾਸਤੇ ਇਹ ਅਨੋਖੀਆਂ ਗੱਲਾਂ ਨੇ, ਲੇਕਿਨ ਸਾਡੇ ਵਾਸਤੇ ਤਾਂ ਨਹੀਂ, ਕਿਉਂਕਿ ਬਾਈਬਲ ਵਿੱਚ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਗੱਲਾਂ ਬੋਲ ਕੇ ਦੱਸੀਆਂ ਹੋਈਆਂ ਨੇ। ਹਾਲੇਲੂਇਆ, ਹਾਲੇਲੂਇਆ। ਇਹਦੇ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ, ਕਿਉਂਕਿ ਕੋਈ ਵੀ ਧਾਰਮਿਕ ਕਿਤਾਬ ਹੈ ਜਾਂ ਕੋਈ ਵੀ ਨੌਲੇਜ ਵਾਸਤੇ ਕਿਤਾਬ ਹੈ ਉਹਦੇ ਵਿੱਚ ਐਸਾ ਕੁਝ ਨਹੀਂ ਲਿਖਿਆ ਹੋਇਆ। ਲੇਕਿਨ ਪਵਿੱਤਰ ਬਾਈਬਲ ਹੀ ਹੈ, ਇਹਦੇ ਵਿੱਚ ਲਿਖਿਆ ਗਾ ਕਿ ਧਰਤੀ ਕਿੱਥੋਂ ਬਣੀ, ਕਿਵੇਂ ਬਣੀ, ਔਰ ਧਰਤੀ ਉੱਪਰ ਕੀ ਸੀਗਾ, ਔਰ ਆਕਾਸ਼ ਕਿਵੇਂ ਬਣਿਆ, ਉਹ ਸਭ ਕੁਝ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈਗਾ। ਔਰ ਧਰਤੀ ਖਤਮ ਕਿਵੇਂ ਹੋਣ ਵਾਲੀ ਹੈ, ਇਹ ਸਾਰੀਆਂ ਗੱਲਾਂ ਬਾਈਬਲ ਵਿੱਚ ਲਿਖੀਆਂ ਹੋਈਆਂ ਨੇ। ਫਿਰ ਦੇਖੋ ਜੋ ਸਵਰਗ ਹੈ, ਜੋ ਨਰਕ ਹੈ, ਇਹਦੇ ਬਾਰੇ ਵੀ ਜ਼ਿਆਦਾਤਰ ਲੋਕ ਬੋਲਦੇ ਨੇ ਕਿ ਸਵਰਗ ਵੀ ਹੈ, ਨਰਕ ਵੀ ਹੈ। ਲੇਕਿਨ ਸਵਰਗ कैसा गा, नरक कैसा गा, इस दे बारे कोई नहीं दसदा, ना ही किते लिखिया होयागा। लेकिन इंसान पवित्र बाइबल पढ़े तो इंसान नूं क्लीयर होंदा गा कि स्वर्ग किहो जाएगा और नरक वो किहो जाएगा। हालेलुया, हालेलुया। देखो ਇਹਦਾ मतलब कि स्वर्ग बनाने वाले कौन ने? ਉਹਦਾ प्रभु यीशु मसीह। नरक नूं बनाने वाले कौन ने? वो भी प्रभु यीशु मसीह। स्वर्ग किहो जाएगा, नरक कैसा गा, ये सारी गल बाइबल ਵਿੱਚ लिखी हुई है। और एक वचन पढ़ो मेरे नाल तुसीं, मरकुस ਉਹਦਾ 9 ਅਧਿਆਇ
ਉਹਦਾ 48 ਵਚਨ ਪੜੋ। ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁਝਦੀ। ਦੇਖੋ ਇਹ ਨਰਕ ਦੀ ਗੱਲ ਹੈ ਕਿ ਉਹ ਨਰਕ ਕੀ ਹੈ, ਉਹ ਬੜਾ ਭਿਆਨਕ ਹੈ, ਉਹ ਅੱਗ ਹੈ। और आगे जो नरक है वो परमेश्वर ने इंसान के लिए नहीं बनाई, वो तो शैतान के लिए बनाई है। हुण देखो ਉਹਦੇ ਵਿੱਚ इंसान भी जा रहा है। अगर तुसीं पढ़ते हो बाइबल मत्ती 25 ਦਾ ਉਹਦਾ 41 वचन तो ਉੱਥੇ स्पष्ट लिखा गा कि जो नरक है वो शैतान ते ਉਹਦੇ दूतां ਲਈ बनाई है। ਇਹਦਾ मतलब अगर परमेश्वर ने इंसान के लिए बनाई ना नरक तो परमेश्वर के अंदर थोड़ी दया रहिंदी, परमेश्वर ने थोड़ा तरस रहिंदा और वो हो सकता है कुछ समा परमेश्वर निर्धारित कर देंगे। लेकिन परमेश्वर ने जो नरक बनाया गा वो सिर्फ और सिर्फ शैतान के लिए और वो दूतों के लिए है। लेकिन परमेश्वर की कहता गा कि उत्थे भी अग है जो वो कदे बुझने वाली नहीं है। और जो नरक है ना, जिहड़ा इंसान उत्थे चला गया, गल बहुत ध्यान नाल सुनियो, ਉਹਦੇ ਲਈ ਕੀ ਹੋਵੇਗਾ? ਉੱਥੇ ਇੱਕ ਕੀੜਾ ਹੋਵੇਗਾ। ਕੀੜਾ परेशान नहीं होने वाला उत्थे, ना कीड़ा उत्थे मरन वाला गा, ना इंसान मरन वाला। उत्थे जिहड़ा कीड़ा हैगा वो इंसान नूं परेशान करेगा। हुण एक तो इंसान अग विच तड़फ रहा गा, उपरों जाके कीड़ा ਉਹਦੇ दंदी ਵੱਢे ਜਾਂ ਉਹਦੇ ਕੰਨ ਵਿੱਚ चला जाए, दूजे पासे निकल जाए, मूँह में चला जाए, ना कहीं बाहर आ जाए, इस तरह परेशान करेगा वो। एक बार फिर पढ़े नूं, जिथे ਉਹਨਾਂ ਦਾ ਕੀੜਾ नहीं मरदा ਅਤੇ ਅੱਗ नहीं बुझदी। देखो वो नरक दे विच ना तो कीड़ा मरने वाला गा, ना ही वो अग बुझने वाली है। गल बहुत ध्यान नाल सुनियो कि परमेश्वर सानू की सिखाना चाहुंदे ने। फिर देखो अब्राहम के बारे आपां बाइबल विच पढ़दे हां, एक धनी सीगा, एक लाजर सीगा। लाजर भी मर गया, धनी भी मर गया। देखो मरण तो बाद जो लाजर सीगा वो तो अब्राहम की गोद में चला गया, तो जो धनी सीगा वो नरक विच की है, तड़फ रहा गा। और की मंगदा उत्थे, की मंगदा उत्थे? बोलो तो सही, की मंग रहा उत्थे? पानी मंग रहा गा। और पानी भी कितना मंग रहा गा? वो अपनी उंगल का पोटा पे के कर मेरी जीव नूं ठंडा कर दे। हुण मन के चलो इन्नी अग होवे, ਉਹਦੇ ਵਿੱਚ एक तुबका पानी का की मैंने रखदा गा। चलो कोई इंसान है गर्मी विचों बाहर गया होवे काम दे उपर, काम करके पूरी तरह थक्या होवे, पूरा प्यासा होवे। मैं तुहाडी गल करदा, किसी विच कोई भी इंसान है अगर बहुत ज़्यादा प्यासा होवे, घरे आ जाए, लाइट होवे या लाइट पक्खा चलदा होवे या कूलर चलदा होवे, परिवार के लोगों को कह लिया मैनूं पानी लिया के दो। अगर वो परिवार के लोग पानी लैके उन्होंने लिए और पानी पूरी तरह गर्म होवे, पानी पूरी तरह गर्म होवे, उन्होंने पीने लिए दिता जाए तो वो की करेगा? बोलो तो की करेगा? चलो वो छड्डो, तुसीं अपनी दसो, तुसीं की करदे हैं? मक्खन गिलास बाहर होगा क्यों? मैं तो गर्मी विचों बाहर आया गा, इन्नी गर्मी नाल मैं पसीनो पसीना होया पिया गा, ते पानी किहो जिहा मिलिया मैनूं? गर्मी, मतलब गर्म पानी मिलेगा। ਜਾਂ गिलास बाहर ਜਾਂ पानी ਉਹਦੇ ਉੱਪਰ। मतलब ਉੱਥੇ देखो नरक ਦੇ ਵਿੱਚ ਕੀ ਹੋਏਗਾ? जद कि ਇਹਦਾ नरक ਦੀ ਅੱਗ भी नहीं है, ਇੱਥੇ पक्खा ਚੱਲਦਾ ਗਾ, ਕੂਲਰ ਚੱਲਦਾ, आराम ਨਾਲ बैठे हो। लेकिन इंसान गर्मी ਨਾਲ ਭਿੱਜਿਆ ਪਿਆ ਗਾ, पूरी तरह गर्मी ਦੇ ਵਿੱਚ ਹੈ, एक गर्म पानी तक नहीं पी सकता ਉਹ। ਹੁਣ ਸੋਚੋ ਜਿਹੜਾ ਧਨੀ ਸੀਗਾ ਉੱਥੇ, ਜਿਹੜਾ ਤੜਫ ਰਿਹਾ ਸੀਗਾ ਉੱਥੇ, ਉਹਦੇ ਨਾਲ ਕੀ ਬੀਤਦੀ ਹੋਊਗੀ? ਕੀ ਮੰਗ ਰਿਹਾ ਗਾ ਉਹ? ਪਾਣੀ ਦਾ ਤੁਪਕਾ ਮੰਗ ਰਿਹਾ ਗਾ, अपनी उंगल का पोटा पे के मेरी जीव नूं ठंडा कर दे। मतलब देखो वो नरक की अग कितनी भयानक है। और देखो एक तो देखते हैं आप कई बार इंसान गर्मी में पूरी तरह बैठा होवे, उपरों के बच्चे परेशान करते हो, तो फिर इंसान की करता गा? इंसान बच्चे की करता गा? उन्होंने घूरदा गा या फिर उसकी सेवा करता गा। क्यों? गर्मी बहुत है, पर सौ जा मैं तो मेरे नेड़े ना लग, गर्मी बहुत है। हुंदा या नहीं हुंदा? तो उत्थे जिहड़ा कीड़ा हैगा वो तो मरने वाला भी नहीं है, मरने वाला भी नहीं है कि मर जू कीड़ा हो। लिखा बाइबल दे विच कि कीड़ा मरने वाला नहीं है। जो कीड़ा तुहाडे उपर चढ़िया होगा तो तुहाडे उपर नहीं, बुरा ना मान जाओ। अगर कीड़ा किसी इंसान के उपर चढ़िया होवे, उसके कंन विच वड़ जाए, उधरों अग दे नाल तड़फदा होवे इंसान, तो फिर की होगा? एक तो परेशान अग दे कोलों है,
ਹਾਲੇਲੂਇਆ। ਧਿਆਨ ਤੋਂ ਕੌਣ ਬਾਹਰ ਕੱਢੋ ਬੱਚੇ ਨੂੰ। ਇੱਕ ਤਾਂ ਇਨਸਾਨ ਅੱਗ ਦੇ ਵਿੱਚ ਪਰੇਸ਼ਾਨ ਹੋ ਰਿਹਾਗਾ, ਪੈਰਾਂ ਤੋਂ ਲੈ ਕੇ ਸਿਰ ਤੱਕ ਅੱਗ ਲੱਗੀ ਹੋਈ ਹੈ, ਪੂਰਾ ਸਰੀਰ ਇਨਸਾਨ ਦਾ ਸੜ ਰਿਹਾਗਾ, ਔਰ ਉੱਪਰੋਂ ਕੀੜਾ ਵੜਿਆ ਹੋਇਆ ਕੰਨ ਦੇ ਵਿੱਚ ਜਾਂ ਨੱਕ ਵਿੱਚ ਚਲਾ ਗਿਆ ਹੋਵੇ। ਕਈ ਵਾਰ ਇਨਸਾਨ ਗੱਲ ਕਰਦਾ ਹੁੰਦਾ, ਮੂੰਹ ਦੇ ਵਿੱਚ ਮੱਖੀ ਚਲੀ ਜਾਂਦੀ ਹੈ, ਇਨਸਾਨ ਦੀ ਗੱਲ ਕਰਦੇ ਕਰਦੇ ਉਹਨੂੰ ਹੋਰ ਤਰ੍ਹਾਂ ਹੀ ਹੋ ਜਾਂਦਾ, ਗੱਲ ਹੀ ਭੁੱਲ ਜਾਂਦੀ ਹੈ। ਜੇ ਉਹੀ ਕੀੜਾ ਹੁਣ ਇਨਸਾਨ ਦੇ ਅੰਦਰ ਚਲਾ ਗਿਆ, ਨਾ ਤਾਂ ਉਹ ਚੱਬਿਆ ਜਾਵੇ ਕਿਸੇ ਦੇ ਕੋਲੋਂ, ਨਾ ਹੀ ਉਹ ਮਰੇ। ਉਹਦਾ ਕੰਮ ਕੀ ਹੈ? ਉਹਦਾ ਕੰਮ ਪਰੇਸ਼ਾਨ ਕਰਨਾ ਹੈਗਾ। ਫਿਰ ਕਿਹੜਾ ਇਨਸਾਨ ਹੈ ਜਿਹੜਾ ਨਰਕ ਵਿੱਚ ਜਾ ਕੇ ਚੰਗਾ ਰਹਿ ਸਕਦਾ ਹੈਗਾ? ਕੋਈ ਹੈ ਜਿਹੜਾ ਕਹੇ ਕਿ ਮੈਂ ਨਰਕ ਵਿੱਚ ਚਲਾ ਜਾਊਂਗਾ? ਕਈ ਵਾਰ ਇਨਸਾਨ ਬੋਲ ਦਿੰਦਾ ਹੈਗਾ, ਦੇਖੀ ਜਾਓ ਜਿਹੜਾ ਕੁਛ ਹੁੰਦਾ ਹੈਗਾ ਬਾਈ, ਨਰਕ ਵਿੱਚ ਚਲੇ ਜਾਵਾਂਗੇ। ਹੁਣ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਮੈंने ਸੁਣਿਆ ਕਿ ਇੱਥੇ ਸੰਗਤ ਵਿੱਚ ਬੈਠੇ ਲੋਕਾਂ ਦੇ ਕੋਲੋਂ, ਦੇਖੀ ਜਾਊਗਾ ਜੋ ਕੁਛ ਹੁੰਦਾ ਹੈਗਾ। ਹੁਣ ਹੈ ਕੋਈ ਜਿਹਦੇ ਵਿੱਚ ਹਿੰਮਤ ਹੋਵੇ ਗੱਲ ਬੋਲਣ ਦੀ ਕਿ ਜੋ ਕੁਛ ਹੋਊਗਾ ਦੇਖੀ ਜਾਊਗਾ, ਮੈਂ ਨਰਕ ਵਿੱਚ ਚਲਾ ਜਾਊਂਗਾ? ਜਿਹੜੇ ਲੋਕਾਂ ਨੇ ਬੋਲਿਆ ਕਿ ਉਹ ਇੱਥੇ ਬੈਠੇ ਨੇ, ਹੁਣ ਨਾ ਬੋਲ ਦਿਓ। ਮੈਂ ਤਾਂ ਸੁਣਿਆ ਕਿ ਮੈਂ ਜਾਣਦਾ ਵੀ ਹਾਂ ਕਿ ਨਹੀਂ ਕਿਹਨੇ ਬੋਲਿਆ ਹੋਇਆਗਾ। ਕਹਿਣ ਦਾ ਮਤਲਬ ਕਿ ਨਰਕ ਬੜਾ ਭਿਆਨਕ ਹੈ। ਤੇ ਕੋਈ ਹੈ ਤੁਹਾਡੇ ਵਿੱਚੋਂ ਜੋ ਨਰਕ ਵਿੱਚ ਜਾਣਾ ਚਾਹੇ? ਪਰਮੇਸ਼ਵਰ ਨਹੀਂ ਚਾਹੁੰਦਾ ਕਿ ਨਰਕ ਵਿੱਚ ਕੋਈ ਜਾਏ, ਕਿਉਂਕਿ ਪਰਮੇਸ਼ਵਰ ਨੇ ਨਰਕ ਇਨਸਾਨ ਦੇ ਲਈ ਨਹੀਂ ਬਣਾਇਆ ਹੋਇਆ। ਉਹ ਕਿਹਦੇ ਲਈ ਬਣਾਇਆਗਾ? ਸ਼ੈਤਾਨ ਦੇ ਲਈ। ਅਗਰ ਨਰਕ ਇਨਸਾਨ ਦੇ ਲਈ ਹੁੰਦਾ ਨਾ ਤਾਂ ਪਰਮੇਸ਼ਵਰ ਕੁਝ ਸਮਾਂ ਠਹਿਰਾ ਦਿੰਦੇ, 200 ਸਾਲ 500 ਸਾਲ 1000 ਸਾਲ 10,000 ਸਾਲ, ਕੁਝ ਵੀ ਸਮਾਂ ਠਹਿਰਾ ਦਿੰਦੇ, ਉਸ ਤੋਂ ਬਾਅਦ ਇਨਸਾਨ ਨੂੰ ਨਰਕ ਤੋਂ ਬਾਹਰ ਕੱਢ ਲੈਂਦੇ। ਲੇਕਿਨ ਨਰਕ ਦੇ ਲਈ, ਇਨਸਾਨ ਦੇ ਲਈ ਕੋਈ ਵੀ ਸਮਾਂ ਨਹੀਂ ਹੈ। ਇਹਦੇ ਬਾਰੇ ਲਿਖਿਆ ਕਿੱਥੇ ਹੋਇਆਗਾ? ਉਹਦਾ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆਗਾ। ਹਾਂ, ਹੋ ਸਕਦਾ ਕਿਤੇ ਹੋਰ ਲਿਖਿਆ ਹੋਵੇ, ਉੱਥੇ ਇਦਾਂ ਨਹੀਂ ਲਿਖਿਆ ਹੋਣਾ ਵੀ ਇਹ ਨਰਕ कैसा है। लेकिन पवित्र बाइबल ही कैसा गा कि जो परमेश्वर ने लिखायागा और नरक के बारे दसिया होयागा। ਇਹਦਾ मतलब की कि नरक किने बनायागा? प्रभु यीशु मसीह ने बनायागा। और किदे नहीं बनायागा? किदे बनायागा? शैतान ते शैतान दे दूतां दे ਲਈ। मत्ती 25 ਦੇ ਉਹਦਾ 41 ਵਚਨ ਉੱਥੇ ਲਿਖਿਆ ਹੈਗਾ। ਫਿਰ ਸਵਰਗ ਦੀ ਗੱਲ ਕਰੀਏ, ਸਵਰਗ ਤਾਂ ਬਣਾਇਆਗਾ, ਸਵਰਗ ਨਹੀਂ ਪਰਮੇਸ਼ਵਰ ਨੇ ਬਣਾਇਆਗਾ। ਹੁਣ ਲੋਕ ਗੱਲਾਂ ਕਰਦੇ ਨੇ ਕਿ ਦੇਖੋ ਜੀ ਦੋ ਹੀ ਗੱਲਾਂ ਨੇ, ਸਵਰਗ ਜਾਂ ਨਰਕ। ਗੱਲਾਂ ਕਰਨ ਵਾਲੇ ਕਰਦੇ ਨੇ, ਲੇਕਿਨ ਉਹਨੂੰ ਪੁੱਛ ਕੇ ਦੇਖੋ ਭਾਈ ਨਰਕ ਵਿੱਚ ਜਾਣਾਗਾ? ਉਹ ਕਹਿੰਦੇ ਕਦੇ ਨਹੀਂ ਜਾਣਾ ਨਰਕ ਦੇ ਵਿੱਚ। ਜਾਣਾ ਕਿੱਥੇ ਹੈ? ਜਾਣਾ ਤਾਂ ਸਵਰਗ ਦੇ ਵਿੱਚ ਹੈ। ਸਵਰਗ ਦੇ ਵਿੱਚ ਜਾਣਾਗਾ। ਹੁਣ ਸਵਰਗ ਹੈ ਕੈਸਾ? ਸਵਰਗ ਕੈਸਾ ਗਾ? ਇਹਦੇ ਬਾਰੇ ਵੀ ਬਾਈਬਲ ਤੋਂ ਇਲਾਵਾ ਕਿਤੇ ਪੜ੍ਹਨ ਨੂੰ ਜਾਂ ਸਿੱਖਣ ਨੂੰ ਨਹੀਂ ਮਿਲਦਾ। ਲੇਕਿਨ ਬਾਈਬਲ ਦੇ ਵਿੱਚ ਲਿਖਿਆਗਾ ਕਿ ਜੋ ਸਵਰਗ ਹੈ ਉਹ ਕਿਹੋ ਜਿਹਾ ਗਾ। ਮੈਂ ਤੁਹਾਨੂੰ ਬਚਨ ਪੜ੍ਹੋ ਤੁਸੀਂ, ਪ੍ਰਕਾਸ਼ ਦੀ ਪੋਥੀ ਉਹਦਾ 21 ਰਿਹਾ ਹੈ, ਉਹਦਾ 16 ਵਚਨ। ਅਤੇ ਉਹ ਨਗਰੀ 400 ਬਣੀ ਹੋਈ ਹੈ, ਅਤੇ ਜਿੰਨੀ ਉਹਦੀ ਚੌੜਾਈ ਹੈ ਉਨੀ ਹੀ ਉਹਦੀ ਲੰਬਾਈ ਹੈ। ਅਤੇ ਉਸਨੇ ਨਗਰੀ ਨੂੰ ਕਾਨੇ ਨਾਲ ਮਿਲਿਆ ਅਤੇ 1100 ਉਹ ਨਿਕਲੀ। ਉਹਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਇੱਕੋ ਜਿਹੀ ਹੈ। ਦੇਖੋ, ਅਗਰ ਤੁਸੀਂ ਪ੍ਰਕਾਸ਼ ਦੀ ਪੋਥੀ ਉਹਦਾ 21 ਰਹੇ, ਵੈਸੇ ਸਾਰੇ ਪੜ੍ਹਦੇ ਤਾਂ ਚੰਗਾ ਗਾ, ਲੇਕਿਨ ਅਗਰ 16 ਤੋਂ ਲੈ ਕੇ ਤੁਸੀਂ ਇਹਦੇ 21-22 ਤੱਕ ਪੜ੍ਹਦੇ ਹੋ ਤਾਂ ਪਤਾ ਚੱਲਦਾ ਗਾ ਉੱਥੇ ਕਿ ਜੋ ਸਵਰਗ ਹੈ ਉਹ ਪਰਮੇਸ਼ਵਰ ਨੇ कैसा बनाया है, जी नगरी है वो कैसी बनाई हुई है। पढ़ो जी तुसी 18 वचन 21 18। ਅਤੇ ਉਹ ਦੀ ਸਫੀਰ ਦੀ ਚਨਾਈ ਯਸ਼ਬ ਦੀ ਸੀ, ਅਤੇ ਉਹ ਨਗਰੀ ਨਖਾਤ ਸੋਨੇ ਦੀ ਸੀ, ਸਾਫ ਸ਼ੀਸ਼ੇ ਦੀ ਮਿਆਈ। देखो इत्थे लिखियागा कि जिहड़ी ओदी मतलब बनावट है वो की है? कुंदन सोना, प्योर सोना ओदी बनाई हुई है। फिर उत्थे हीरे जवाहरात मोती ये सब कुछ उत्थे लिखिया होयागा, मतलब महंगे मुल्ल के पत्थर वो सब कुछ उत्थे लिखिया होया बाइबल में लिखिया होगा। अगर चाहो तो हम घर जाके पढ़ सकते हो। मतलब कि जो परमेश्वर ने बनाएगा उत्थे सड़कां ने सोने दियां, मतलब फर्श सोने दा गा, उत्थे फर्श उत्थे सोने दा गा। और सब कुछ जो बनाया परमेश्वर ने वो कैसा बनायागा? कुंदन सोना, हीरे जवाहरात, मतलब तुलना नहीं कर सकते कि कैसा गा, ये परमेश्वर ने बनायागा। और एक वचन पढ़ो मेरे नाल, पहला कुरिन्थिया ओदा 2 अध्याय
ਉਹਦਾ 9 ਵਚਨ ਪੜੋ। परंतु जिवें लिखिया होया है ਉੱਚਾ ਬੋਲੋ ਸੈਂਟੀ। परंतु जिवें लिखिया होया है ਜਿਹੜੀਆਂ ਵਾਸਤਾ ਅਸੀਂ ਨਾ ਵੇਖੀਆਂ ਨਾ ਕੰਨੀ ਸੁਣੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਾਸਤਾ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਲਿਖਿਆ ਹੋਇਆਗਾ ਕਿ ਐਸੀਆਂ ਵਸਤਾਂ, ਐਸੀਆਂ ਚੀਜ਼ਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਦੇ ਲਈ ਬਣਾ ਕੇ ਰੱਖੀਆਂ ਹੋਈਆਂ ਨੇ। ਕਿੱਥੇ? ਸਵਰਗ ਦੇ ਵਿੱਚ, ਜਿਹੜੀ ਕਦੇ ਅੱਖ ਨੇ ਦੇਖਿਆ ਨਹੀਂ ਹੈ, ਜਿਹੜੀ ਕਦੇ ਇਨਸਾਨ ਦੇ ਕੰਨਾਂ ਨੇ ਸੁਣਿਆ ਨਹੀਂ ਹੈ, ਔਰ ਜਿਹੜੀ ਕਦੇ ਇਨਸਾਨ ਦੇ ਮਨ ਦੇ ਵਿੱਚ ਵੀ ਨਹੀਂ ਆਈ। ਹੁਣ ਦੇਖ ਲਓ, ਸੋਚ ਲਓ ਕਿ ਐਸੀ ਕਿਹੜੀ ਚੀਜ਼ ਹੋ ਸਕਦੀ ਹੈ। ਅੱਜ ਕੋਈ ਵੀ ਤੁਸੀਂ ਚੀਜ਼ ਦੇਖਣਾ ਚਾਹੁੰਦੇ ਹੋ, ਮੋਬਾਈਲ ਖੋਲੋ, ਇੰਟਰਨੈਟ ਉੱਪਰ ਜਾਓ, ਉੱਥੇ ਸਰਚ ਮਾਰੋ, ਸਭ ਕੁਝ ਤੁਹਾਨੂੰ ਪਤਾ ਚੱਲ ਜਾਏਗਾ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ, ਨਵੇਂ ਸਮੇਂ ਦੇ ਵਿੱਚ ਕੀ ਹੈ, ਕਿਹੜਾ ਮੋਬਾਈਲ ਲਾਂਚ ਹੋਣ ਵਾਲਾ ਗਾ, ਕਿਹੜੀ ਗੱਡੀ ਬਣ ਰਹੀ ਹੈ, ਕਿਹੜੀ ਗੱਡੀ ਦੇ ਵਿੱਚ ਕੀ ਤਕਨੀਕ, ਸਾਰੀਆਂ ਗੱਲਾਂ ਤੁਹਾਨੂੰ ਪਤਾ ਚੱਲ ਜਾਏਗਾ ਇੱਕ ਮੋਬਾਈਲ ਦੇ ਰਾਹੀਂ। ਲੇਕਿਨ ਸਵਰਗ ਦੀ ਗੱਲ ਕਰੀਏ, ਜਿਹੜਾ ਸਵਰਗ ਪਰਮੇਸ਼ਵਰ ਨੇ ਬਣਾਇਆ ਹੈਗਾ, ਜਿਹੜਾ ਪਰਮੇਸ਼ਵਰ ਸਵਰਗ ਦੀ ਗੱਲ ਕਰਦਾ ਹੈਗਾ, ਜਿਹੜਾ ਮਤਲਬ ਪਿਓਰ ਸੋਨਾ, ਹੀਰੇ ਜਵਾਹਰਾਤ, ਮੋਤੀ, ਉਹ ਸਾਰੀਆਂ ਗੱਲਾਂ ਆਪਾਂ ਬਾਈਬਲ ਵਿੱਚ ਪੜ੍ਹਦੇ ਹਾਂ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਹੈਗਾ ਨਾ ਤਾਂ ਅੱਖਾਂ ਨੇ ਦੇਖਿਆ ਕਦੇ। ਦੇਖੋ ਸੋਨਾ ਤੁਸੀਂ ਦੇਖਿਆ ਹੋ ਸਕਦਾ ਹੈਗਾ, ਕੋਈ ਹੀਰਾ ਤੁਸੀਂ ਦੇਖਿਆ ਹੋ ਸਕਦਾ ਹੈਗਾ, ਕੋਈ ਮੋਤੀ ਤੁਸੀਂ ਦੇਖਿਆ ਹੋ ਸਕਦਾ ਹੈਗਾ। ਲੇਕਿਨ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਐਸੀਆਂ ਗੱਲਾਂ ਤੁਹਾਡੇ ਕੰਨਾਂ ਨੇ ਕਦੇ ਸੁਣੀਆਂ ਵੀ ਨਹੀਂ, ਤੁਹਾਡੀਆਂ ਅੱਖਾਂ ਨੇ ਕਦੇ ਦੇਖੀਆਂ ਵੀ ਨਹੀਂ। ਇਹ ਸਾਰੀਆਂ ਗੱਲਾਂ ਛੱਡੋ, ਕਦੇ ਤੁਹਾਡੇ ਮਨ ਦੇ ਵਿੱਚ ਵੀ ਖਿਆਲ ਨਹੀਂ ਆਇਆ ਹੋਣਾ। ਇੱਕ ਵਾਰ ਫਿਰ ਪੜੋ ਜੀ ਨੂੰ, ਛੱਡੀ ਤੁਹਾਨੂੰ ਘੁਮਾਓ ਥੋੜਾ, ਆਵਾਜ਼ ਬਾਹਰ ਰੱਖੋ। ਦੂਜੀ ਨੋ ਪੜੋ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਹਾਂ, ਜਿਹੜੀਆਂ ਬਾਤਾਂ ਅੱਖੀ ਨਾ ਵੇਖੀਆਂ ਨਾ ਕੰਨੀ ਸੁਣੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਬਾਤਾਂ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਦੇਖੋ ਜਿਹੜੀਆਂ ਅੱਖਾਂ ਨੇ ਦੇਖਿਆ ਨਹੀਂ, ਜਿਹੜੀਆਂ ਕੰਨਾਂ ਨੇ ਸੁਣਿਆ ਨਹੀਂ, ਇੱਥੋਂ ਤੱਕ ਇਨਸਾਨ ਦੇ ਕਦੇ ਮਨ ਦੇ ਵਿੱਚ ਵੀ ਨਹੀਂ ਆਈਆਂ। ਇਹ ਸਾਰੀਆਂ ਵਸਤਾਂ ਪਰਮੇਸ਼ਵਰ ਨੇ ਕਿਹਦੇ ਲਈ ਤਿਆਰ ਕੀਤੀਆਂ ਨੇ? ਆਪਣੇ ਪ੍ਰੇਮੀਆਂ ਦੇ ਲਈ। ਤੇ ਨਰਕ ਦੀ ਅੱਗ ਕਿਹਦੇ ਲਈ ਤਿਆਰ ਕੀਤੀ ਹੈ? ਸ਼ੈਤਾਨ ਦੇ ਲਈ ਤੇ ਸ਼ੈਤਾਨ ਦੇ ਦੂਤਾਂ ਦੇ ਲਈ। ਤੇ ਸਵਰਗ ਕਿਹਦੇ ਲਈ ਤਿਆਰ ਕੀਤਾ ਪਰਮੇਸ਼ਵਰ ਨੇ? ਆਪਣੇ ਪ੍ਰੇਮੀਆਂ ਦੇ ਲਈ, ਮਤਲਬ ਇਨਸਾਨ ਦੇ ਲਈ ਤਿਆਰ ਕੀਤਾਗਾ। ਹੁਣ ਦੇਖੋ ਆਪਾਂ ਜਿਸ ਜਗ੍ਹਾ ਸੰਗਤੀ ਕਰ ਰਹੇ ਹਾਂ, ਸਾਡੇ ਲਈ ਇੱਕ ਜਗ੍ਹਾ ਤਿਆਰ ਹੋ ਰਹੀ ਹੈ। ਕੀ ਤਿਆਰ ਹੋ ਰਹੀ ਹੈ? ਇੱਕ ਚਰਚ ਦੇ ਰੂਪ ਦੇ ਵਿੱਚ ਇੱਕ ਬਿਲਡਿੰਗ ਤਿਆਰ ਹੋ ਰਹੀ ਹੈ। ਉਹ ਬਿਲਡਿੰਗ ਬਣਾਉਣ ਤੋਂ ਪਹਿਲਾਂ ਇਨਸਾਨ ਦੇ ਦਿਮਾਗ ਵਿੱਚ ਪਲਾਨ ਆਇਆ ਸੀਗਾ ਕੋਈ, ਵੀ ਮੈਂ ਇਸ ਤਰ੍ਹਾਂ ਬਣਾਵਾਂਗਾ, ਇੰਨੀ ਜਗ੍ਹਾ ਲਵਾਂਗਾ, ਇੱਦਾਂ ਦਾ ਕਰਨਾਗਾ, ਇੱਦਾਂ ਪੌੜੀ ਬਣਾਉਣੀ ਹੈ, ਇੱਥੇ ਕਿਚਨ ਕਰਨਾਗਾ, ਇੱਥੇ ਬਾਥਰੂਮ ਕਰਨਾਗਾ, ਇੱਦਾਂ ਸਭ ਕੁਝ ਕਰਨਾਗਾ। ਇੱਦਾਂ ਹੋਇਆ ਜਾਂ ਨਹੀਂ ਹੋਇਆ? ਹੋਇਆ ਪੈਸਾ ਇੱਦਾਂ ਹੀ? ਇੱਦਾਂ ਹੀ ਹੁੰਦਾਗਾ। ਕੋਈ ਵੀ ਇਨਸਾਨ ਕੰਮ ਕਰੇ, ਇਨਸਾਨ ਦੇ ਅੰਦਰ ਪਹਿਲਾਂ ਗੱਲਾਂ ਆ ਜਾਂਦੀਆਂ ਨੇ, ਇਨਸਾਨ ਦੇ ਮਨ ਦੇ ਵਿੱਚ ਪਹਿਲਾਂ ਗੱਲਾਂ ਆ ਜਾਂਦੀਆਂ ਨੇ। ਲੇਕਿਨ ਜੋ ਸਵਰਗ ਦੇ ਵਿੱਚ ਗੱਲਾਂ ਨੇ, ਉਹਨਾਂ ਦੀ ਗੱਲ ਕਰੀਏ, ਬਾਈਬਲ ਦੇ ਵਿੱਚ ਲਿਖਿਆ ਨਾ ਤਾਂ ਅੱਖਾਂ ਨੇ ਕਦੇ ਦੇਖਿਆਗਾ। ਹੋ ਸਕਦਾ ਆਪਾਂ ਜੋ ਚਰਚ ਬਣਾ ਰਹੇ ਹਾਂ, ਆਪਾਂ ਨੂੰ ਕਿੱਥੇ ਦੇਖਿਆ ਹੋਵੇ ਪਹਿਲਾਂ ਕੋਈ, ਉਹਦੇ ਵਰਗੀ ਬਣਾ ਲਈਏ ਜਾਂ ਉਸ ਤੋਂ ਥੋੜਾ ਜਿਹਾ ਫਰਕ ਪਾ ਦਈਏ, ਅਸੀਂ ਦੇਖ ਕੇ ਬਣਾਉਂਦੇ ਹਾਂ ਕੋਈ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਨਾ ਤੁਹਾਡੀਆਂ ਅੱਖਾਂ ਨੇ ਕਦੇ ਦੇਖਿਆਗਾ, ਨਾ ਕੰਨਾਂ ਨੇ ਕਦੇ ਸੁਣਿਆਗਾ, ਇੱਥੋਂ ਤੱਕ ਕਿ ਤੁਹਾਡੇ ਮਨ ਦੇ ਵਿੱਚ ਵੀ ਕਦੇ ਨਹੀਂ ਆਇਆ। ਇਹ ਕਿਹਦੀ ਗੱਲ ਹੈ? ਇਹ ਸਵਰਗ ਦੀ ਗੱਲ ਹੈ। ਮਤਲਬ ਸਵਰਗ ਕੈਸਾਗਾ? ਉਹ ਬਾਈਬਲ ਦੇ ਵਿੱਚ ਲਿਖਿਆ ਹੋਇਆਗਾ। ਪਿਓਰ ਸੋਨਾ, ਹੀਰੇ, ਮੋਤੀ, ਜਵਾਹਰਾਤ, ਉੱਥੇ ਦਰਵਾਜ਼ੇ ਬਣੇ ਹੋਏ ਨੇ। ਮਤਲਬ ਉਹ ਸਭ ਕੁਝ ਪਰਮੇਸ਼ਵਰ ਨੇ ਕਿਹਦੇ ਲਈ ਤਿਆਰ ਕੀਤਾਗਾ? ਆਪਣੇ ਪ੍ਰੇਮੀਆਂ ਦੇ ਲਈ। ਹੁਣ ਦੇਖੋ ਦੋ ਗੱਲਾਂ ਸਿੱਖੀਆਂ ਆਪਾਂ ਨੇ, ਸਵਰਗ ਦੇ ਬਾਰੇ ਔਰ ਨਰਕ ਦੇ ਬਾਰੇ। ਆਪਣੀ ਆਪਣੀ ਇਮਾਨਦਾਰੀ ਨਾਲ ਦੱਸਿਓ ਕਿੱਥੇ ਜਾਣਾ ਚਾਹੁੰਦੇ ਹੋ। ਬੋਲੋ ਤੁਸੀਂ, ਕਿੱਥੇ ਜਾਣਾ ਚਾਹੁੰਦੇ ਹੋ? ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹੋ। ਉੱਚਾ ਬੋਲੋ ਸਾਰੇ, ਕਿੱਥੇ ਜਾਣਾ ਚਾਹੁੰਦੇ ਹੋ? ਤੇ ਕੋਈ ਹੈ ਜੋ ਨਰਕ ਵਿੱਚ ਜਾਣਾ ਚਾਹੇ? ਕੋਈ ਵੀ ਨਹੀਂ ਹੈ। ਕਿਉਂ? ਕਿਉਂਕਿ ਨਰਕ ਦੇਖ ਲਿਆ ਆਪਾਂ ਨੇ, ਕਿੰਨਾ ਭਿਆਨਕ ਹੈ ਇੱਥੇ, ਕਿੰਨਾ ਭਿਆਨਕ ਹੈ। ਲੇਕਿਨ ਨਰਕ ਵਿੱਚ ਜਾਣ ਦੇ ਲਈ ਵੀ ਇਨਸਾਨ ਹਿੱਸਾ ਪਾਉਂਦਾ ਹੈਗਾ, ਤੇ ਸਵਰਗ ਵਿੱਚ ਜਾਣ ਦੇ ਲਈ ਵੀ ਇਨਸਾਨ ਦਾ ਹਿੱਸਾ ਹੁੰਦਾ ਹੈਗਾ। ਹੁਣ ਤੁਹਾਡਾ ਹਿੱਸਾ ਸਵਰਗ ਵਿੱਚ ਜਾਣ ਦੇ ਲਈ ਕੀ ਹੈ? ਤੁਸੀਂ ਕੀ ਯੋਗਦਾਨ ਪਾ ਰਹੇ ਹੋ? ਗੱਲਾਂ ਤਾਂ ਆਪਾਂ ਵੱਡੀਆਂ ਕਰ ਦਿੰਦੇ ਹਾਂ, ਬੋਲ ਦਿੰਦੇ ਕਿ ਅਸੀਂ ਸਵਰਗ ਵਿੱਚ ਜਾਵਾਂਗੇ, ਅਸੀਂ नीले आसमां के पार जाएंगे, मेरे यीशु रहते वहाँ।
ਬੋਲ ਦਿੰਦੇ ਆ, ਗਾ ਦਿੰਦੇ ਆ, ਚੰਗਾ ਵੀ ਲੱਗਦਾ ਗਾ, ਨੱਚਣਾ ਵੀ ਵਧੀਆ ਆਉਂਦਾ ਉਹਦੇ ਉੱਪਰ, ਲੇਕਿਨ ਉੱਥੇ ਦੇ ਲਈ ਯੋਗਦਾਨ ਕੀ ਪਾ ਰਹੇ ਆ? ਕਦੇ ਸੋਚਿਆ ਕਰ? ਕੀ ਪ੍ਰਾਰਥਨਾ ਕਰਨ ਵਾਲੇ ਸਵਰਗ ਵਿੱਚ ਚਲੇ ਜਾਣਗੇ? ਕੀ ਲੋਕ ਬਾਈਬਲ ਪੜ੍ਹਨ ਵਾਲੇ ਇਨਸਾਨ ਸਵਰਗ ਵਿੱਚ ਚਲੇ ਜਾਣਗੇ? ਕੀ ਇਨਸਾਨ ਜੋ ਜ਼ਿਆਦਾ ਵਰਤ ਰੱਖਦਾਗਾ ਉਹ ਸਵਰਗ ਵਿੱਚ ਚਲਾ ਜਾਏਗਾ? ਕੀ ਜ਼ਿਆਦਾ ਦਾਨ ਪੁੰਨ ਕਰਨ ਨਾਲ, ਦਸਵੰਧ ਦੇਣ ਦੇ ਨਾਲ ਸਵਰਗ ਵਿੱਚ ਚਲਾ ਜਾਏਗਾ ਇਨਸਾਨ? ਕਦੇ ਵੀ ਨਹੀਂ। ਇਹਦਾ ਮਤਲਬ ਕਿ ਸਵਰਗ ਵਿੱਚ ਜਾਣ ਦੇ ਲਈ ਕੀ ਕਰਨਾ ਪਏਗਾ? ਤੁਹਾਨੂੰ ਹਿੱਸਾ ਪਾਉਣਾ ਪਏਗਾ, ਤੁਹਾਨੂੰ ਯੋਗਦਾਨ ਪਾਉਣਾ ਪਏਗਾ। ਤਾਂ ਕਿੰਨੇ ਲੋਕ ਯੋਗਦਾਨ ਪਾਉਣਾ ਚਾਹੁੰਦੇ ਨੇ? ਅਗਰ ਤੁਸੀਂ ਅੱਜ ਦਾ ਵਚਨ ਸਮਝ ਗਏ ਨਾ, ਤਾਂ ਪ੍ਰਭੂ ਦੀ ਕਿਰਪਾ ਨਾਲ ਤੁਹਾਡਾ ਹਿੱਸਾ ਸਵਰਗ ਦੇ ਵਿੱਚ ਪੱਕਾ ਹੈਗਾ। ਲੇਕਿਨ ਸਮਝ ਕੇ ਇਹਨੂੰ ਮੰਨਣਾ ਹੈਗਾ। ਇਹ ਗਿਆਨ ਨਹੀਂ ਬਣਾਉਣਾ, ਇਸ ਨੂੰ ਮੰਨਣਾ ਹੈਗਾ। ਹੁਣ ਦੇਖੋ, ਇੱਕ ਇਨਸਾਨ ਸੀਗਾ, ਬਾਈਬਲ ਦੇ ਵਿੱਚ ਲਿਖਿਆ ਗਾ, ਇੱਕ ਨੌਜਵਾਨ ਸੀਗਾ, ਧਨੀ ਸੀਗਾ। ਉਹ ਦੌੜ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਇਆ, ਔਰ ਆ ਕੇ ਪ੍ਰਭੂ ਯਿਸੂ ਮਸੀਹ ਨੇ ਕੀ ਕਹਿੰਦਾ ਗਾ? ਮੇਰੇ ਨਾਲ ਪੜੋ, ਮਰਕੁਸ ਉਹਦਾ ਦੱਸਦੇ ਆਏ। ਉਹਦਾ 17 ਵਚਨ ਪੜੋ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਲਵਾ ਕੇ ਉਹਨੂੰ ਪੁੱਛਿਆ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸੰਦੀਪ ਜੀਵਨ ਦਾ ਅਧਿਕਾਰੀ ਹੋਵਾਂ? ਦੇਖੋ, ਇਹ ਇਨਸਾਨ ਵੀ ਕਿੱਥੇ ਆਉਣਾ ਚਾਹੁੰਦਾ ਸੀਗਾ? ਸੰਦੀਪਕ ਜੀਵਨ ਦੇ ਵਿੱਚ, ਅਨੰਤ ਕਾਲ ਦੇ ਜੀਵਨ ਦੇ ਵਿੱਚ, ਮਤਲਬ ਸਵਰਗ ਦੇ ਵਿੱਚ ਆਉਣਾ ਚਾਹੁੰਦਾ ਸੀਗਾ ਇਹ। ਉਸਨੇ ਪੁੱਛਿਆ, ਪ੍ਰਭੂ ਮੈਂ ਸਵਰਗ ਵਿੱਚ ਆਵਾਂ, ਮੈਨੂੰ ਅਨੰਤ ਕਾਲ ਦਾ ਜੀਵਨ ਮਿਲੇ, ਉਹਦੇ ਲਈ ਮੈਂ ਕੀ ਕਰਾਂ? ਤਾਂ ਪ੍ਰਭੂ ਯਿਸੂ ਮਸੀਹ ਨੇ ਗੱਲ ਕਰੀ ਕਿ ਦੇਖ, ਤੂੰ ਮੈਨੂੰ ਸੱਚ ਕਿਉਂ ਕਹਿਣਾ ਗਾ? ਤੂੰ ਮੈਨੂੰ ਉੱਤਮ ਕਿਉਂ ਕਹਿਣਾ ਗਾ? ਉੱਤਮ ਤਾਂ ਕੀ ਹੈ? ਉਹ ਪਰਮੇਸ਼ਵਰ ਹੈ। ਤਾਂ ਫਿਰ ਪ੍ਰਭੂ ਯਿਸੂ ਮਸੀਹ ਨੇ ਉਹਦੇ ਨਾਲ ਗੱਲ ਕਰੀ। ਪੜੋ ਜੀ ਇਹ ਨਾਲ ਉਹਦਾ 19 ਵਚਨ। ਤੂੰ ਹੁਕਮਾਂ ਨੂੰ ਜਾਣਦਾ ਹੈ, ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ-ਪਿਓ ਦਾ ਆਦਰ ਕਰ। ਦੇਖੋ, ਪ੍ਰਭੂ ਯਿਸੂ ਮਸੀਹ ਨੇ ਉਹਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ। ਤੂੰ ਹੁਕਮਾਂ ਨੂੰ ਜਾਣਦਾ ਹੈਗਾ? ਹਲੇ ਪ੍ਰਭੂ ਯਿਸੂ ਮਸੀਹ 6 ਗੱਲਾਂ ਦੱਸ ਰਿਹਾ ਉਹਨੂੰ, ਹਲੇ 6 ਗੱਲਾਂ ਹੀ ਬੋਲੀਆਂ ਪ੍ਰਭੂ ਯਿਸੂ ਮਸੀਹ ਨੇ। ਉਸ ਇਨਸਾਨ ਨੇ ਕੀ ਕੀਤਾ? ਨਾਲ ਹੀ ਯਿਸੂ ਮਸੀਹ ਨੂੰ ਰੋਕਤਾ। ਕੀ ਕਿਹਾ? ਗੁਰੂ ਜੀ, ਪ੍ਰਭੂ ਜੀ, ਇਹ ਸਾਰੀਆਂ ਗੱਲਾਂ ਮੈਂ ਆਪਣੇ ਬਚਪਨ ਤੋਂ ਪੂਰੀਆਂ ਕਰਦਾ ਆ ਰਿਹਾਗਾ। ਤਾਂ ਪ੍ਰਭੂ ਯਿਸੂ ਮਸੀਹ ਨੂੰ ਦੇਖਿਆ, ਉਸ ਨੂੰ ਪਿਆਰ ਕੀਤਾ, ਔਰ ਇੱਕ ਗੱਲ ਕਹੀ ਕਿ ਦੇਖ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈਗਾ। ਕੀ ਕਰ? ਆਪਣਾ ਸਭ ਕੁਝ ਵੇਚ, ਕੰਗਾਲਾਂ ਨੂੰ ਵੰਡ ਤੇ ਮੇਰੇ ਪਿੱਛੇ ਆ ਜਾ। ਔਰ ਮੇਰੇ ਪਿੱਛੇ ਆ ਜਾ ਤਾਂ ਫਿਰ ਕੀ ਹੋਊਗਾ? ਤੈਨੂੰ ਸਵਰਗ ਵਿੱਚ ਧਨ ਮਿਲੇਗਾ। ਤਾਂ ਦੇਖੋ, ਉਹ ਨੌਜਵਾਨ ਸੀਗਾ, ਉਦਾਸ ਹੋ ਗਿਆ, ਔਰ ਯਿਸੂ ਮਸੀਹ ਨੂੰ ਛੱਡ ਕੇ ਉਹ ਚਲਾ ਗਿਆ। ਆਇਆ ਦੌੜ ਕੇ ਸੀਗਾ, ਲੇਕਿਨ ਜਦੋਂ ਉਦਾਸ ਹੋਇਆ ਫਿਰ ਉਹ ਹੌਲੀ ਹੌਲੀ ਗਿਆ, ਉੱਥੋਂ ਚਲਾ ਗਿਆ, ਹੌਲੀ ਹੌਲੀ ਵਾਪਸ ਚਲਾ ਗਿਆ। ਕਿਉਂ? ਕਿਉਂਕਿ ਉਹ ਛੱਡਣਾ ਨਹੀਂ ਚਾਹੁੰਦਾ ਸੀਗਾ। ਸੰਦੀਪਕ ਜੀਵਨ ਤਾਂ ਇਨਸਾਨ ਨੂੰ ਚਾਹੀਦਾ ਹੈਗਾ, ਸਵਰਗ ਦਾ ਇਨਸਾਨ ਲੈਣਾ ਚਾਹੁੰਦਾ ਹੈਗਾ, ਲੇਕਿਨ ਉਹਦੇ ਲਈ ਇਨਸਾਨ ਸਵਰਗ ਦੇ ਵਿੱਚ ਹਿੱਸਾ ਨਹੀਂ ਪਾਉਣਾ ਚਾਹੁੰਦਾ। ਕੋਈ ਵੀ ਇਨਸਾਨ ਅਗਰ ਕੁਝ ਖਰੀਦੇ, ਤਾਂ ਅਗਰ ਦੋ ਜਣੇ ਮਿਲ ਕੇ ਖਰੀਦਦੇ ਨੇ ਤਾਂ ਉਹਦੇ ਵਿੱਚ ਉਹਦਾ ਹਿੱਸਾ ਹੁੰਦਾ ਹੈਗਾ। ਮੈਂ ਤੁਹਾਡੀ ਗੱਲ ਕਰਦਾਗਾ, ਅੱਜ ਦਾਅਵਾ ਤਾਂ ਕਰਦੇ ਆਪਾਂ ਕਿ ਅਸੀਂ ਸਵਰਗ ਜਾਵਾਂਗਾ, ਲੇਕਿਨ ਉੱਥੇ ਜਾਣ ਦੇ ਲਈ ਤੁਹਾਡਾ ਹਿੱਸਾ ਹੈ, ਤੁਹਾਡਾ ਯੋਗਦਾਨ ਹੈ। ਕਿੰਨਾ ਯੋਗਦਾਨ ਹੈ ਤੁਹਾਡਾ? ਕਿੰਨਾ ਹਿੱਸਾ ਹੈ ਤੁਹਾਡਾ? ਅਗਰ ਯੋਗਦਾਨ ਨਹੀਂ ਪਾ ਰਹੇ, ਹਿੱਸਾ ਨਹੀਂ ਪਾ ਰਹੇ, ਤਾਂ ਸਵਰਗ ਨਹੀਂ ਮਿਲ ਸਕਦਾ ਤੁਹਾਨੂੰ। ਹੁਣ ਦੇਖੋ, ਇਹ ਇਨਸਾਨ ਨੂੰ ਪਰਮੇਸ਼ਵਰ ਨੇ ਕਿਹਾ, ਦੇਖ, ਅਗਰ ਤੂੰ ਸਵਰਗ ਵਿੱਚ ਆਉਣਾ ਚਾਹਣਾ ਨਾ, ਉੱਥੇ ਤੂੰ ਇਕੱਲਾ ਹੀ ਨਹੀਂ ਹੈ, ਉੱਥੇ ਬਹੁਤ ਲੋਕ ਨੇ ਜਿਨ੍ਹਾਂ ਲੋਕਾਂ ਨੇ ਉੱਥੇ ਹਿੱਸਾ ਪਾਇਆ ਹੋਇਆਗਾ। ਲੇਕਿਨ ਮੈਂ ਤੈਨੂੰ ਕਹਿੰਦਾ, ਅਗਰ ਸਵਰਗ ਦਾ ਵਾਰਿਸ ਬਣਨਾ ਤਾਂ ਜਾ ਕੇ ਹਿੱਸਾ ਪਾ ਉੱਥੇ। ਛੱਡ ਦੇ ਸਭ ਕੁਝ ਇੱਥੇ ਹੀ, ਵੰਡ ਦੇ ਕੰਗਾਲਾਂ ਨੂੰ, ਮੇਰੇ ਪਿੱਛੇ ਆ ਜਾ। ਤਾਂ ਦੇਖੋ, ਉਹ ਇਨਸਾਨ ਇਹ ਚੀਜ਼ ਨੂੰ ਛੱਡ ਨਹੀਂ ਸਕਿਆ, ਇਹ ਚੀਜ਼ ਨੂੰ ਉਹ ਛੱਡ ਨਹੀਂ ਸਕਿਆ। ਕਿਉਂ? ਕਿਉਂਕਿ ਉਹਦਾ ਮਨ ਕਿੱਥੇ ਲੱਗਿਆ ਹੋਇਆ ਸੀਗਾ? ਇਸ ਸੰਸਾਰ ਦੇ ਉੱਪਰ ਲੱਗਿਆ ਸੀਗਾ, ਇਸ ਧਰਤੀ ਦੇ ਉੱਪਰ ਐਸ਼ੋ ਆਰਾਮ ਦੇ ਵਿੱਚ ਲੱਗਿਆ ਹੋਇਆ ਸੀਗਾ। ਇਸ ਧਰਤੀ ਦੀਆਂ ਜੋ ਵਸਤੂਆਂ ਨੇ, ਜੋ ਦਿਖਦੀਆਂ ਨੇ, ਜੋ ਥੋੜੇ ਟਾਈਮ ਦੀਆਂ ਨੇ, ਉਹਨਾਂ ਦੇ ਉੱਪਰ ਉਹਦਾ ਮਨ ਲੱਗਿਆ ਹੋਇਆ ਸੀਗਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਦੱਸਿਆਗਾ? ਸਵਰਗ ਹੈ ਜੋ ਤੁਹਾਡੇ ਲਈ, ਉਹ ਕੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ, ਤੁਹਾਡੇ ਮਨ ਦੇ ਵਿੱਚ ਖਿਆਲ ਵੀ ਨਹੀਂ ਆ ਸਕਦਾ। ਐਸਾ ਰੱਖਿਆ ਹੋਇਆ ਮੈਂ, ਲੇਕਿਨ ਜਾਏਗਾ ਕੌਣ ਉੱਥੇ? ਜਿਹਦਾ ਯੋਗਦਾਨ ਹੋਏਗਾ,
ਜਿਹਦਾ ਉੱਥੇ ਹਿੱਸਾ ਹੋਏਗਾ, ਤਾਂ ਪ੍ਰਭੂ ਯਿਸੂ ਮਸੀਹ ਨੇ ਸਾਹਮਣੇ ਤੋਂ ਕਿਹਾ ਹਿੱਸਾ ਪਾ ਉਹਦੇ ਵਿੱਚ, ਤਾਂ ਤੈਨੂੰ ਉੱਥੇ ਬਹੁਤ ਜ਼ਿਆਦਾ ਧਨ ਮਿਲੇਗਾ। ਉੱਥੇ ਕੀ ਮਿਲੇਗਾ ਤੈਨੂੰ? ਸਵਰਗ ਵਿੱਚ ਧਨ ਮਿਲੇਗਾ। ਤਾਂ ਦੇਖੋ ਇਹ ਇਨਸਾਨ ਨੇ ਇਹ ਛੱਡਿਆ ਨਹੀਂ ਹੈ। ਅੱਜ ਵੀ ਇਨਸਾਨ ਸੰਦੀਪਕ ਜੀਵਨ ਦਾ ਚਾਹੁੰਦਾ ਹੈਗਾ, ਅੱਜ ਵੀ ਇਨਸਾਨ ਚਾਹੁੰਦਾ ਹੈਗਾ ਕਿ ਮੈਨੂੰ ਸਵਰਗ ਮਿਲੇ, ਲੇਕਿਨ ਸਵਰਗ ਦੇ ਵਿੱਚ ਜਾਣ ਦੇ ਲਈ ਉੱਥੇ ਹਿੱਸਾ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਹਿੱਸਾ ਇੱਕ ਹੋਰ ਵੀ ਹੈ, ਯੋਗਦਾਨ ਹੋਰ ਵੀ ਹੈ। ਉਹ ਯੋਗਦਾਨ ਕੀ ਹੈ? ਮੇਰੇ ਨਾਲ ਬਚਨ ਪੜ੍ਹੋ ਤੁਸੀਂ, ਮੱਤੀ ਉਹਦਾ 5 ਅਧਿਆਏ ਉਹਦਾ 10 ਤੇ 11 ਬਚਨ ਪੜ੍ਹੋ। ਧੰਨ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ। ਸਾਰੇ ਬੋਲੋ ਹਾਲੇਲੂਇਆ। ਦੇਖੋ ਬਾਈਬਲ ਦੇ ਵਿੱਚ ਲਿਖਿਆ ਗਾ, ਧੰਨ ਉਹ ਕਿ ਜਿਹੜੇ ਸਵਰਗ ਦੇ ਕਾਰਨ, ਧਰਮ ਦੇ ਕਾਰਨ ਸਤਾਏ ਗਏ। ਧਰਮ ਦੇ ਕਾਰਨ ਕੀ ਹੈ? ਸਤਾਏ ਗਏ। ਸਵਰਗ ਦਾ ਰਾਜ ਕੀ ਹੈ? ਉਹਨਾਂ ਦਾ। ਸਵਰਗ ਦਾ ਰਾਜ ਉਹਨਾਂ ਦਾ। ਫਿਰ ਅੱਗੇ ਧੰਨ ਹੋ ਤੁਸੀਂ ਜਦ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਦੇਖੋ, ਧੰਨ ਹੋਵੋਗੇ ਤੁਸੀਂ ਕਿ ਜਦ ਲੋਕ ਕੀ ਕਰਨਗੇ? ਮੇਰੇ ਕਾਰਨ ਤੁਹਾਨੂੰ ਸਤਾਉਣਗੇ, ਤੁਹਾਨੂੰ ਕੀ ਕਰਨਗੇ? ਬੋਲੀਆਂ ਮਾਰਨਗੇ, ਤੁਹਾਡੇ ਉੱਪਰ ਕੀ ਹੈ? ਝੂਠ ਮੂਠ ਲਾਉਣਗੇ। ਫਿਰ ਅੱਗੇ ਆਨੰਦ ਹੋਵੋ ਅਤੇ ਖੁਸ਼ੀ ਕਰੋ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇਸ ਲਈ ਜੋ ਉਹਨਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। ਹਾਲੇਲੂਇਆ, ਹਾਲੇਲੂਇਆ। ਦੇਖੋ ਬਾਈਬਲ ਵਿੱਚ ਸਾਫ਼ ਲਿਖਿਆ ਗਾ ਕਿ ਤੁਹਾਡੇ ਤੋਂ ਪਹਿਲਾਂ ਜੋ ਲੋਕ ਆਏ ਸੀਗੇ ਨਾ, ਜੋ ਨਬੀ ਲੋਕ ਆਏ ਸੀਗੇ ਜਾਂ ਪਰਮੇਸ਼ਰ ਦੇ ਦਾਸ ਲੋਕ ਆਏ ਸੀਗੇ, ਉਹਨਾਂ ਨਾਲ ਇਹ ਗੱਲਾਂ ਹੋਈਆਂ ਨੇ। ਕੀ ਹੋਇਆ ਉਹਨਾਂ ਨਾਲ? ਉਹਨਾਂ ਦੇ ਨਾਲ ਇਹ ਗੱਲਾਂ ਹੋ ਚੁੱਕੀਆਂ ਸੀਗੀਆਂ। ਉਹ ਸਤਾਏ ਗਏ ਸੀਗੇ, ਉਹਨਾਂ ਦੀ ਸਤਾਵਟ ਹੋਈ ਸੀਗੀ। ਉਹ ਲੋਕ ਪਰਮੇਸ਼ਰ ਦੇ ਨਾਮ ਦੇ ਕਰਕੇ, ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਕੀ ਹੈ? ਉਹਨਾਂ ਨੇ ਦੁੱਖ ਸਹਿਨ ਕੀਤਾਗਾ। ਇਹਦਾ ਮਤਲਬ ਉਹ ਕੀ ਨੇ? ਉਹ ਸਵਰਗ ਦੇ ਵਾਰਿਸ ਨੇ। ਉਹਨਾਂ ਨੇ ਆਪਣਾ ਹਿੱਸਾ ਪਾਇਆਗਾ ਕਿਹਦੇ ਵਿੱਚ? ਸਵਰਗ ਦੇ ਵਿੱਚ। ਤੇ ਅੱਜ ਦੇਖੋ ਪੰਜਾਬ ਦੇ ਹਾਲਾਤ ਵਿਗੜ ਚੁੱਕੇ ਨੇ। ਅੱਜ ਬੜੇ ਬੜੇ ਸੇਵਕ, ਬੜੇ ਬੜੇ ਪਾਸਟਰ ਲੋਕ ਕੀ ਕਰ ਰਹੇ ਨੇ? ਉਹ ਤਾਂ ਵਿਰੋਧ ਕਰ ਰਹੇ ਨੇ। ਕੋਈ ਪਿਸਤੌਲ ਖਰੀਦ ਰਿਹਾਗਾ, ਕੋਈ ਡਾਂਗਾ ਤਿਆਰ ਕਰ ਰਿਹਾਗਾ, ਕੋਈ ਸੰਗਤ ਦੇ ਵਿੱਚ ਨੌਜਵਾਨ ਲੋਕਾਂ ਨੂੰ ਤਿਆਰ ਕਰ ਰਿਹਾਗਾ ਵੀ ਕਦੇ ਵੀ ਹਾਲਾਤ ਵਿਗੜ ਜਾਣ, ਤੁਸੀਂ ਕਰਿਓ, ਤਲਵਾਰਾਂ ਚੱਕ ਲਿਓ, ਸੋਟੀਆਂ ਚੱਕ ਲਿਓ, ਡਾਂਗਾ ਚੱਕ ਲਿਓ, ਪਿਸਤੌਲ ਚੱਕ ਲਿਓ, ਕਿਉਂਕਿ ਅਸੀਂ ਮਰਨਾ ਨਹੀਂ ਹੈ। ਜਦ ਕਿ ਇਹ ਸਾਰੀਆਂ ਗੱਲਾਂ ਨੇ ਪ੍ਰਭੂ ਯਿਸੂ ਮਸੀਹ ਨੇ ਬਹੁਤ ਪਹਿਲਾਂ ਬੋਲ ਦਿੱਤੀਆਂ ਨੇ ਕਿ ਮੇਰੇ ਨਾਮ ਦੇ ਕਰਕੇ ਇਹ ਹੋਵੇਗਾ। ਅਗਰ ਤੁਸੀਂ ਇਹ ਸਭ ਕੁਝ ਸਹਿਨ ਕਰੋਗੇ ਤੇ ਤੁਹਾਡਾ ਕੀ ਹੈ? ਸਵਰਗ ਦੇ ਵਿੱਚ ਹਿੱਸਾ ਗਾ, ਤੁਹਾਡਾ ਧਨ ਹੈ ਸਵਰਗ ਦੇ ਵਿੱਚ। ਲੇਕਿਨ ਅੱਜ ਦੇਖੋ ਇਨਸਾਨ ਸਵਰਗ ਦੇ ਵਿੱਚ ਹਿੱਸਾ ਨਹੀਂ ਪਾਉਣਾ ਚਾਹੁੰਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਕੀ ਕੁਝ ਹੋਇਆਗਾ, ਲੇਕਿਨ ਕਿੰਨਾ ਕੁਝ ਕੀਤਾ, ਰੋਸ ਪ੍ਰਗਟ ਕੀਤਾ ਲੋਕਾਂ ਨੇ। YouTube ਦੇ ਉੱਪਰ, Facebook ਦੇ ਉੱਪਰ ਕਿੰਨੀਆਂ ਗੱਲਾਂ ਲੋਕਾਂ ਨੇ ਕੱਢ ਕੇ ਰੱਖਤੀਆਂ ਮੂਹਰੇ। ਅਸੀਂ ਇਦਾਂ ਕਰ ਸਕਦੇ ਹਾਂ, ਅਸੀਂ ਉਦਾਂ ਕਰ ਸਕਦੇ ਹਾਂ, ਅਸੀਂ ਇਹ ਕਰ ਸਕਦੇ ਹਾਂ, ਅਸੀਂ ਉਹ ਕਰ ਸਕਦੇ ਹਾਂ। ਲੇਕਿਨ ਦੇਖੋ ਜੋ ਬਾਈਬਲ ਵਿੱਚ ਲਿਖਿਆਗਾ ਉਹ ਗੱਲਾਂ ਪੂਰੀਆਂ ਹੋਣੀਆਂ ਹੀ ਨੇ, ਔਰ ਗੱਲਾਂ ਪੂਰੀਆਂ ਹੋ ਵੀ ਰਹੀਆਂ ਨੇ। ਤਾਂ ਇਨਸਾਨ ਕੀ ਹੈ? ਤਲਵਾਰ ਚੱਕ ਰਿਹਾਗਾ। ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? ਜੋ ਤਲਵਾਰ ਚਲਾਏਗਾ ਤਲਵਾਰ ਨਾਲ ਨਾਸ ਹੋ ਜਾਏਗਾ। ਇੱਥੇ ਲਿਖਿਆਗਾ ਮੇਰੇ ਨਾਮ ਦੇ ਕਰਕੇ ਤੁਹਾਡੇ ਨਾਲ ਇਦਾਂ ਹੋਣ ਵਾਲਾਗਾ, ਤੁਹਾਡੇ ਉੱਪਰ ਝੂਠ ਮੂਠ ਲੱਗੇਗਾ, ਤੁਹਾਨੂੰ ਸਤਾਇਆ ਜਾਏਗਾ, ਤੁਹਾਨੂੰ ਪਰੇਸ਼ਾਨ ਕੀਤਾ ਜਾਏਗਾ, ਤੁਹਾਨੂੰ ਮਾਰਿਆ ਜਾਏਗਾ। ਲੇਕਿਨ ਤੁਸੀਂ ਕੀ ਕਰੋ? ਆਨੰਦ ਕਰੋ ਇਸ ਗੱਲ ਦੇ ਵਿੱਚ। ਇਸ ਗੱਲ ਦੇ ਵਿੱਚ ਕੀ ਕਰੋ? ਇੱਕ ਵਾਰ ਫਿਰ ਪੜ੍ਹੋ ਜੀ 12 ਵਚਨ। ਆਨੰਦ ਹੋਵੋ ਅਤੇ ਖੁਸ਼ੀ ਕਰੋ। ਦੇਖੋ, ਆਨੰਦ ਕਰੋ, ਨਾਲ ਕੀ ਕਰੋ? ਨਾਲ ਖੁਸ਼ੀ ਕਰੋ। ਫਿਰ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਤੁਹਾਡਾ ਫਲ ਮਤਲਬ ਤੁਹਾਡਾ ਸਵਰਗ ਦੇ ਵਿੱਚ ਕੀ ਹੈ? ਹਿੱਸਾ ਬਹੁਤ ਹੈ। ਅਗਰ ਤੁਹਾਡੇ ਨਾਲ ਇਦਾਂ ਹੁੰਦਾਗਾ ਆ, ਤੁਸੀਂ ਉਹਦੇ ਵਿੱਚ ਆਨੰਦ ਕਰਦੇ ਹੋ, ਖੁਸ਼ ਹੁੰਦੇ ਹੋ ਵੀ ਪ੍ਰਭੂ ਧੰਨਵਾਦ ਤੁਹਾਡਾ ਕਿ ਤੁਹਾਡੇ ਨਾਮ ਦੇ ਕਰਕੇ ਇਦਾਂ ਹੋ ਰਿਹਾਗਾ। ਅਗਰ ਆਨੰਦ ਕਰਦੇ ਹੋ, ਖੁਸ਼ ਕਰਦੇ ਹੋ, ਤੁਹਾਡਾ ਫਲ ਕੀ ਹੈ? ਸਵਰਗ ਦੇ ਵਿੱਚ ਹੈ। ਤੁਹਾਡਾ ਹਿੱਸਾ, ਤੁਹਾਡਾ ਯੋਗਦਾਨ ਸਵਰਗ ਦੇ ਵਿੱਚ ਹੈ। ਫਿਰ ਅੱਗੇ ਇਸ ਲਈ ਜੋ ਉਹਨਾਂ ਨੇ ਤੁਹਾਤੋਂ ਅਗਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਿਖਾਇਆ ਸੀ। ਦੇਖੋ, ਜੋ ਤੁਹਾਤੋਂ ਪਹਿਲਾਂ ਪਰਮੇਸ਼ਵਰ ਦੇ ਦਾਸ ਲੋਕ ਆ ਚੁੱਕੇ ਨੇ, ਜੋ ਸੇਵਕ ਲੋਕ ਆ ਚੁੱਕੇ ਨੇ, ਉਹਨਾਂ ਨੂੰ ਕੀ ਕੀਤਾ ਗਿਆ? ਪਹਿਲਾਂ ਸਤਾਇਆ ਗਿਆਗਾ। ਉਹਨਾਂ ਨੂੰ ਕੀ ਕੀਤਾ ਗਿਆ? ਪਹਿਲਾਂ ਪਰੇਸ਼ਾਨ ਕੀਤਾ ਗਿਆਗਾ। ਹੁਣ ਦੇਖੋ ਸਾਡੇ ਭਾਰਤ ਦੇਸ਼ ਦੇ ਵਿੱਚ ਕੌਣ ਆਇਆ ਸੀਗਾ ਪਰਮੇਸ਼ਵਰ ਦਾ ਵਚਨ ਲੈ ਕੇ? ਥੋਮਾ। ਤੇ ਥੋਮਾ ਨੂੰ ਕਿਵੇਂ ਮਾਰਿਆ ਗਿਆ? ਇੱਥੇ ਮਾਰ ਦਿੱਤਾ ਸਾਰੇ ਭਾਰਤ ਦੇਸ਼ ਦੇ ਵਿੱਚ। ਤੇ ਯਿਸੂ ਮਸੀਹ ਦੇ ਜੋ 11 ਰਸੂਲ ਸੀਗੇ, ਉਸ ਤੋਂ ਬਾਅਦ 12ਵਾਂ ਰਸੂਲ ਆਇਆ ਸੀਗਾ, ਉਹ ਸਾਰੇ ਲੋਕ ਕਿਸ ਤਰ੍ਹਾਂ ਸ਼ਹੀਦ ਹੋ ਗਏ। ਇਹਦਾ ਮਤਲਬ ਉਹਨਾਂ ਲੋਕਾਂ ਨੇ ਜ਼ੁਲਮ ਸਹਿਨ ਕੀਤਾਗਾ, ਉਹਨਾਂ ਲੋਕਾਂ ਨੇ ਦਰਦ ਸਹਿਨ ਕੀਤਾਗਾ, ਉਹਨਾਂ ਲੋਕਾਂ ਨੇ ਨਿੰਦਿਆ ਸਹਿਨ ਕੀਤੀ ਹੈ, ਉਹਨਾਂ ਲੋਕਾਂ ਨੇ ਸਾਰੀਆਂ ਗੱਲਾਂ ਸਹਿਨ ਕੀਤੀਆਂ ਨੇ। ਇਸੇ ਲਈ ਤਾਂ ਉਹਨਾਂ ਦਾ ਹਿੱਸਾ ਗਾ ਸਵਰਗ ਦੇ ਵਿੱਚ।
ਜਿਹੜੀਆਂ ਚੀਜ਼ਾਂ ਕਦੇ ਦੇਖੀਆਂ ਹੀ ਨਹੀਂ, ਜਿਹੜੀਆਂ ਚੀਜ਼ਾਂ ਕਦੇ ਸੁਣੀਆਂ ਹੀ ਨਹੀਂ, ਜਿਹੜੀਆਂ ਕਦੇ ਮਨ ਦੇ ਵਿੱਚ ਨਹੀਂ ਆ ਸਕਦੀਆਂ, ਉਹ ਜਗ੍ਹਾ ਉਹਨਾਂ ਦਾ ਹਿੱਸਾ ਹੈਗਾ। ਤੇ ਜਦ ਉਹਨਾਂ ਦਾ ਹਿੱਸਾ ਹੈਗਾ ਤੇ ਜਦ ਤੁਹਾਡੇ ਉੱਪਰ ਆਏਗਾ, ਜਦ ਤੁਹਾਡੇ ਉੱਪਰ ਇਹ ਗੱਲਾਂ ਆ ਗਈਆਂ ਜਾਂ ਤੁਸੀਂ ਸਹਿਣ ਨਹੀਂ ਕਰਦੇ, ਤੁਸੀਂ ਤਲਵਾਰ ਛੋਟਾ ਚੱਕ ਲੈਂਦੇ ਹੋ, ਤੁਸੀਂ ਕਿਰਪਾਨ ਚੱਕ ਲੈਂਦੇ ਹੋ, ਜਾਂ ਤੁਸੀਂ ਪਿਸਤੌਲ ਚੱਕ ਲੈਂਦੇ ਹੋ, ਤਾਂ ਫਿਰ ਕੀ ਕਰੋਗੇ? ਤੁਸੀਂ ਉੱਥੇ ਜਾ ਸਕਦੇ ਹੋ? ਉਹ ਕੀ ਕਹਿਣਗੇ? ਪਰਮੇਸ਼ਰ ਦਾਸ ਲੋਕ, ਇਹ ਪਰਮੇਸ਼ਰ ਇਹਨਾਂ ਨੇ ਕਿਹੜਾ ਹਿੱਸਾ ਪਾਇਆ ਇੱਥੇ? ਅਸੀਂ ਤਾਂ ਦੁੱਖ ਸਹਿਣ ਕੀਤਾਗਾ, ਅਸੀਂ ਤਾਂ ਨਿੰਦਿਆ ਸਹਿਣ ਕੀਤੀ ਹੈ, ਅਸੀਂ ਤਾਂ ਮਾਰ ਖਾਧੀ ਹੈ, ਅਸੀਂ ਤਾਂ ਬਦਨਾਮ ਕੀਤੇ ਗਏ, ਅਸੀਂ ਤਾਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਚੱਲੇ। ਲੇਕਿਨ ਇਹ ਤਾਂ ਧਰਤੀ ਉੱਪਰੋਂ ਰਾਜੇ ਬਣ ਕੇ ਬੈਠੇ ਸੀਗੇ, ਅੱਜ ਇੱਥੇ ਰਾਜੇ ਬਣਨ ਦੇ ਲਈ ਆ ਗਏ। ਇਹਨਾਂ ਦਾ ਕਿਹੜਾ ਹਿੱਸਾ ਗਾ? ਇਹਨਾਂ ਦਾ ਕੋਈ ਹਿੱਸਾ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਿਹਾਗਾ ਕਿ ਤੁਹਾਥੋਂ ਜੋ ਪਹਿਲਾਂ ਲੋਕ ਸੀਗੇ, ਨਬੀ ਸੀਗੇ, ਉਹਨਾਂ ਦੀ ਸਤਾਵਟ ਹੋਈ ਹੈ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਰਸੂਲਾਂ ਉਹਦਾ 5 ਅਧਿਆਏ, ਰਸੂਲਾਂ ਦੀ ਕਿਤਾਬ ਉਹਦਾ 5 ਅਧਿਆਏ, ਇੱਥੇ ਕੀ ਹੋਇਆ ਕਿ ਪਰਮੇਸ਼ਰ ਦਾਸ ਸੀਗਾ ਪਤਰਸ, ਉਹਦੇ ਨਾਲ ਸਾਥੀ ਸੀਗੇ। ਹੱਸਿਆ ਨਾ ਕਰੋ ਜੇ ਪਤਰਸ ਰਸੂਲਾਂ 5 ਆਉਂਦਾ ਹੈਗਾ, ਸਾਰੇ ਖੁਸ਼ ਹੋ ਜਾਣੇ ਵੀ ਅਨਨਿਆ ਸਫੀਰਾ ਆ ਗਈ। ਰਸੂਲਾਂ 5 ਦੇ ਵਿੱਚ ਪਰਮੇਸ਼ਰ ਦਾਸ ਸੀਗਾ ਪਤਰਸ, ਤੇ ਉਹਦੇ ਨਾਲ ਦੇ ਸੇਵਕ ਲੋਕ ਸਾਥੀ ਸੀਗੇ ਉਹਦੇ, ਜੋ ਰਸੂਲ ਸੀਗੇ। ਉਹ ਪਰਮੇਸ਼ਰ ਦੀ ਸੇਵਾ ਕਰ ਰਹੇ ਸੀਗੇ, ਪਰਮੇਸ਼ਰ ਦਾ ਵਚਨ ਦਿੰਦੇ ਸੀਗੇ, ਬਿਮਾਰਾਂ ਨੂੰ ਚੰਗੇ ਕਰਦੇ ਸੀਗੇ। ਲੇਕਿਨ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ, ਲੋਕਾਂ ਨੂੰ ਪਕੜ ਲਿਆ, ਜੇਲ੍ਹ ਦੇ ਵਿੱਚ ਪਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਉੱਪਰ ਜਿਵੇਂ ਮੁਕੱਦਮਾ ਦਰਜ ਕਰਦੇ ਨੇ, ਮੁਕੱਦਮਾ ਚੱਲਿਆ ਉਹਨਾਂ ਦੇ ਉੱਪਰ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਦੋਂ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਤਾਂ ਉਸ ਤੋਂ ਬਾਅਦ ਕੀ ਹੋਇਆ? ਮੇਰੇ ਨਾਲ ਪੜ੍ਹੋ, ਰਸੂਲਾਂ 5 ਅਧਿਆਏ ਉਹਦਾ 40 ਵਚਨ ਪੜ੍ਹੋ। ਉਹਨਾਂ ਨੇ ਉਹਦੀ ਮੰਨ ਲਈ, ਅਰ ਜਦ ਰਸੂਲਾਂ ਨੂੰ ਖੋਲ ਦਿੱਤਾ ਤਾਂ ਮਾਰ ਕੁੱਟ ਕੇ ਉਹਨਾਂ ਨੂੰ ਤਕੀਰ ਕੀਤੀ, ਜੋ ਯੀਸ਼ੂ ਦੇ ਨਾਮ ਦਾ ਚਰਚਾ ਨਾ ਕਰਨਾ, ਫਿਰ ਉਹਨਾਂ ਨੂੰ ਛੱਡ ਦਿੱਤਾ। ਦੇਖੋ ਪਤਰਸ ਨੂੰ ਤੇ ਉਹਦੇ ਨਾਲ ਜੋ ਸਾਥੀ ਸੀਗੇ ਰਸੂਲ, ਕੀ ਕਰਿਆ? ਉਹਨਾਂ ਨੂੰ ਫੜ ਲਿਆ, ਉਹਨਾਂ ਨੂੰ ਮਾਰਿਆ, ਕੁੱਟਿਆ। ਬਾਅਦ ਵਿੱਚ ਕੀ ਕਿਹਾ ਕਿ ਇਸ ਤੋਂ ਬਾਅਦ ਤੁਸੀਂ ਯਿਸੂ ਮਸੀਹ ਦਾ ਨਾਮ ਦੀ ਚਰਚਾ ਨਹੀਂ ਕਰਨੀ। ਹੁਣ ਦੇਖੋ, ਅਗਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਯਿਸੂ ਦਾ ਨਾਮ ਨਹੀਂ ਲੈਣਾ, ਠੀਕ ਹੈ ਨਾ, ਤੁਸੀਂ ਪ੍ਰਾਰਥਨਾ ਕਰੋ, ਤੁਸੀਂ ਆਰਾਧਨਾ ਕਰੋ, ਤੁਸੀਂ ਬੰਦਗੀ ਕਰੋ, ਅਗਰ ਯਿਸੂ ਦਾ ਨਾਮ ਵਿੱਚ ਨਹੀਂ ਹੈ ਤਾਂ ਉਹਦਾ ਫਾਇਦਾ ਕੀ ਹੈ? ਕੁਝ ਹੋਣ ਵਾਲਾ ਹੀ ਨਹੀਂ ਹੈ। ਇਹਨਾਂ ਨੇ ਇਹੀ ਗੱਲ ਕਹੀ, ਤੁਸੀਂ ਜੋ ਵੀ ਕਰਨਾ ਕਰੋ, ਲੇਕਿਨ ਯਿਸੂ ਦਾ ਨਾਮ ਨਹੀਂ ਤੁਸੀਂ ਵੀ ਲੈਣਾ। ਹੁਣ ਦੇਖੋ, ਦੁਸ਼ਟ ਆਤਮਾ ਕਿਹਦੇ ਨਾਮ 'ਚ ਜਾਂਦੀ ਹੈ? ਪ੍ਰਭੂ ਯਿਸੂ ਦੇ ਨਾਮ 'ਚ। ਬਿਮਾਰ ਕਿਹਦੇ ਨਾਮ 'ਚ ਚੰਗਾ ਹੁੰਦਾਗਾ? ਪ੍ਰਭੂ ਯਿਸੂ ਦੇ ਨਾਮ ਦੇ ਵਿੱਚ। ਆਪਣਾ ਲਹੂ ਕਿਹਨੇ ਬਹਾਇਆ? ਪ੍ਰਭੂ ਯਿਸੂ ਮਸੀਹ ਨੇ। ਮੁਕਤੀ ਕਿਹਦੇ ਦੁਆਰਾ ਮਿਲਦੀ ਹੈ? ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਰਾਹੀਂ। ਇੱਥੇ ਕੀ ਬੋਲੇ ਇਹਨਾਂ ਨੇ ਕਿ ਦੇਖੋ ਤੁਸੀਂ ਯਿਸੂ ਦਾ ਨਾਮ ਨਹੀਂ ਲੈਣਾ, ਬਾਕੀ ਜੋ ਮਰਜ਼ੀ ਕਰੋ। ਔਰ ਨਾਲ ਕੀ ਕਰਿਆ? ਨਾਲੇ ਇਹਨਾਂ ਦੀ ਪਿਟਾਈ ਕੀਤੀ, ਨਾਲ ਕੀ ਕੀਤਾ? ਇਹਨਾਂ ਨੂੰ ਮਾਰਿਆ, ਕੁੱਟਿਆ। ਫਿਰ ਪੜ੍ਹੋ 41 ਵਚਨ। ਸੋ ਉਹ ਇਸ ਗੱਲ ਤੋਂ ਆਨੰਦ ਕਰਦੇ ਹੋਏ, ਦੇਖੋ ਉਹਨਾਂ ਨੇ ਕੀ ਕੀਤਾ? ਆਨੰਦ ਕੀਤਾ। ਕਿਹੜੀ ਗੱਲ ਤੋਂ? ਲੈ ਮੌਜ ਲੱਗੀ, ਹੁਣ ਤਾਂ ਯਿਸੂ ਮਸੀਹ ਦਾ ਨਾਮ ਨਹੀਂ ਲੈਣਾ। ਇਹਦੇ ਵਿੱਚ ਆਨੰਦ ਨਹੀਂ ਕੀਤਾ ਉਹਨਾਂ ਲੋਕਾਂ ਨੇ। ਉਹਨਾਂ ਨੇ ਕੀ ਕੀਤਾ? ਆਨੰਦ ਕੀਤਾ। ਕਿਹੜੀ ਗੱਲ ਦੇ ਵਿੱਚ? ਜੋ ਅਸੀਂ ਉਸ ਦੇ ਨਾਮ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ, ਮਹਾ ਸਭਾ ਦੇ ਸਾਹਮਣੇ ਚਲੇ ਗਏ। ਦੇਖੋ ਯਿਸੂ ਮਸੀਹ ਦੇ ਨਾਮ ਦੇ ਕਰਕੇ ਕੀ ਹੋ ਗਏ? ਬੇਪਤ ਹੋ ਗਏ, ਬੇਇੱਜ਼ਤ ਹੋ ਗਏ, ਬਦਨਾਮ ਕੀਤੇ ਗਏ ਯਿਸੂ ਮਸੀਹ ਦੇ ਨਾਮ ਦੇ ਕਰਕੇ। ਨਾਲੇ ਮਾਰ ਖਾਧੀ, ਨਾਲੇ ਲੋਕਾਂ ਦੇ ਵਿੱਚ ਕੀ ਹੋਇਆ? ਉਹਨਾਂ ਦੇ ਜਦੋਂ ਮਾਰ ਪਈ ਤਾਂ ਕਿੰਨੇ ਲੋਕ ਦੇਖਦੇ ਹੋਣਗੇ, ਲੇਕਿਨ ਇਹ ਲੋਕ ਕੀ ਕਰ ਰਹੇ ਨੇ? ਇਹ ਲੋਕ ਆਨੰਦ ਕਰ ਰਹੇ ਨੇ। ਹਾਲੇਲੂਇਆ, ਹਾਲੇਲੂਇਆ। ਔਰ ਕੀ ਕਹਿੰਦੇ ਨੇ ਕਿ ਸ਼ੁਕਰ ਹੈ ਪ੍ਰਭੂ ਤੇਰਾ, ਧੰਨਵਾਦ ਪ੍ਰਭੂ ਤੇਰੇ ਨਾਮ ਦੀ ਮਹਿਮਾ। ਕਿਹੜੀ ਗੱਲ ਦਾ? ਕਿ ਅਸੀਂ ਤੇਰੇ ਨਾਮ ਦੇ ਕਰਕੇ ਬੇਪਤ ਕੀਤੇ ਗਏ, ਅਸੀਂ ਤੁਹਾਡੇ ਨਾਮ ਦੇ ਕਰਕੇ ਕੀ ਹੋ ਗਏ? ਜਲੀਲ ਕੀਤੇ ਗਏ। ਦੇਖੋ ਆਨੰਦ ਕਰ ਰਹੇ ਨੇ। ਫਿਰ ਕੀ ਹੋਇਆ? ਉੱਥੋਂ ਚਲੇ ਗਏ। ਫਿਰ ਅੱਗੇ ਅਤੇ ਉਹ ਰੋਜ਼ ਵਿੱਚ ਤੇ ਘਰੇ ਉਪਦੇਸ਼ ਕਰਨ, ਅੱਜ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਉਹੀ ਮਸੀਹ ਹੈ। ਦੇਖੋ ਇਹਨਾਂ ਨੇ ਪ੍ਰਚਾਰ ਬੰਦ ਨਹੀਂ ਕੀਤਾ। ਉਹ ਕੀ ਕਰਦੇ ਸੀਗੇ? ਰੋਜ਼ ਹੈਕਲ ਵਿੱਚ ਜਾਂਦੇ ਸੀਗੇ, ਘਰੀ ਜਾਂਦੇ ਸੀ, ਲੋਕਾਂ ਦੇ ਪ੍ਰਚਾਰ ਕਰਦੇ ਸੀਗੇ ਕਿ ਯਿਸੂ ਮਸੀਹ ਉਹੀ ਮਸੀਹੀ ਹੈ। ਦੇਖੋ ਮਾਰ ਵੀ ਖਾਧੀ, ਬਦਨਾਮ ਵੀ ਹੋ ਗਏ, ਬੇਇੱਜ਼ਤ ਵੀ ਹੋ ਗਏ, ਲੋਕਾਂ ਨੇ ਗੱਲਾਂ ਵੀ ਲਾਤੀਆਂ ਉਹਨਾਂ ਦੇ ਉੱਪਰ, ਹਰ ਗੱਲ ਉੱਪਰ ਲਗਾਈ। ਲੇਕਿਨ ਫਿਰ ਕੀ ਕਰ ਰਹੇ ਨੇ? ਆਨੰਦ ਕਰ ਰਹੇ ਨੇ। ਕੀ ਕਰ ਰਹੇ ਨੇ? ਖੁਸ਼ ਹੋ ਰਹੇ ਨੇ। ਹੁਣ ਦੇਖੋ ਇਹੋ ਜਿਹੇ ਲੋਕ ਨੇ ਸਵਰਗ ਦੇ ਵਿੱਚ, ਤੇ ਇੱਥੇ ਅਸੀਂ ਬਣਾ ਲੈਂਦੇ ਗਰੁੱਪ,
ਇੱਥੇ ਅਸੀਂ ਕਰਦੇ ਨੇ ਪਾਰਟੀਬਾਜ਼ੀ ਇਕੱਠੀ ਕਰੋ, ਹਾਂ ਵੀ ਕਿੱਥੇ ਦੰਗਾ ਹੋ ਗਿਆ, ਫਲਾਣੀ ਜਗ੍ਹਾ ਦੰਗਾ ਹੋ ਗਿਆ, ਲੈ ਵੀ ਸਟ੍ਰਾਈਕ ਕਰ ਦੋ ਸਾਰੇ ਪਾਸੇ, ਆ ਜਾਓ ਰੋਡ ਦੇ ਉੱਪਰ, ਆ ਜਾਓ, ਇਹ ਕੰਮ ਕਰ ਲਓ, ਆ ਜਾਓ ਉਹ ਕੰਮ ਕਰ ਲਓ। ਹੁਣ ਅਸੀਂ ਦਿਖਾ ਦਾਂਗੇ ਸਰਕਾਰ ਨੂੰ, ਅਸੀਂ ਦਿਖਾ ਦਾਂਗੇ ਦੂਜੇ ਲੋਕਾਂ ਨੂੰ। ਇਹ ਗੱਲਾਂ ਕਰਦੇ ਨੇ ਲੋਕ। ਇੱਥੇ ਆਨੰਦ ਵਾਲੀ ਗੱਲ ਕੋਈ ਨਹੀਂ, ਤੁਸੀਂ ਇੱਕ ਮਾਰਿਆਗਾ ਅਸੀਂ 4 ਮਾਰਾਂਗੇ, ਇਦਾਂ ਕਰਦੇ ਨੇ। ਇੱਥੇ ਆਨੰਦ ਵਾਲੀ ਗੱਲ ਕਿਹੜੀ ਹੈ? ਅਗਰ ਐਸਾ ਕੁਝ ਹੋਣਾ ਹੀ ਨਹੀਂ ਹੈ ਤਾਂ ਕਿਹੜਾ ਹਿੱਸਾ ਭਾਲਦੇ ਹੋ ਤੁਸੀਂ? ਕਿਹੜੇ ਸਵਾਗਤ ਦੀਆਂ ਗੱਲਾਂ ਕਰਦੇ ਹੋ ਤੁਸੀਂ? ਜਦ ਇਹ ਪ੍ਰਭੂ ਯਿਸੂ ਮਸੀਹ ਨੇ ਸਾਫ਼ ਕਿਹਾ ਕਿ ਮੇਰੇ ਨਾਮ ਦੇ ਕਰਕੇ ਇਦਾਂ ਹੋਣ ਵਾਲਾਗਾ, ਔਰ ਇਹ ਗੱਲ ਤੁਹਾਡੇ ਨਾਲ ਨਹੀਂ ਹੋਣ ਵਾਲਾ, ਇਹਦੇ ਤੋਂ ਪਹਿਲਾਂ ਜੋ ਲੋਕ ਆਏ ਸੀਗੇ ਉਹਨਾਂ ਨਾਲ ਹੋ ਚੁੱਕਿਆਗਾ। ਹੁਣ ਉਹ ਲੋਕ ਕੀ ਨੇ? ਉਹ ਤਾਂ ਜਾਣਗੇ ਸਵਰਗ ਦੇ ਵਿੱਚ। ਕਿਉਂ? ਉਹਨਾਂ ਨੇ ਧਨ ਇਕੱਠਾ ਕੀਤਾ ਹੋਇਆਗਾ। ਉਹਨਾਂ ਨੇ ਕੀ ਹੈ? ਉਹਨਾਂ ਦਾ ਧਨ ਉੱਥੇ ਕਾਹਦੇ ਲਈ? ਉਹਨਾਂ ਨੇ ਨਿੰਦਿਆ ਸਹਿਣ ਕੀਤੀ, ਉਹਨਾਂ ਨੇ ਮਾਰ ਖਾਧੀ, ਉਹ ਜਲੀਲ ਕੀਤੇ ਗਏ, ਉਹ ਬੇਪਤ ਕੀਤੇ ਗਏ, ਉਹ ਬੇਇੱਜ਼ਤ ਹੋ ਗਏ। ਅਜਿਹੇ ਲੋਕ ਸਵਰਗ ਵਿੱਚ ਹੋਣਗੇ। ਇਹ ਉਹਨਾਂ ਦਾ ਹਿੱਸਾ ਹੈਗਾ, ਇਹ ਉਹਨਾਂ ਦਾ ਯੋਗਦਾਨ ਹੈ। ਤੇ ਆਪਣੇ ਵਾਲਿਆਂ ਦਾ ਯੋਗਦਾਨ, ਆਪਣੇ ਵਾਲਿਆਂ ਦਾ ਯੋਗਦਾਨ ਉਹ ਦਿਖਾਈ ਨਹੀਂ ਦਿੰਦਾ। ਉਹ ਤਾਂ ਕਲੀਸਿਆ ਵਿੱਚ ਆਪਣੇ ਲੋਕਾਂ ਨਾਲ ਹੀ ਦਿਖਾਈ ਨਹੀਂ ਦਿੰਦਾ ਪਿਆ, ਵਿਸ਼ਵਾਸੀ ਦਾ ਵਿਸ਼ਵਾਸੀ ਨਾਲ ਨਹੀਂ ਦਿਖਾਈ ਦੇ ਰਿਹਾ, ਸੇਵਕ ਦਾ ਵਿਸ਼ਵਾਸੀ ਨਾਲ, ਵਿਸ਼ਵਾਸੀ ਦਾ ਸੇਵਕ ਨਾਲ ਨਹੀਂ ਦਿਖਾਈ ਦੇ ਰਿਹਾ। ਯੋਗਦਾਨ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਯੋਗਦਾਨ ਦੇ ਵਿੱਚ ਤਾਂ ਤੁਸੀਂ ਆਣਾ ਹੈਗਾ। ਹਾਲੇ ਤਾਂ ਬਹੁਤ ਸਾਰੇ ਬਰਕਤਾਂ ਇਕੱਠੀਆਂ ਕਰੀਆਂ ਹੋਈਆਂ ਨੇ ਤੁਸੀਂ ਨੇ, ਹਾਲੇ ਤਾਂ ਬਹੁਤ ਸਾਰੇ ਤੁਸੀਂ ਆਸੀਸ ਇਕੱਠੀ ਕਰੀ ਹੋਈ ਹੈ। ਅਗਰ ਪਰਮੇਸ਼ਵਰ ਅੱਜ ਤੁਹਾਨੂੰ ਕਹਿ ਦੇਵੇ ਕਿ ਛੱਡ ਸਭ ਕੁਝ, ਮੇਰੇ ਪਿੱਛੇ ਆ ਜਾ, ਤੇ ਕਿਹੜਾ ਐਸਾ ਇਨਸਾਨ ਹੈ ਕਿਹਦੇ ਵਿੱਚ ਇੰਨੀ ਹਿੰਮਤ ਹੈ ਕਿ ਪਰਮੇਸ਼ਵਰ ਤੁਸੀਂ ਦਿੱਤਾ ਲੈ ਤੁਹਾਡੇ ਲਈ ਮੈਂ ਕੁਰਬਾਨ ਕਰ ਦਾਂਗਾ, ਦੇ ਦੇਣਾ ਤੁਹਾਨੂੰ ਮੈਂ। ਜਦ ਇਹੀ ਚੀਜ਼ਾਂ ਨਹੀਂ ਛੱਡ ਸਕਦੇ, ਇਹਨਾਂ ਚੀਜ਼ਾਂ ਵਿੱਚੋਂ ਬਾਹਰ ਨਹੀਂ ਆ ਸਕਦੇ, ਪਰਮੇਸ਼ਵਰ ਦੀ ਦਿੱਤੀ ਹੋਈ ਆਸ ਨੂੰ ਤੁਸੀਂ ਨਹੀਂ ਛੱਡ ਸਕਦੇ, ਤਾਂ ਫਿਰ ਇਹ ਜਿਹੜਾ ਯੋਗਦਾਨ ਤੁਹਾਨੂੰ ਦੇਣਾ ਪੈਣਾਗਾ ਸਵਰਗ ਵਿੱਚ ਜਾਣ ਦੇ ਲਈ, ਉਹ ਤਾਂ ਬਹੁਤ ਦੂਰ ਦੀ ਗੱਲ ਹੈ। ਅਬਰਾਹਮ ਨੂੰ ਪਰਮੇਸ਼ਵਰ ਨੇ ਇੱਕ ਬੇਟਾ ਦਿੱਤਾ ਸੀਗਾ, ਇਸਹਾਕ, ਤਾਂ ਪਰਮੇਸ਼ਵਰ ਨੇ ਕਿਹਾ ਅਬਰਾਹਮ ਇਸਹਾਕ ਦੀ ਬਲੀ ਕਰ ਦੇ। ਤਾਂ ਅਬਰਾਹਮ ਨੇ ਕੋਈ ਸਵਾਲ ਕੀਤਾ? ਪਰਮੇਸ਼ਵਰ ਤੇਰਾ ਹੀ ਹੈ, ਤੈਂ ਹੀ ਦਿੱਤਾਗਾ, ਮੈਂ ਤੇਰੇ ਨਾਮ ਦੇ ਲਈ ਕੁਰਬਾਨ ਕਰ ਦਿੰਦਾਗਾ। ਤਾਂ ਅੱਜ ਪਰਮੇਸ਼ਵਰ ਨੇ ਕਿੰਨਾ ਕੁਛ ਦਿੱਤਾਗਾ ਤੁਹਾਨੂੰ, ਤੁਹਾਨੂੰ ਮੋਟਰਸਾਈਕਲ ਦੇ ਦੇ, ਤੁਹਾਨੂੰ ਘਰ ਦੇ ਦੇ, ਗੱਡੀਆਂ ਦੇ ਦਿੱਤੀਆਂ, ਚੰਗੇ ਬੈਂਕ ਬੈਲੈਂਸ ਦੇ ਦੇ। ਅਗਰ ਪਰਮੇਸ਼ਵਰ ਅੱਜ ਕਹਿ ਦੇਵੇ ਅੱਜ ਖਰਚ ਕਰ ਮੇਰੇ ਨਾਮ ਦੇ ਲਈ, ਤਾਂ ਕਿਹੜਾ ਇਨਸਾਨ ਖਰਚ ਕਰਨਾ ਚਾਹੁੰਦਾਗਾ? ਤੁਹਾਡੇ ਜੀਵਨ ਦੇ ਵਿੱਚੋਂ ਬਿਮਾਰੀਆਂ ਦੂਰ ਕਰਤੀਆਂ ਪਰਮੇਸ਼ਵਰ ਨੇ, ਤੁਹਾਡੇ ਦੁਸ਼ਟ ਆਤਮਾਵਾਂ ਕੱਢਦੇ ਪਰਮੇਸ਼ਵਰ ਨੇ। ਅਗਰ ਪਰਮੇਸ਼ਵਰ ਅੱਜ ਤੁਹਾਨੂੰ ਕਹਿ ਦੇਵੇ ਚੱਲ ਇੱਕ ਦਿਨ ਪੂਰਾ ਆਰਾਮ ਮੇਰੇ ਨਾਮ ਲਗਾ ਦੇ, ਪੂਰਾ ਦਿਨ ਚੱਲ, ਅੱਜ ਇੱਕ ਪੂਰਾ ਦਿਨ ਤੂੰ ਕੁਛ ਵੀ ਨਾ ਖਾ, ਭੁੱਖਾ ਪਿਆਸਾ ਬੈਠ ਮੇਰੇ ਨਾਲ, ਕਿਹੜਾ ਇਨਸਾਨ ਹੈ? ਕੋਈ ਵੀ ਨਹੀਂ। ਜਦੋਂ ਪਰਮੇਸ਼ਵਰ ਨੇ ਤੁਹਾਡੇ ਜੀਵਨ ਦੇ ਵਿੱਚ ਇੰਨਾ ਕੁਝ ਕੀਤਾਗਾ, ਤੁਹਾਨੂੰ ਚੰਗਾਈ ਦਿੱਤੀ ਹੈ, ਆਸ਼ੀਸ਼ ਦਿੱਤੀ ਹੈ, ਛੁਟਕਾਰਾ ਦਿੱਤਾਗਾ, ਤਾਂ ਤੁਸੀਂ ਪਰਮੇਸ਼ਵਰ ਦੇ ਲਈ ਇੱਕ ਦਿਨ ਨਹੀਂ ਕੱਢ ਸਕਦੇ, 2 ਘੰਟੇ 24 ਮਿੰਟ ਨਹੀਂ ਕੱਢ ਸਕਦੇ। ਇੱਥੇ ਬੰਦਗੀ ਵਿੱਚ ਥੋੜਾ ਪ੍ਰਚਾਰ ਲੰਬਾ ਚਲਾ ਜਾਏ ਤਾਂ ਫਿਰ ਬਾਅਦ ਦੇ ਵਿੱਚ ਗੱਲਾਂ ਕਰਦੇ ਹੋ, ਅੱਜ ਤਾਂ ਮੇਰਾ ਕੰਮ ਰਹਿ ਗਿਆ, ਅੱਜ ਇਹ ਹੋ ਗਿਆ, ਅੱਜ ਉਹ ਹੋ ਗਿਆ। ਤੇ ਸਵਰਗ ਦੇ ਵਿੱਚ ਤਾਂ 24 ਘੰਟੇ ਪਰਮੇਸ਼ਵਰ ਦੇ ਨਾਲ ਰਹਿਣਾ ਹੈਗਾ। ਉੱਥੇ ਕਿਵੇਂ ਰਹਿ ਸਕਦੇ ਹੋ? ਉੱਥੇ ਕਿਵੇਂ ਐਡਜਸਟ ਹੋ ਸਕਦੇ ਹੋ? ਦੇਖੋ ਇਹ ਸਾਰਾ ਕੀ ਹੈ? ਇਹ ਤੁਹਾਡਾ ਯੋਗਦਾਨ ਹੈ ਜੋ ਇੱਥੋਂ ਸ਼ੁਰੂ ਕਰਨਾ ਪੈਣਾ ਤੁਹਾਨੂੰ। ਪਤਰਸ ਔਰ ਉਹਦੇ ਸਾਥੀ ਲੋਕਾਂ ਜਦੋਂ ਮਾਰ ਪਈ ਤਾਂ ਕੀ ਕਿਹਾ? ਪ੍ਰਭੂ ਸ਼ੁਕਰ ਹੈ ਤੇਰਾ ਕਿ ਤੇਰੇ ਨਾਮ ਦੇ ਕਰਕੇ ਅਸੀਂ ਕੀ ਹੋ ਗਏ? ਬੇਪਤ ਹੋ ਗਏ। ਤੇਰੇ ਨਾਮ ਦੇ ਕਰਕੇ ਅਸੀਂ ਕੀ ਹੋ ਗਏ? ਅਸੀਂ ਜਲੀਲ ਕੀਤੇ ਗਏ। ਦੇਖੋ ਅਜਿਹੇ ਲੋਕ ਨੇ ਜਿਨ੍ਹਾਂ ਦਾ ਹਿੱਸਾ ਸਵਰਗ ਦੇ ਵਿੱਚ ਹੈ। ਹਾਲੇਲੂਇਆ। ਅਜਿਹੇ ਲੋਕਾਂ ਦਾ ਹਿੱਸਾ ਸਵਰਗ ਦੇ ਵਿੱਚ ਹੈ। ਤੇ ਤੁਸੀਂ ਆਪਣੇ ਆਪ ਨੂੰ ਨਾਲ ਦੇ ਨਾਲ ਦੇਖੋ ਨਾ ਕਿ ਮੇਰਾ ਹਿੱਸਾ ਹੈ ਜਾਂ ਨਹੀਂ ਹੈ, ਮੇਰਾ ਯੋਗਦਾਨ ਹੈ ਜਾਂ ਨਹੀਂ ਹੈ। ਸਾਡੇ ਵਿੱਚ ਸਭ ਤੋਂ ਪਹਿਲਾਂ ਜੋ ਬਾਈਬਲ ਵਿੱਚ ਲਿਖਿਆ ਗਾ, ਪਰਮੇਸ਼ਰ ਦਾ ਦਾਸ ਸਾਬਾ ਭਾਈ ਇਸਤੀਫਾਨ ਕੀ ਹੋ ਗਿਆ ਸੀਗਾ? ਸਭ ਤੋਂ ਪਹਿਲਾਂ ਸ਼ਹੀਦ ਉਹੀ ਹੋਇਆਗਾ। ਉਹ ਇਸ ਤਰ੍ਹਾਂ ਸ਼ਹੀਦ ਨਹੀਂ ਹੋਇਆ ਸੀਗਾ, ਉਸਨੇ ਬਹੁਤ ਸਾਰੇ ਚਿੰਨ੍ਹ ਚਮਤਕਾਰ ਕੀਤੇ ਸੀਗੇ। ਉਹਦੇ ਅੰਦਰ ਪਰਮੇਸ਼ਰ ਦਾ ਆਤਮਾ ਕੰਮ ਕਰਦਾ ਸੀਗਾ, ਗਿਆਨ ਨਾਲ ਭਰਪੂਰ ਸੀਗਾ, ਪ੍ਰਚਾਰ ਕਰਦਾ ਸੀਗਾ, ਚਮਤਕਾਰ ਕਰਦਾ ਸੀਗਾ, ਲੋਕਾਂ ਦੇ ਸਾਹਮਣੇ ਖੜਾ ਹੋ ਗਿਆ। ਉਸਨੇ ਅਬਰਾਹਮ ਤੋਂ ਲੈ ਕੇ ਮੂਸਾ ਤੱਕ ਔਰ ਯਿਸੂ ਮਸੀਹ ਤੱਕ ਉਸਨੇ ਸਾਰੀਆਂ ਗੱਲਾਂ ਬੋਲ ਕੇ ਦੱਸਤੀਆਂ ਉਹਨੂੰ। ਉਸ ਤੋਂ ਬਾਅਦ ਲੋਕਾਂ ਨੇ ਕੀ ਕੀਤਾ? ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਰਸੂਲਾਂ ਦੇ ਕਿਤਾਬ ਉਹਦਾ 7 ਅਧਿਆਇ ਉਹਦਾ 51 ਵਚਨ ਪੜ੍ਹੋ। ਇਹ ਹਟੀਏ ਤੇ ਮਨ ਇਹ ਹਟੀਏ ਤੇ ਮਨ ਅਰ ਕੰਨ ਦੇ ਬੇਸੁਣਦੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ ਤੇ ਆ ਤੁਸੀਂ ਵੀ ਕਰਦੇ ਹੋ। ਦੇਖੋ ਇਹ ਲੋਕਾਂ ਨੂੰ ਬੋਲ ਰਿਹਾ ਹੈਗਾ
ਕਿ ਤੁਹਾਡੇ ਬਾਪ ਦਾਦੇ ਕੰਮ ਕਰਦੇ ਆਏ ਨੇ, ਹੁਣ ਤੁਸੀਂ ਵੀ ਐਸੇ ਕੰਮ ਕਰ ਰਹੇ ਹੋ। ਫਿਰ ਅੱਗੇ ਨਬੀਆਂ ਵਿੱਚੋਂ ਕਿਹਨੂੰ ਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਦੇਖੋ ਕਿਹੜੇ ਐਸੇ ਨਬੀ ਲੋਕ ਸੀਗੇ, ਕਿਹੜੇ ਐਸੇ ਪਰਮੇਸ਼ਰ ਦੇ ਦਾਸ ਲੋਕ ਸੀਗੇ ਕਿ ਜਿਨ੍ਹਾਂ ਦੀ ਸਤਾਵਟ ਨਹੀਂ ਹੋਈ, ਜਿਨ੍ਹਾਂ ਨੂੰ ਮਾਰਿਆ ਨਹੀਂ ਗਿਆ, ਜਿਨ੍ਹਾਂ ਨੂੰ ਜਲੀਲ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ। ਇਹਦਾ ਮਤਲਬ ਕਿ ਇਸਤੀਫਾਨ ਤੋਂ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਸੀਗੀਆਂ। ਨਬੀ ਲੋਕ, ਪਰਮੇਸ਼ਰ ਦੇ ਦਾਸ ਲੋਕ, ਉਹਨਾਂ ਨੂੰ ਸਤਾਇਆ ਗਿਆ, ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ। ਫਿਰ ਜਦੋਂ ਉਹਨਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ, ਜੇ ਤੇ ਹੁਣ ਤੁਸੀਂ ਫੜਵਾਉਣ ਵਾਲਿਆਂ ਦੇ ਖੂਨੀ ਹੋਏ। ਦੇਖੋ ਜਿਹੜੇ ਇਹਨਾਂ ਲੋਕਾਂ ਨੇ ਧਰਮੀ ਦੇ ਬਾਰੇ ਮਤਲਬ ਪਰਮੇਸ਼ਵਰ ਬਾਰੇ ਦੱਸਿਆਗਾ, ਉਹਨਾਂ ਲੋਕਾਂ ਨੂੰ ਉਹਨਾਂ ਨੇ ਮਾਰ ਦਿੱਤਾਗਾ। ਅਗਰ ਅੱਜ ਤੁਸੀਂ ਪਰਮੇਸ਼ਵਰ ਬਾਰੇ ਕੁਝ ਦੱਸੋਗੇ ਲੋਕਾਂ ਨੂੰ ਤਾਂ ਲੋਕੀ ਤੁਹਾਡੇ ਵਿਰੋਧੀ ਬਣਨਗੇ। ਅਗਰ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਦੇ ਨਾਮ ਵੀ ਲਈਏ ਔਰ ਲੋਕੀ ਸਾਡਾ ਵਿਰੋਧ ਨਾ ਕਰਨ, ਤਾਂ ਇਹ ਹੋਣ ਵਾਲਾ ਨਹੀਂ ਹੈ। ਕੋਈ ਵੀ ਇਨਸਾਨ ਚਾਹੇ ਕੋਈ ਬੜਾ ਪਾਸਟਰ ਹੈ, ਚਾਹੇ ਕੋਈ ਛੋਟਾ ਵਿਸ਼ਵਾਸੀ ਹੈ, ਚਾਹੇ ਜਿੰਨਾ ਮਰਜ਼ੀ ਕੋਈ ਪੁਰਾਣਾਗਾ, ਅਗਰ ਤੁਸੀਂ ਯਿਸੂ ਮਸੀਹ ਦਾ ਨਾਮ ਲਵੋਗੇ ਤਾਂ ਤੁਹਾਡਾ ਵਿਰੋਧ ਹੋਵੇਗਾ ਹੀ ਹੋਵੇਗਾ। ਤੁਸੀਂ ਮਾਰੇ ਜਾਓਗੇ, ਤੁਹਾਡਾ ਸਤਾਅ ਹੋਵੇਗਾ। ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਸਤਾਅ ਨਾ ਹੋਵੇ, ਅਗਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕੋਈ ਪਰੇਸ਼ਾਨ ਨਾ ਕਰੇ, ਅਗਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕੋਈ ਮਾਰੇ ਨਾ, ਤਾਂ ਮਸੀਹ ਦਾ ਪ੍ਰਚਾਰ ਕਰਨਾ ਬੰਦ ਕਰੋ, ਮਸੀਹ ਦੇ ਉੱਪਰ ਵਿਸ਼ਵਾਸ ਕਰਨਾ ਬੰਦ ਕਰੋ। ਇਹ ਹੋਵੇਗਾ ਤੁਹਾਡੇ ਲਈ। ਬਾਈਬਲ ਦੇ ਵਿੱਚ ਲਿਖਿਆਗਾ ਹਰ ਇੱਕ ਇਨਸਾਨ ਦੇ ਲਈ ਹੋਵੇਗਾ ਜੋ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦਾਗਾ। ਤਾਂ ਜਦੋਂ ਇਹ ਸਾਰੀਆਂ ਗੱਲਾਂ ਇਸਤੀਫਾਨ ਬੋਲ ਰਿਹਾਗਾ ਤਾਂ ਉਹ ਲੋਕਾਂ ਨੂੰ ਬਹੁਤ ਗੁੱਸਾ ਆ ਗਿਆ, ਉਹ ਲੋਕਾਂ ਨੇ ਬਹੁਤ ਕ੍ਰੋਧ ਕੀਤਾ। ਔਰ ਪੜੋ ਅੱਗੇ 54 ਵਚਨ। ਇਹ ਗੱਲਾਂ ਸੁਣਦੇ ਹੀ ਉਹ ਮਨ ਵਿੱਚ ਸੜ ਗਏ ਅਤੇ ਉਸ ਉੱਤੇ ਦੰਦ ਪੀਹਣ ਲੱਗੇ। ਦੇਖੋ ਦੰਦ ਪੀਣ ਲੱਗ ਪਏ, ਸੜ ਗਏ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ਵਰ ਦੇ ਬਾਰੇ ਦੱਸਿਆਗਾ ਇਸਤੀਫਾਨ ਨੇ। ਫਿਰ ਪੜੋ 57 ਤੇ 58 ਵਚਨ। ਪਰ ਉਹਨਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇੱਕ ਮਨ ਹੋ ਕੇ ਉਹਦੇ ਉੱਤੇ ਟੁੱਟ ਪਏ ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹਨੂੰ ਪਥਰਾ ਕੀਤਾ। ਪਰ ਗਵਾਹ ਨੇ ਆਪਣੇ ਬਸਤਰ ਸੌਲਤ ਨਾਮੀ ਇੱਕ ਜਵਾਨ ਦੇ ਪੈਰਾਂ ਕੋਲ ਲਾ ਕੇ ਰੱਖ ਦਿੱਤੇ। ਦੇਖੋ ਸਾਰੇ ਜਾਣਦੇ ਇਸਤੀਫਾਨ ਬਾਰੇ ਕਿ ਲੋਕਾਂ ਨੇ ਉਸਨੂੰ ਫੜ ਲਿਆ, ਪੱਥਰ ਮਾਰ ਕੇ ਉਸਨੂੰ ਮਾਰ ਦਿੱਤਾ। ਔਰ ਮਰਨ ਲੱਗੇ ਆਪਣਾ ਇਸਤੀਫਾਨ ਕੀ ਕਹਿੰਦਾਗਾ ਕਿ हे ਪਿਤਾ, हे ਪਰਮੇਸ਼ਵਰ, ਇਹਨਾਂ ਦਾ ਦੋਸ਼ ਇਹਨਾਂ ਦੇ ਉੱਪਰ ਨਾ ਲਗਾ, ਇਹਨਾਂ ਨੂੰ ਮਾਫ ਕਰ ਦੇ। ਤਾਂ ਦੇਖੋ ਜੋ ਇਸਤੀਫਾਨ ਸੀਗਾ ਉਹ ਉੱਥੇ ਸ਼ਹੀਦ ਹੋ ਗਿਆ। ਇਹ ਉਹਦਾ ਹਿੱਸਾ ਹੈ ਸਵਰਗ ਦੇ ਵਿੱਚ। ਅਗਰ ਸਵਰਗ ਇੰਨਾ ਅਨਮੋਲ ਹੈ ਨਾ, ਸਵਰਗ ਇੰਨਾ ਖੂਬਸੂਰਤ ਬਣਾਇਆ ਪਰਮੇਸ਼ਵਰ ਨੇ ਕਿ ਉਹਦੇ ਲਈ ਕਿਸੇ ਵੀ ਸੇਵਕ ਦੇ ਕੋਲ, ਕਿਸੇ ਵੀ ਧਰਤੀ ਦਾ ਇਨਸਾਨ ਹੈ ਜੋ ਉਹਦੇ ਕੋਲ ਕੋਈ ਸ਼ਬਦ ਨਹੀਂ ਹੈ। ਅਗਰ ਐਸਾ ਸਵਰਗ ਪਰਮੇਸ਼ਵਰ ਨੇ ਬਣਾਇਆਗਾ ਤਾਂ ਉਹਦੇ ਲਈ ਕੀਮਤ ਚੁਕਾਈ ਇਸਤੀਫਾਨ ਨੇ। ਉਹਦੇ ਵਿੱਚ ਹਿੱਸਾ ਪਾਉਣ ਦੇ ਲਈ ਆਪਣੀ ਜਾਨ ਤੱਕ ਦੇ ਦਿੱਤੀ ਇਸਤੀਫਾਨ ਨੇ। ਔਰ ਇਕੱਲਾ ਇਸਤੀਫਾਨ ਨੇ ਨਹੀਂ, ਉਸ ਤੋਂ ਪਹਿਲਾਂ ਜਿੰਨੇ ਵੀ ਪਰਮੇਸ਼ਵਰ ਦੇ ਨਬੀ ਲੋਕ ਸੀਗੇ ਸਭ ਦੇ ਨਾਲ ਇਸ ਤਰ੍ਹਾਂ ਹੋਇਆਗਾ। ਇਸਤੀਫਾਨ ਤੋਂ ਬਾਅਦ ਵੀ ਦੇਖ ਲਓ ਲੋਕਾਂ ਦੇ ਨਾਲ ਹੋਇਆਗਾ ਇਦਾਂ। ਜੋ 12 ਰਸੂਲ ਸੀਗੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੋਇਆਗਾ। ਪਤਰਸ ਦੇਖੋ ਇਸ ਤਰ੍ਹਾਂ ਸੁਣਦੇ ਆ ਕਿ ਪਤਰਸ ਨੇ ਕੀ ਕਿਹਾ ਸੀਗਾ ਕਿ ਤੁਸੀਂ ਮੇਰੇ ਗੁਰੂ ਨੂੰ ਤਾਂ ਸਿੱਧਾ ਲਟਕਾਇਆਗਾ ਕਰੂਸ ਦੇ ਉੱਪਰ, ਲੇਕਿਨ ਮੈਨੂੰ ਉਲਟਾ ਲਟਕਾਓ, ਮੈਨੂੰ ਉਲਟਾ ਕਰਕੇ ਲਟਕਾਓ। ਦੇਖੋ ਅਗਰ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹੋ ਤਾਂ ਦੁੱਖ ਹੈ, ਅਗਰ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹੋ ਤਾਂ ਕਸ਼ਟ ਹੈ, ਅਗਰ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਸਵਰਗ ਵਿੱਚ ਜਾਣ ਦੇ ਲਈ ਉੱਥੇ ਯੋਗਦਾਨ ਪਾਉਣਾ ਹੀ ਪਏਗਾ, ਹਿੱਸਾ ਪਾਉਣਾ ਪਏਗਾ। ਤੁਸੀਂ 200 500 ਦੇ ਕੇ 1000 5000 ਦੇ ਕੇ ਹਿੱਸਾ ਨਹੀਂ ਪਾ ਸਕਦੇ। ਉੱਥੇ ਅਗਰ ਜਾਣਾਗਾ ਤੁਹਾਨੂੰ ਆਪਣੀ ਜਾਨ ਦੀ ਬਾਜੀ ਲਗਾਉਣੀ ਪਏਗੀ, ਤੁਹਾਨੂੰ ਆਪਣੀ ਜਾਨ ਦੀ ਬਾਜੀ ਤੱਕ ਲਗਾਉਣੀ ਪਏਗੀ, ਤੁਹਾਨੂੰ ਨਿੰਦਿਆ ਸਹਿਣ ਕਰਨੀ ਪਏਗੀ, ਤੁਹਾਨੂੰ ਦੁੱਖ ਸਹਿਣ ਕਰਨਾ ਪਏਗਾ ਤਾਂ ਕਿ ਉਸ ਜਗ੍ਹਾ ਤੁਸੀਂ ਪਹੁੰਚ ਸਕੋ, ਤੁਹਾਡਾ ਨਾਮ ਉਸ ਜਗ੍ਹਾ ਹੋਵੇ। ਧਨੀ ਤਾਂ ਆਇਆ ਸੀਗਾ ਨੌਜਵਾਨ ਕਿ ਮੈਂ ਸਵਰਗ ਵਿੱਚ ਜਾਣਾ ਚਾਹੁੰਦਾਗਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਅਗਰ ਜਾਣਾ ਤਾਂ ਸਭ ਕੁਝ ਵੇਚ ਦੇ, ਵੰਡ ਦੇ ਲੋਕਾਂ ਨੂੰ, ਮੇਰੇ ਪਿੱਛੇ ਆ ਜਾ। ਨਹੀਂ ਜਾ ਸਕਿਆ ਉੱਥੇ। ਇਹਦਾ ਪਤਾ ਚੱਲਦਾਗਾ ਕਿ ਕੋਈ ਵੀ ਇਨਸਾਨ ਆਪਣਾ ਧਨ ਦੌਲਤ ਦੇ ਕੇ ਉੱਥੇ ਨਹੀਂ ਜਾ ਸਕਦਾ। ਕੋਈ ਵੀ ਇਨਸਾਨ ਸਵਰਗ ਨੂੰ ਖਰੀਦ ਨਹੀਂ ਸਕਦਾ। ਤੁਸੀਂ ਪਵਿੱਤਰ ਬਾਈਬਲ ਖਰੀਦ ਸਕਦੇ ਹੋ, 200 ਦਾ 400 ਦਾ 500 ਦਾ ਮਹਿੰਗਾ ਖਰੀਦ ਸਕਦੇ ਹੋ, ਲੇਕਿਨ ਸਵਰਗ ਨਹੀਂ ਖਰੀਦ ਸਕਦੇ। ਤੁਸੀਂ ਅੱਜ ਲੱਖਪਤੀ ਹੋ ਸਕਦੇ ਹੋ, ਕਰੋੜਪਤੀ ਹੋ ਸਕਦੇ ਹੋ, ਲੇਕਿਨ ਪਰਮੇਸ਼ਵਰ ਦਾ ਬਣਾਇਆ ਹੋਇਆ ਇੱਕ ਤਾਰਾ ਤੱਕ ਨਹੀਂ ਤੁਸੀਂ ਖਰੀਦ ਸਕਦੇ। ਸਵਰਗ ਖਰੀਦਣ ਦੀ ਗੱਲ ਬਹੁਤ ਦੂਰ ਦੀ ਹੈ। ਉੱਥੇ ਕੋਈ ਰਿਸ਼ਵਤ ਨਹੀਂ ਚੱਲਦੀ, ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ,
ਲੇਕਿਨ ਦੇਖੋ ਪਰਮੇਸ਼ਰ ਦੇ ਦਾਸ ਲੋਕ ਕੀ ਕਰਦੇ ਸੀਗੇ ਕਿ ਉੱਥੇ ਉਹਨਾਂ ਨੇ ਜਾਨ ਦੇ ਲਈ ਆਪਣੀ ਜਾਨ ਦੀ ਬਾਜੀ ਤੱਕ ਲਗਾ ਦਿੱਤੀ। ਫਿਰ ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਪ੍ਰਕਾਸ਼ ਦੀ ਪੋਥੀ ਉਹਦਾ 1 ਅਧਿਆਇ। ਇਹ ਪ੍ਰਕਾਸ਼ ਦੀ ਪੋਥੀ ਕਿਹਨੇ ਲਿਖੀ ਹੈ, ਕੁਝ ਦੱਸ ਸਕਦਾ ਹੈਗਾ? यूहन्ना ਕਿਹੜਾ ਸੀਗਾ ਬਪਤਿਸਮਾ ਦੇਣ ਵਾਲਾ? ਇਹ ਸੀਗਾ ਪ੍ਰਭੂ ਯਿਸੂ ਦਾ ਚੇਲਾ ਜੋ ਪ੍ਰਭੂ ਯਿਸੂ ਦੇ ਨਾਲ ਰਹਿੰਦਾ ਹੈ। ਹੁਣ ਦੇਖੋ ਇਹਨੇ ਪ੍ਰਚਾਰ ਕੀਤਾਗਾ, ਇਸ ਨੂੰ ਫੜਿਆ ਗਿਆ, ਸੁਣਿਆ ਮੈਂ ਵੀ ਕਿ ਇਸ ਨੂੰ ਉਬਲਦੇ ਹੋਏ ਤੇਲ ਦੇ ਕੜਾਹੇ ਵਿੱਚ ਪਾ ਦਿੱਤਾ ਗਿਆ, ਲੇਕਿਨ ਇਸ ਨੂੰ ਕੁਝ ਨਹੀਂ ਹੋਇਆ, ਇਹ ਮਰਿਆ ਨਹੀਂ। ਮਾਰਨ ਦੇ ਲਈ ਇਸ ਨੂੰ ਤੇਲ ਦੇ ਉਬਲਦੇ ਹੋਏ ਕੜਾਹੇ ਵਿੱਚ ਪਾ ਦਿੱਤਾ ਗਿਆ, ਲੇਕਿਨ ਕੁਝ ਵੀ ਨਹੀਂ ਹੋਇਆ ਇਸ ਨੂੰ। ਲੇਕਿਨ ਬਾਈਬਲ ਵਿੱਚ ਪੜਾਂਗੇ ਆਪਾਂ ਵਚਨ, ਪ੍ਰਕਾਸ਼ ਦੀ ਪੋਥੀ 1 ਅਧਿਆਇ ਉਹਦਾ 9 ਵਚਨ। ਮੈਂ ਯਹੂਦਾ ਜੋ ਤੁਹਾਡਾ ਭਰਾ ਤੇ ਤੁਹਾਡੇ ਨਾਲ ਰਲ ਕੇ ਉਸ ਬਿਰਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯੀਸ਼ੂ ਵਿੱਚ ਹੈ ਸਾਂਝੀ ਹਾਂ। ਪਰਮੇਸ਼ਵਰ ਦੇ ਵਚਨ ਅਤੇ ਯੀਸ਼ੂ ਦੀ ਸਾਖੀ ਦੇ ਘਰ ਉਸ ਟਾਪੂ ਵਿੱਚ ਸਾਂ ਜਿਹੜਾ ਪਾਤਮੋਸ ਕਰਕੇ ਸਜਾਵਾ ਹੈ। ਦੇਖੋ ਇੱਕ ਪਾਤਮੋਸ ਨਾਮ ਦਾ ਟਾਪੂ ਸੀਗਾ ਜੋ ਸਮੁੰਦਰ ਦੇ ਵਿੱਚ ਹੁੰਦਾ, ਕਿਤੇ ਥੋੜੀ ਜਗ੍ਹਾ ਹੁੰਦੀ ਹੈ ਜਿੱਥੇ ਮਤਲਬ ਉਹਦੇ ਚਾਰੋਂ ओर ਪਾਣੀ ਪਾਣੀ ਹੁੰਦਾ ਹੈਗਾ। ਉੱਥੇ ਕੁਝ ਖਾਣ ਨੂੰ ਨਹੀਂ, ਉੱਥੇ ਕੁਝ ਪੀਣ ਨੂੰ ਨਹੀਂ, ਉੱਥੇ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਉੱਥੇ ਇਕੱਲੇ ਨੂੰ ਰੱਖ ਦਿੱਤਾ ਗਿਆ ਉੱਥੇ। ਲੇਕਿਨ ਇਹ ਕੀ ਲਿਖਦਾ ਉੱਥੇ, ਇੱਕ ਵਾਰ ਫਿਰ ਪੜ੍ਹੋ ਜੀ ਨੂੰ। ਮੈਂ ਯਹੂਦਾ ਜੋ ਤੁਹਾਡਾ ਭਰਾ ਤੇ ਤੁਹਾਡੇ ਨਾਲ ਰਲ ਕੇ ਉਸ ਬਿਰਤਾ ਤੇ ਰਾਜ। ਹਾਂ ਦੇਖੋ, ਮੈਂ ਯਹੂਨਾ ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ ਉਸ ਬਿਫਤਾ ਕਸ਼ਟ ਫਿਰ ਅਤੇ ਰਾਜ ਹਾਂ ਅਤੇ ਸਬਰ ਵਿੱਚ ਜੋ ਯੀਸ਼ੂ ਵਿੱਚ ਹੈ ਸਾਂਝੀ ਹਾਂ। ਪਰਮੇਸ਼ਵਰ ਦੇ ਵਚਨ ਅਤੇ ਯੀਸ਼ੂ ਦੀ ਸਾਖੀ ਦੇ ਕਾਰਨ ਉਹ ਟਾਪੂ ਵਿੱਚ ਸਾਂ ਜਿਹੜਾ ਪਾਤਮੋਸ ਕਰਕੇ। ਦੇਖੋ ਇਹ ਪਾਤਮੋਸ ਨਾਮ ਦਾ ਟਾਪੂ ਸੀਗਾ, ਉੱਥੇ ਨਾ ਕੋਈ ਨੂੰ ਖਾਣ ਨੂੰ ਮਿਲਦਾ ਸੀਗਾ, ਨਾ ਕੋਈ ਨੂੰ ਮਿਲਣ ਵਾਲਾ ਮਿਲਦਾ ਸੀਗਾ, ਕਿਸੇ ਨਾਲ ਗੱਲਬਾਤ ਕਰਨ ਵਾਲਾ ਵੀ ਨਹੀਂ ਹੈ। ਉੱਥੇ ਨੂੰ ਰੱਖ ਦਿੱਤਾ ਗਿਆ ਵੀ ਆਪੇ ਮਰ ਜਾਏਗਾ ਉੱਥੇ ਭੁੱਖਾ ਪਿਆਸਾ। ਤਾਂ ਦੇਖੋ ਇਹ ਕੀ ਲੈਂਦਾ, ਮੈਂ ਬਿਪਤਾ ਸਹਿਨ ਕੀਤੀ ਉੱਥੇ ਪਰਮੇਸ਼ਵਰ ਦੇ ਰਾਜ ਦੇ ਲਈ, ਪਰਮੇਸ਼ਵਰ ਦੇ ਸਵਰਗ ਵਿੱਚ ਜਾਣ ਦੇ ਲਈ ਮੈਂ ਇੱਥੇ ਕਸ਼ਟ ਸਹਿਨ ਕੀਤਾਗਾ। ਤਾਂ ਦੇਖੋ ਪਰਮੇਸ਼ਵਰ ਦੇ ਦਾਸ ਲੋਕ, ਪਰਮੇਸ਼ਵਰ ਦੇ ਸੇਵਕ ਲੋਕ ਕਸ਼ਟ ਵਿੱਚੋਂ ਨਿਕਲ ਕੇ ਗਏ ਨੇ, ਦੁੱਖ ਵਿੱਚੋਂ ਨਿਕਲ ਕੇ ਗਏ ਨੇ। ਮਤਲਬ ਕੋਈ ਵੀ ਇਨਸਾਨ ਅਗਰ ਸਵਰਗ ਜਾਣਾ ਚਾਹੇ ਤਾਂ ਉਹ ਇਸ ਤਰ੍ਹਾਂ ਨਹੀਂ ਜਾ ਸਕਦਾ, ਉਸ ਨੂੰ ਦੁੱਖ ਮਿਲਦਾਗਾ। ਇਹ ਕੋਈ ਤੁਹਾਡੇ ਨਾਲ ਅਨੋਖੀ ਗੱਲ ਨਹੀਂ ਹੋਣ ਵਾਲੀ, ਜਾਂ ਸਾਡੇ ਨਾਲ ਅਨੋਖੀ ਗੱਲ ਨਹੀਂ ਹੋਣ ਵਾਲੀ। ਇਹ ਗੱਲਾਂ ਤਾਂ ਪ੍ਰਭੂ ਯਿਸੂ ਨੇ ਬਹੁਤ ਪਹਿਲਾਂ ਲਿਖੀਆਂ ਸੀਗੀਆਂ, ਇਹ ਤਾਂ ਪ੍ਰਭੂ ਯਿਸੂ ਨੇ ਬਹੁਤ ਪਹਿਲਾਂ ਗੱਲਾਂ ਲਿਖਵਾ ਦਿੱਤੀਆਂ ਸੀਗੀਆਂ। ਇਹ ਤਾਂ ਬਹੁਤ ਪਹਿਲਾਂ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਵੀ ਸੀਗਾ ਕਿ ਦੇਖੋ ਇਸ ਤਰ੍ਹਾਂ ਹੋਵੇਗਾ। ਔਰ ਉਹੀ ਗੱਲਾਂ ਦੇ ਵਿੱਚੋਂ ਪ੍ਰਭੂ ਯਿਸੂ ਦੇ ਚੇਲੇ ਨਿਕਲ ਕੇ ਗਏ, ਪ੍ਰਭੂ ਯਿਸੂ ਦੇ ਚੇਲੇ ਨਿਕਲ ਕੇ ਗਏ। ਖੁਦ ਪ੍ਰਭੂ ਯਿਸੂ ਵੀ ਇਸ ਦੁੱਖ ਦੇ ਵਿੱਚੋਂ, ਇਸ ਕਸ਼ਟ ਦੇ ਵਿੱਚੋਂ ਉਹ ਨਿਕਲੇ ਨੇ। ਇੱਕ ਵਾਰ ਜੋ ਪਰਮੇਸ਼ਵਰ ਦਾ ਦਾਸ ਹੈ ਸੰਤ ਪੌਲਸ, ਆਪਾਂ ਉਹਦੇ ਬਾਰੇ ਵੀ ਦੇਖਦੇ ਹਾਂ। ਸੰਤ ਪੌਲਸ ਜੋ ਪ੍ਰਭੂ ਯਿਸੂ ਦਾ ਪ੍ਰਚਾਰ ਕਰ ਰਹੇ ਸੀਗੇ, ਪ੍ਰਚਾਰ ਕਰਦੇ ਸੀਗੇ, ਬਹੁਤ ਸਾਰੇ ਚਮਤਕਾਰ ਕੀਤੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ, ਬਹੁਤ ਸਾਰੇ ਬਿਮਾਰਾਂ ਨੂੰ ਚੰਗਾ ਕੀਤਾ। ਉਸ ਤੋਂ ਬਾਅਦ ਜੋ ਸੰਤ ਪੌਲਸ ਹੈ ਉਸਨੇ ਕੀ ਕਿਹਾ, ਰਸੂਲਾਂ ਦੇ ਕਰਤੱਵ ਉਹਦਾ 14 ਅਧਿਆਇ ਉਹਦਾ 19 ਵਚਨ ਪੜ੍ਹੋ ਮੇਰੇ ਨਾਲ। परंतु कई यहूदी अंताकिया और इकोनियम ਤੋਂ ਉੱਤੇ ਆਏ ਅਤੇ ਲੋਕਾਂ ਨੂੰ ਵਾਰ ਕੇ ਪੌਲਸ ਨੂੰ ਪਛਾਓ ਕੀਤਾ ਅਤੇ ਸਮਝ ਕੇ ਭਈ ਉਹ ਮਰ ਗਿਆ ਹੈ, ਉਹਨੂੰ ਕੁਚੀੜ ਕੇ ਨਗਰੋਂ ਬਾਹਰ ਲੈ ਗਏ। ਦੇਖੋ ਬਹੁਤ ਸਾਰੇ ਲੋਕਾਂ ਨੇ ਮਤਾ ਪਕਾਇਆ, ਸੰਡੇ ਥੋੜਾ ਜ਼ੋਰ ਦੀ ਪੜੋ। ਬਹੁਤ ਸਾਰੇ ਲੋਕਾਂ ਨੇ ਮਤਾ ਪਕਾਇਆ ਔਰ ਪੌਲਸ ਦੇ ਵਿਰੁੱਧ ਵਿੱਚ ਇਕੱਠੇ ਹੋ ਗਏ। ਔਰ ਕੀ ਲਿਖਿਆ ਬਾਈਬਲ ਦੇ ਵਿੱਚ ਕਿ ਪੌਲਸ ਨੂੰ ਪਥਰਾਓ ਕੀਤਾ, ਪੱਥਰ ਮਾਰੇ ਗਏ ਪੌਲਸ ਨੂੰ। ਅੱਜ ਪੱਥਰ ਮਾਰੇ ਗਏ ਪੌਲਸ ਨੂੰ ਤਾਂ ਕੀ ਹੋਇਆ, ਪੌਲਸ ਜਿਵੇਂ ਮਰ ਗਿਆ ਹੁੰਦਾਗਾ, ਇਦਾਂ ਬੇਹੋਸ਼ ਹੋ ਗਿਆ, ਇਦਾਂ ਪੌਲਸ ਦੇ ਵਿੱਚ ਜਿਵੇਂ ਸਾਹ ਸੱਤ ਨਹੀਂ ਰਿਹਾ, ਇਸ ਤਰ੍ਹਾਂ ਹੋ ਗਿਆ। ਉਸ ਤੋਂ ਬਾਅਦ ਕੀ ਕੀਤਾ, ਲੋਕਾਂ ਨੇ ਪੌਲਸ ਨੂੰ ਪਕੜਿਆ ਔਰ ਘਸੀੜ ਕੇ ਕਿੱਥੇ ਲੈ ਗਏ, ਨਗਰ ਤੋਂ ਬਾਹਰ ਲੈ ਗਏ। ਇਹਦਾ ਮਤਲਬ ਪੌਲਸ ਨੂੰ ਕੀ ਸਿਆਊਗਾ, ਉਹਦੇ ਵਿੱਚ ਜਾਨ ਹੈ ਹੀ ਨਹੀਂ। ਲੋਕਾਂ ਨੂੰ ਕੀ ਲੱਗਿਆ ਕਿ ਪੌਲਸ ਮਰ ਗਿਆ। ਉਸ ਤੋਂ ਬਾਅਦ ਕੀ ਹੋਇਆ, ਤੁਸੀਂ ਤਾਂ ਪੌਲਸ ਫਿਰ ਵਾਪਸ ਆ ਗਿਆ, ਆਪਣੇ ਸਾਥੀਆਂ ਨਾਲ ਇਕੱਠਾ ਹੋਇਆ, ਫਿਰ ਪ੍ਰਚਾਰ ਕਰ ਰਿਹਾਗਾ। ਔਰ ਪ੍ਰਚਾਰ ਕਰਦਾ ਕਰਦਾ ਫਿਰ ਕੀ ਬੋਲਦਾਗਾ, 22 ਵਚਨ ਪੜੋ। ਔਰ ਚੇਲਿਆਂ ਦੇ ਮਨਾਂ ਨੂੰ ਤਗੜੇ ਕਰਦੇ ਔਰ ਇਹ ਉਪਦੇਸ਼ ਦਿੰਦੇ ਸਨ ਕਿ ਨੇਚਾ ਵਿੱਚ ਬਣੇ ਰਹੋ ਅਤੇ ਕਿਹਾ ਭਾਈ ਤੁਸੀਂ ਬਹੁਤ ਬਿਪਤਾ ਸਹਿ ਧਿਆਨ ਨਾਲ ਪੜੋ। ਅਤੇ ਕਿਹਾ ਭਾਈ ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਹੈ। ਦੇਖੋ ਪਰਮੇਸ਼ਵਰ ਦੇ ਰਾਜ ਵਿੱਚ ਜਾਣਾ ਇਹ ਕੋਈ ਸੌਖਾ ਨਹੀਂ ਹੈ। ਨਰਕ ਵਿੱਚ ਜਾਣਾ ਬੜਾ ਸੌਖਾ ਗਾ, ਕੁਝ ਵੀ ਕਰੋ। ਨਰਕ ਵਿੱਚ ਜਾਣ ਦੇ ਲਈ ਕੁਝ ਵੀ ਕਰੋ,
आज्ञा ना मनो कोई दिक्कत नहीं, नरक में चले जाओगे। अगर स्वर्ग में जानागा तो ਉਹਦੇ ਲਈ कुछ करना पेगा ਤੁਹਾਨੂੰ। और बाइबल ਦੇ ਵਿੱਚ ਕੀ ਲਿਖਿਆ ਹੈਗਾ, ਸੰਤ ਪੌਲਸ ਕਹਿੰਦਾ ਹੈਗਾ ਮਾਰ ਖਾਣ ਤੋਂ ਬਾਅਦ, ਪਥਰਾਓ ਹੋਣ ਤੋਂ ਬਾਅਦ ਫਿਰ ਉੱਠ ਕੇ ਖੜਾ ਹੋ ਗਿਆ। ਘਸੀਟਾ ਪਾਇਆ ਪੌਲਸ ਨੂੰ, ਫਿਰ ਖੜਾ ਹੋ ਕੇ ਆਪਣੇ ਲੋਕਾਂ ਨੂੰ ਮਿਲਿਆ ਕੇ ਫਿਰ ਗੱਲਾਂ ਬਾਤਾਂ ਕਰੀਆਂ, ਫਿਰ ਕਹਿ ਰਿਹਾ ਕਿ ਭਾਈ ਆਪਾਂ ਨੇ ਪਰਮੇਸ਼ਵਰ ਦੇ ਰਾਜ ਵਿੱਚ ਜਾਣਾਗਾ, ਲੇਕਿਨ ਇਸ ਤਰ੍ਹਾਂ ਨਹੀਂ ਜਾ ਸਕਦੇ। ਕੀ ਕਰਨਾ ਪਏਗਾ? ਬਹੁਤ ਬਿਫਤਾ ਸਹਿਣ ਕਰਨੀ ਪਏਗੀ, बहुत कष्ट सहन करना पड़ेगा। हालेलुया। परमेश्वर का राज इस तरह नहीं मिलने वाला, परमेश्वर का राज इस तरह नहीं मिलने वाला। ਉਹਦੇ ਲਈ ਕੀ ਹੋਵੇਗਾ? ਦੁੱਖ ਹੋਏਗਾ। ਉਹਦੇ ਲਈ ਕੀ ਹੈ? ਉਹਦੇ ਲਈ ਕਸ਼ਟ ਸਹਿਨ ਕਰਨਾ ਪਏਗਾ। ਉਹਦੇ ਲਈ ਕੀ ਹੈ? ਉਹਦੇ ਲਈ ਹਿੱਸਾ ਪਾਉਣਾ ਪਏਗਾ। ਉਹਦੇ ਲਈ ਕੀ ਹੈ? ਉਹਦੇ ਲਈ ਯੋਗਦਾਨ ਪਾਉਣਾ ਪਏਗਾ। ਇਹ ਸਵਰਗ ਇਸ ਤਰ੍ਹਾਂ ਨਹੀਂ ਮਿਲਦਾ। ਉੱਥੇ ਤਾਂ ਬਹੁਤ ऐसिया चीज़ा ने जो कदे सोच भी नहीं सकते, दिमाग में भी नहीं आ सकते, लेकिन देखो परमेश्वर ने रखी हुई ने किहदे लई? अपने प्रेमियों के लिए, जिन्होंने परमेश्वर प्रेम करते हैं। और जो लोग परमेश्वर को प्रेम करते हैं, तो संत पौलुस यही कहता गा कि असी बहुत बिफता सह के परमेश्वर के राज में बढ़ांगे। तो देखो बिफता है, दुख है, कष्ट है, क्योंकि ये गल्लां बाइबल में लिखिया हुई ने। एक वचन पढ़ो मेरे नाल, फिलिपिया ਉਹਦਾ 3 ਅਧਿਆਏ, ਉਹਦਾ 13 ਵਚਨ ਪੜੋ। ਨਵੇਂ ਨਿਯਮ ਦੇ ਵਿੱਚ ਪੇਜ ਨੰਬਰ 261, ਫਿਲਿਪੀਆਂ 3 ਅਧਿਆਏ ਉਹਦਾ 13 ਵਚਨ। हे भरावो मैं अपने लिए ये नहीं समझता जो मैं अजे हथ पा रहा है, पर इन्ना है जो मैं पिछलियां गल्लां नूं भुला के ਅਤੇ ਉਹਨਾਂ ਗੱਲਾਂ ਲਈ ਜਿਹੜੇ ਅੱਗੇ ਹਨ ਅਗਾਂਹ ਵੱਧ ਕੇ। ਦੇਖੋ ਸੰਤ ਪੌਲੁਸ ਕਹਿੰਦਾਗਾ ਭਾਈਓ ਮੈਂ ਨਹੀਂ ਸਮਝਦਾ ਕਿ ਮੈਨੂੰ ਹਾਸਲ ਹੋ ਚੁੱਕਿਆ ਹੈਗਾ। ਇਹ ਨਾ ਸੋਚੇ ਕੋਈ ਕਿ ਮੈਂ ਤੋਬਾ ਕਰ ਲਈ, ਬਪਤਿਸਮਾ ਲੈ ਲਿਆ, ਪਵਿੱਤਰ ਆਤਮਾ ਪਾ ਲਿਆ, ਹੁਣ ਮੈਂ ਪ੍ਰਭੂ ਭੋਜ ਲੈਣਾਗਾ, ਹੁਣ ਮੈਂ ਸੰਗਤੀ ਕਰਦਾਗਾ। ਨਹੀਂ, ਇਹ ਤੁਹਾਡੀ ਸ਼ੁਰੂਆਤ ਹੋਈ ਹੈ। ਇਹਦੇ ਵਿੱਚ ਵਧਣਾਗਾ, ਇਹਦੇ ਵਿੱਚ ਅੱਗੇ ਚੱਲਣਾਗਾ। ਹੁਣ ਤਾਂ ਸਮਾਂ ਆਉਣ ਵਾਲਾਗਾ ਕਿ ਤੁਹਾਡੇ ਉੱਪਰ ਨਿੰਦਿਆ ਆਵੇ। ਹੁਣ ਸਮਾਂ ਆਉਣ ਵਾਲਾਗਾ ਕਿ ਤੁਹਾਡਾ ਵਿਰੋਧ ਕੀਤਾ ਜਾਏ। ਹੁਣ ਸਮਾਂ ਆਉਣ ਵਾਲਾਗਾ ਕਿ ਤੁਹਾਡਾ ਸਤਾਓ ਕੀਤਾ ਜਾਵੇ। ਹੁਣ ਸਮਾਂ ਆਉਣ ਵਾਲਾਗਾ ਕਿ ਤੁਹਾਡੇ ਘਰ ਦੇ ਵਿੱਚ ਵੜ ਕੇ ਤੁਹਾਨੂੰ ਮਾਰਿਆ ਕੁੱਟਿਆ ਜਾਏ। ਤੁਹਾਡੇ ਘਰ ਦੇ ਵਿੱਚ ਵੜ ਕੇ ਹੀ ਤੁਹਾਨੂੰ ਮਾਰਿਆ ਕੁੱਟਿਆ ਜਾਏ। ਇਹ ਸਮਾਂ ਆਉਣ ਵਾਲਾਗਾ। ਹੁਣ ਇਹ ਸਮਾਂ ਆਉਣ ਵਾਲਾਗਾ। ਹੁਣ ਇਹਦੇ ਲਈ ਨਾ ਤਾਂ ਤਲਵਾਰ ਚਲਾ ਸਕਦੇ ਹੋ, ਨਾ ਲਾਠੀ, ਨਾ ਸੋਟਾ ਚਲਾ ਸਕਦੇ ਹੋ, ਕਿਉਂਕਿ ਪਰਮੇਸ਼ਵਰ ਨੇ ਮਨਾ ਕੀਤਾਗਾ। ਹੁਣ ਕੀ ਹੈ? ਅਗਰ ਸਵਰਗ ਦੇ ਵਿੱਚ ਜਾਣਾਗਾ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਸਹਿਣ ਕਰਨੀਆਂ ਪੈਣਗੀਆਂ, ਨਹੀਂ ਤਾਂ ਸਵਰਗ ਦਾ ਰਸਤਾ ਇਨਸਾਨ ਦੇ ਲਈ ਬੰਦ ਹੈ, ਨਰਕ ਦਾ ਰਸਤਾ ਬਿਲਕੁਲ ਖੁੱਲ੍ਹਾ ਗਾ। ਕਿਉਂਕਿ ਸਵਰਗ ਦੇ ਵਿੱਚ ਅਗਰ ਜਾਣਾਗਾ ਤਾਂ ਉਹਦੇ ਵਿੱਚ ਹਿੱਸਾ ਪਾਉਣਾ ਪਏਗਾ, ਉਹਦੇ ਵਿੱਚ ਯੋਗਦਾਨ ਪਾਉਣਾ ਪਏਗਾ। ਤੁਹਾਡਾ ਪੈਸਾ, ਤੁਹਾਡਾ ਸੋਨਾ, ਤੁਹਾਡਾ ਚਾਂਦੀ ਸਵਰਗ ਵਿੱਚ ਨਹੀਂ ਚੱਲਣੇ ਵਾਲਾ। ਇਹਦੀ ਲੋੜ ਨਹੀਂ ਹੈ ਉੱਥੇ ਪਰਮੇਸ਼ਵਰ ਨੂੰ, ਇਹਦੀ ਲੋੜ ਨਹੀਂ ਹੈ। ਕੀ ਹੋਣ ਵਾਲਾਗਾ? ਅਗਰ ਸਵਰਗ ਦੇ ਵਿੱਚ ਜਾਣਾਗਾ ਤਾਂ ਕੀ ਕਰਨਾ ਪਏਗਾ? ਤੁਹਾਡਾ ਸਤਾਅ ਹੋਏਗਾ, ਤੁਹਾਨੂੰ ਪਰੇਸ਼ਾਨ ਕੀਤਾ ਜਾਏਗਾ, ਤੁਹਾਨੂੰ ਮਾਰਿਆ ਜਾਏਗਾ, ਤੁਹਾਨੂੰ ਕੁੱਟਿਆ ਜਾਏਗਾ, ਤੁਹਾਡੀ ਬਦਨਾਮੀ ਕੀਤੀ ਜਾਏਗੀ, ਹਰ ਇੱਕ ਝੂਠੀ ਮੂਠੀ ਗੱਲ ਤੁਹਾਡੇ ਉੱਪਰ ਲੱਗੇਗੀ। ਲੇਕਿਨ ਤੁਸੀਂ ਕੀ ਕਰਨਾਗਾ? ਆਨੰਦ ਕਰਨਾਗਾ। ਅਗਰ ਇਹ ਕਰਦੇ ਹੋ ਤਾਂ ਤੁਹਾਡਾ ਹਿੱਸਾ ਹੈ, ਤੁਹਾਡਾ ਫਲ ਹੈ ਸਵਰਗ ਦੇ ਵਿੱਚ। ਅਗਰ ਨਹੀਂ ਕਰਦੇ ਤਾਂ ਕੋਈ ਹਿੱਸਾ ਨਹੀਂ, ਕੋਈ ਫਲ ਨਹੀਂ। ਤਾਂ ਦੇਖੋ ਸੰਤ ਪੌਲੁਸ ਕੀ ਕਹਿੰਦਾਗਾ, ਮੈਂ ਨਹੀਂ ਸਮਝਦਾ ਇਹ ਗੱਲ ਨੂੰ ਕਿ ਮੈਨੂੰ ਮਿਲ ਗਿਆਗਾ ਜਾਂ ਮੈਨੂੰ ਹਾਸਲ ਹੋ ਚੁੱਕਿਆਗਾ। ਮੈਂ ਤਾਂ ਦੌੜਿਆ ਜਾ ਰਿਹਾਗਾ ਪਿਛਲੀਆਂ ਗੱਲਾਂ ਭੁਲਾ ਕੇ। ਅੱਗੇ ਪੜੋ ਜੀ, 14 ਵਿੱਚ ਕੀ ਲਿਖਿਆਗਾ? ਨਿਸ਼ਾਨੇ ਵਾਲਾ ਦੱਬੀ ਜਾਂਦਾ ਹਾਂ ਭਾਈ ਇਸ ਉੱਪਰ ਦੇ ਸੱਦੇ ਦਾ ਇਨਾਮ ਲਵਾ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯੀਸ਼ੂ ਵਿੱਚ ਹੈ। ਦੇਖੋ ਮੈਂ ਤਾਂ ਦੱਬੀ ਜਾਂਦਾ ਨਿਸ਼ਾਨੇ ਵੱਲ, ਮੈਂ ਤਾਂ ਦੌੜਿਆ ਚੱਲਾ ਜਾਣਾਗਾ ਤਾਂ ਕਿ ਜੋ ਇਨਾਮ ਮੇਰੇ ਲਈ ਰੱਖਿਆ ਗਿਆ ਉਹ ਇਨਾਮ ਮੈਂ ਪ੍ਰਭੂ ਯਿਸੂ ਮਸੀਹ ਕੋਲੋਂ ਲੈ ਲਵਾਂ। ਤਾਂ ਦੇਖੋ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਦੇ ਲਈ ਜੋ ਸਵਰਗ ਰੱਖਿਆਗਾ, ਉਹਦੇ ਲਈ ਇੱਕ ਗੱਲ ਤਾਂ ਜ਼ਰੂਰ ਹੈ ਕਿ ਸਾਨੂੰ ਉਹਦੇ ਵਿੱਚ ਹਿੱਸਾ ਪਾਉਣਾਗਾ, ਹਿੱਸਾ ਪਾਉਣਾ ਉਹਦੇ ਵਿੱਚ। ਉਹਦੇ ਲਈ ਸਾਡਾ ਕਿੰਨਾ ਯੋਗਦਾਨ ਹੈ, ਉਹ ਯੋਗਦਾਨ ਅਸਾਂ ਨੇ ਪਾਉਣਾਗਾ। ਹਰ ਇੱਕ ਬੱਚਨ ਪੜੋ ਮੇਰੇ ਲਈ, 2 ਕੋਰਿੰਥੀਆਂ ਉਹਦਾ 11 ਅਧਿਆਏ ਉਹਦਾ 23 ਵਚਨ ਪੜੋ।
ਕਿ ਉਹ ਮਸੀਹ ਦੇ ਸੇਵਕ ਹਨ। ਮੈਂ ਬੇਸੁੱਧ ਲਫ਼ਜ਼ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ। ਪੜੋ ਜੀ। ਮੈਂ 5 ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ 40 ਕੋਰੜੇ ਖਾਧੇ, 3 ਵਾਰ ਮਿਹਨਤਾਂ ਦੀ ਮਾਰ ਖਾਧੀ, 1 ਵਾਰ ਪਥਰਾਅ ਹੋਇਆ, 3 ਵਾਰ ਬੇੜੇ ਦੇ ਗਰਕਮ ਤੋਂ ਦੁੱਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ, ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਵਿੱਚ, ਦੀਆਂ ਭੌਜਲਾਂ ਵਿੱਚ, ਡਾਕੂਆਂ ਦੀਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਬਣਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦੀਆਂ ਭੌਜਲਾਂ ਵਿੱਚ, ਉਜਾੜ ਦੀਆਂ ਭੌਜਲਾਂ ਵਿੱਚ, ਸਮੁੰਦਰ ਦੀਆਂ ਭੌਜਲਾਂ ਵਿੱਚ, ਛੋਟੇ ਭਰਾਵਾਂ ਦੀਆਂ ਭੌਜਲਾਂ ਵਿੱਚ। ਦੇਖੋ ਇਹ ਕੌਣ ਬੋਲਦਾ ਗਾ? ਸੰਤ ਪੌਲਸ ਦੱਸ ਰਿਹਾਗਾ। ਇਹ ਦੱਸ ਰਿਹਾਗਾ ਮੈਂ ਕਿੰਨਾ ਦੁੱਖ ਸਹਿਨ ਕੀਤਾਗਾ, ਮੈਂ ਕਿੰਨੀ ਦੁੱਖ ਮੁਸੀਬਤਾਂ ਵਿੱਚ ਰਹਾਂਗਾ। ਮੈਂ ਦਿਨ ਰਾਤ ਸਮੁੰਦਰ ਵਿੱਚ ਰਿਹਾ, ਪਾਣੀ ਵਿੱਚ ਰਿਹਾ, ਮੈਂ ਕੋੜਿਆਂ ਦੀ ਮਾਰ ਖਾਧੀ, ਮੈਂ ਬੈਂਤਾਂ ਦੀ ਮਾਰ ਖਾਧੀ, ਮੈਨੂੰ ਕਿੰਨੀ ਮਤਲਬ ਸਤਾਵਟ ਹੋਈ ਮੇਰੀ। ਇਹ ਸਾਰੀਆਂ ਗੱਲਾਂ ਸੰਤ ਪੌਲਸ ਬੋਲ ਰਿਹਾਗਾ, ਕਿਸੇ ਨੂੰ ਦਿਖਾਉਣ ਦੇ ਲਈ ਨਹੀਂ, ਕਿਸੇ ਨੂੰ ਨੀਵਾਂਪਣ ਦਿਖਾਉਣ ਦੇ ਲਈ ਨਹੀਂ, ਲੇਕਿਨ ਉਹ ਦੱਸ ਰਿਹਾਗਾ ਕਿ ਦੇਖੋ ਇੰਨਾ ਕਸ਼ਟ ਮੈਂ ਸਹਿਨ ਕੀਤਾਗਾ, ਇੰਨਾ ਦੁੱਖ ਮੈਂ ਸਹਿਨ ਕੀਤਾਗਾ। ਹੁਣ ਦੇਖੋ ਉੱਥੇ ਯੋਗਦਾਨ ਕਿਹਦਾ ਵੱਡਾ ਗਾ? ਸੰਤ ਪੌਲਸ ਨੇ ਕਿੰਨਾ ਕਸ਼ਟ ਸਹਿਨ ਕੀਤਾਗਾ, ਸੰਤ ਪੌਲਸ ਨੇ ਕਿੰਨਾ ਦੁੱਖ ਸਹਿਨ ਕੀਤਾਗਾ। ਅਗਰ ਤੁਸੀਂ ਸਵਰਗ ਵਿੱਚ ਜਾਣਾਗਾ ਤੇ ਤੁਹਾਡਾ ਬਰਾਬਰ ਦਾ ਹਿੱਸਾ ਚਾਹੀਦਾ, ਉੱਥੇ ਬਰਾਬਰ ਦਾ ਹਿੱਸਾ ਤੁਹਾਡਾ ਚਾਹੀਦਾਗਾ ਉੱਥੇ। ਕੀ ਤੁਹਾਡੀ ਕਦੇ ਯਿਸੂ ਮਸੀਹ ਦੇ ਕਰਕੇ ਨਿੰਦਿਆ ਹੋਈ? ਕੀ ਕਿਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਤੁਹਾਨੂੰ ਕਿਸੇ ਨੇ ਮਾੜਾ ਚੰਗਾ ਬੋਲਿਆ? ਕੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਤੁਹਾਡੇ ਉੱਪਰ ਕੁਝ ਐਸੀਆਂ ਤੁਹਮਤਾਂ ਲੱਗੀਆਂ, ਤੁਸੀਂ ਸਹੀ ਨਹੀਂ ਸਿੱਖਦੇ, ਤੁਸੀਂ ਸਹੀ ਨਹੀਂ ਸਿਖਾਉਂਦੇ ਜਾਂ ਕੁਝ ਵੀ? ਅਗਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਤੁਹਾਡੇ ਨਾਲ ਨਹੀਂ ਹੋਇਆ ਤਾਂ ਸਮਝ ਲਓ ਤੁਹਾਡਾ ਹਿੱਸਾ ਸਵਰਗ ਦੇ ਵਿੱਚ ਨਹੀਂ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਸਵਰਗ ਵਿੱਚ ਤੁਹਾਡਾ ਹਿੱਸਾ ਹੋਵੇ ਤਾਂ ਤੁਹਾਡੇ ਜੀਵਨ ਦੇ ਵਿੱਚ ਸਤਾਉ ਦਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਦਾ ਚੇਲਾ, ਪ੍ਰਭੂ ਯਿਸੂ ਮਸੀਹ ਦੇ ਚੇਲੇ ਕਿੰਨਾ ਕੁ ਸਹਿਨ ਕਰਦੇ ਸੀਗੇ, ਨਿੰਦਿਆ ਵੀ ਸਹਿਨ ਕੀਤਾ, ਭੁੱਖੇ ਵੀ ਰਹੇ, ਪਿਆਸੇ ਵੀ ਰਹੇ, ਸਭ ਕੁਝ ਸਹਿਨ ਕੀਤਾ ਉਹਨਾਂ ਨੇ। ਲੇਕਿਨ ਦੇਖੋ ਇਹ ਕੀ ਸੀਗਾ? ਉਹਨਾਂ ਦਾ ਹਿੱਸਾ ਗਾ ਕਿੱਥੇ? ਸਵਰਗ ਦੇ ਵਿੱਚ। ਅਗਰ ਤੁਸੀਂ ਉੱਥੇ ਜਾਣਾਗਾ ਤੇ ਕੀ ਤੁਹਾਡਾ ਫਰਜ਼ ਨਹੀਂ ਕਿ ਸਾਡਾ ਹਿੱਸਾ ਉੱਥੇ ਹੋਵੇ? ਅਗਰ ਜਿਹਦਾ ਉੱਥੇ ਹਿੱਸਾ ਗਾ ਤਾਂ ਉਹੀ ਇਨਸਾਨ ਸਵਰਗ ਵਿੱਚ ਜਾ ਸਕਦਾ ਹੈਗਾ, ਕਿਉਂਕਿ ਪਰਮੇਸ਼ਵਰ ਦੇ ਜਿੰਨੇ ਵੀ ਲੋਕ ਨੇ ਕੋਈ ਵੀ ਇਨਸਾਨ ਇਸ ਤਰ੍ਹਾਂ ਨਹੀਂ ਗਿਆ। ਸਾਰਿਆਂ ਦਾ ਕੀ ਹੋਇਆਗਾ? ਸਤਾਅ ਹੋਇਆਗਾ। ਇੱਕ ਗੱਲ ਦੱਸਾਂ ਤੁਹਾਨੂੰ ਮੈਂ, ਡਾਕੂ ਸੀਗਾ, ਸਲੀਬ ਦੇ ਉੱਪਰ ਟੰਗਿਆ ਹੋਇਆ, ਸ਼ਾਇਦ ਬਾਅਦ ਵਿੱਚ ਕਿਸੇ ਦਾ ਸਵਾਲ ਰਹਿ ਜੇ ਕਿ ਉਹ ਚਲਾ ਗਿਆ, ਉਸਨੇ ਦੁੱਖ ਨਹੀਂ ਸਹਿਨ ਕੀਤਾ। ਸਹੀ ਬਾਤ, ਉਹ ਚਲਾ ਗਿਆ ਸੀਗਾ। ਉਹੀ ਇੱਕ ਐਸਾ ਇਨਸਾਨ ਹੈ ਕਿ ਜਿਹਨੇ ਦੁੱਖ ਸਹਿਨ ਨਹੀਂ ਕੀਤਾ। ਉਹਦਾ ਕਾਰਨ ਕੀ ਸੀਗਾ? ਉਹਦੇ ਕੋਲ ਸਮਾਂ ਨਹੀਂ ਸੀਗਾ ਕਿ ਉਹ ਧਰਤੀ ਉੱਪਰ ਜੀਵਨ ਜੀ ਕੇ ਜਾਏ। ਉਹ ਤਾਂ ਮੌਤ ਦੇ ਕਿਨਾਰੇ ਹੈ, ਮੌਤ ਦੇ ਕਿਨਾਰੇ। ਤਾਂ ਨਾਲ ਦੀ ਨਾਲ ਹੀ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਅੱਜ ਹੀ ਤੂੰ ਮੇਰੇ ਨਾਲ ਕੀ ਹੈ? ਸਵਰਗ ਵਿੱਚ ਹੋਏਗਾ। ਅਗਰ ਐਸੀ ਕੰਡੀਸ਼ਨ ਕਿਸੇ ਦੀ ਅੱਜ ਵੀ ਹੈ ਨਾ, ਤਾਂ ਅੱਜ ਵੀ ਅਗਰ ਉਹ ਇਨਸਾਨ ਆਪਣੇ ਪਾਪਾ ਨੂੰ ਮੰਨ ਕੇ ਛੱਡ ਦਿੰਦਾਗਾ ਤਾਂ ਇਨਸਾਨ ਉਹ ਸਵਰਗ ਵਿੱਚ ਜਾ ਸਕਦਾਗਾ। ਅਗਰ ਕੋਈ ਪਰਮੇਸ਼ਰ ਦਾ ਧਰਮੀ ਜਨਮ ਲਈ ਪ੍ਰਾਰਥਨਾ ਕਰੇ, ਉਹਦੇ ਪਾਪਾਂ ਦੀ ਮਾਫੀ ਦੇ ਲਈ ਪਰਮੇਸ਼ਰ ਅੱਗੇ ਬੇਨਤੀ ਕਰੇ, ਤਾਂ ਇਨਸਾਨ ਉਹ ਸਵਰਗ ਵਿੱਚ ਜਾ ਸਕਦਾਗਾ। ਲੇਕਿਨ ਗੱਲ ਤੁਹਾਡੀ ਔਰ ਮੇਰੀ, ਆਪਾਂ ਸਾਰਿਆਂ ਦੀ ਹੋ ਰਹੀ ਹੈ। ਅਸੀਂ ਤਾਂ ਚੰਗੇ ਭਲੇ ਆ, ਅਸੀਂ ਤਾਂ ਇੰਨੇ ਪੁਰਾਣੇ ਮਸੀਹ ਦੇ ਵਿੱਚ ਆ, ਲੇਕਿਨ ਅਗਰ ਨਿੰਦਿਆ ਨਹੀਂ ਹੋ ਰਹੀ, ਅਗਰ ਸਤਾਉ ਨਹੀਂ ਹੋ ਰਿਹਾ, ਅਗਰ ਕੋਈ ਪਰੇਸ਼ਾਨ ਨਹੀਂ ਕਰ ਰਿਹਾ, ਤਾਂ ਇਹਦਾ ਮਤਲਬ ਕੀ? ਇਹਦਾ ਮਤਲਬ ਇਹੀ ਹੈ ਕਿ ਹਾਲੇ ਤੱਕ ਸਵਰਗ ਦੇ ਵਿੱਚ ਹਿੱਸਾ ਨਹੀਂ ਹੈ। ਸਵਰਗ ਬੇਸ਼ਕੀਮਤੀ ਹੈ। ਸਵਰਗ ਦੀ ਤੁਲਨਾ ਆਪਾਂ ਕਿਸੇ ਨਾਲ ਨਹੀਂ ਕਰ ਸਕਦੇ। ਸੰਤ ਪੌਲਸ ਖੁਦ ਕਹਿੰਦਾਗਾ ਕਿ ਮੈਂ ਬਹੁਤ ਦੁੱਖ ਸਹਿਨ ਕੀਤਾਗਾ, ਬਹੁਤ ਦੁੱਖ ਸਹਿਨ ਕੀਤਾਗਾ। ਮੈਂ ਭੁੱਖਾ ਰਿਹਾ, ਪਿਆਸਾ ਰਿਹਾ, ਕੋੜਿਆਂ ਦੀ ਮਾਰ ਪਈ, ਬੈਂਤਾਂ ਦੀ ਮਾਰ ਪਈ, ਮੇਰੀ ਨਿੰਦਿਆ ਬਹੁਤ ਹੋਈ, ਪਥਰਾਓ ਕੀਤਾ ਗਿਆ। ਇਹ ਸਾਰੇ ਦੁੱਖ ਤਾਂ ਸਹਿਨ ਕੀਤੇ ਉਹਨੇ। ਅੱਜ ਕਿੱਡਾ ਫਲ ਹੋਊਗਾ ਉਹਦਾ ਸਵਰਗ ਦੇ ਵਿੱਚ? ਹੋਊਗਾ ਜਾਂ ਨਹੀਂ ਹੋਊਗਾ? ਹੋਊਗਾ ਫਲ ਉਹਦਾ ਸਵਰਗ ਦੇ ਵਿੱਚ। ਲੇਕਿਨ ਗੱਲ ਆਉਂਦੀ ਹੈ ਹਿੱਸੇ ਦੀ। ਅੱਜ ਸਾਨੂੰ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ, ਕੋਈ ਪਰਮੇਸ਼ਰ ਦਾ ਦਾਸ ਮਾੜੀ ਜਿਹੀ ਗੱਲ ਸਾਡੀ ਤਾੜਨਾ ਕਰ ਦੇਵੇ, ਤਾਂ ਪਰਮੇਸ਼ਰ ਦੇ ਦਾਸ ਵੱਲ ਅੱਖਾਂ ਕੱਢ ਲੈਂਦੇ ਆ। ਪਰਮੇਸ਼ਰ ਦਾ ਹੁਣ ਕੀ ਫਾਇਦਾ ਤੁਹਾਡੇ ਲਈ ਕੁਝ ਬੋਲ ਕੇ? ਜਾਂ ਕੀ ਹੋਣ ਵਾਲਾ ਗਾ ਪਰਮੇਸ਼ਰ ਦਾਸ ਨੂੰ? ਤੁਸੀਂ ਸਵਰਗ ਵਿੱਚ ਚਲੇ ਜਾਓਗੇ। ਪਰਮੇਸ਼ਰ ਦਾਸ ਨੂੰ ਕੋਈ ਫਰਕ ਨਹੀਂ ਪੈਂਦਾ, ਲੇਕਿਨ ਪਰਮੇਸ਼ਰ ਦਾਸ ਚਾਹੁੰਦਾ ਗਾ ਕਿ ਮੇਰਾ ਫਲ ਹੈ, ਮੈਂ ਮਿਹਨਤ ਕੀਤੀ ਹੈ, ਇਹ ਨਾਸ ਵਿੱਚ ਨਾ ਚਲਾ ਜਾਏ।
ਲੇਕਿਨ ਸਹੀ ਦੇ ਵਿੱਚ ਅੱਜ ਕੋਈ ਤਾੜਨਾ ਪਸੰਦ ਨਹੀਂ ਕਰਦਾ। ਜਦੋਂ ਪਰਮੇਸ਼ਰ ਦੇ ਦਾਸ ਦੀ ਤਾੜਨਾ ਪਸੰਦ ਨਹੀਂ ਕਰਦੇ, ਇੱਕ ਸੇਵਕ ਦੀ ਤਾੜਨਾ ਪਸੰਦ ਨਹੀਂ ਕਰਦੇ, ਤੇ ਜਿਹੜੇ ਦੂਜੇ ਲੋਕ ਨੇ ਜਦ ਉਹ ਤੁਹਾਡਾ ਸਤਾਓ ਕਰਨਗੇ, ਜਦ ਉਹ ਤੁਹਾਨੂੰ ਪਰੇਸ਼ਾਨ ਕਰਨਗੇ, ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਨੂੰ ਮਾਰਨਗੇ, ਫਿਰ ਤੁਸੀਂ ਕੀ ਕਰੋਗੇ? ਫਿਰ ਕਿੱਥੇ ਦੌੜੋਗੇ ਤੁਸੀਂ? ਕਿੱਥੇ ਭੱਜੋਗੇ ਤੁਸੀਂ? ਇਹ ਗੱਲਾਂ ਹੋਣਗੀਆਂ, ਬਾਈਬਲ ਦੇ ਵਿੱਚ ਲਿਖਿਆ ਹੈਗਾ। ਤੁਸੀਂ ਪੜਿਆ ਸੁਣਿਆ ਹੈ ਜਾਂ ਨਹੀਂ ਸੁਣਿਆ? ਕਿੱਦਾਂ ਹੋਣਗੀਆਂ? ਬੋਲੋ ਤਾਂ ਸਹੀ। ਪੜਿਆ ਸੁਣਿਆ ਹੈ ਨਾ ਸਾਰਿਆਂ ਨੇ? ਜੇ ਨਹੀਂ ਤਾਂ ਮੈਂ ਪੜ੍ਹਾ ਦੇਣਾ, ਬਾਈਬਲ ਦੇ ਵਿੱਚੋਂ ਲਿਖਿਆ ਇਦਾਂ ਸਾਰੀਆਂ ਗੱਲਾਂ। ਆਪਾਂ ਪੜ੍ਹ ਰਹੇ ਹਾਂ ਗੱਲਾਂ ਕਿ ਇਸ ਤਰ੍ਹਾਂ ਹੋਣ ਵਾਲਾ ਗਾ, ਔਰ ਇਹ ਹੋ ਕੇ ਰਹੇਗਾ। ਇਧਰ ਹੀ ਨਾ ਤਾਂ ਪ੍ਰਾਰਥਨਾ ਤੁਹਾਡੀ ਸੁਣੀ ਜਾਏਗੀ, ਔਰ ਨਾ ਹੀ ਪ੍ਰਾਰਥਨਾ ਕਰਨ ਦਾ ਕੋਈ ਫਾਇਦਾ ਗਾ। ਅਗਰ ਪ੍ਰਾਰਥਨਾ ਕਰਨੀ ਹੈ ਤਾਂ ਇਹ ਪ੍ਰਾਰਥਨਾ ਕਰਿਓ ਕਿ ਪ੍ਰਭੂ ਆਉਣ ਵਾਲੇ ਦਿਨ ਬੁਰੇ ਨੇ, ਆਉਣ ਵਾਲੇ ਦਿਨ ਭਿਆਨਕ ਨੇ, ਉਹਨਾਂ ਦੇ ਵਿੱਚ ਅਸੀਂ ਖੜੇ ਰਹੀਏ, ਬਣੇ ਰਹੀਏ, ਤੁਹਾਡਾ ਇਨਕਾਰ ਨਾ ਕਰੀਏ, ਅਸੀਂ ਆਪਣੀ ਮੌਤ ਤੱਕ ਵਫਾਦਾਰ ਰਹੀਏ। ਜਦ ਪ੍ਰਭੂ ਯਿਸੂ ਮਸੀਹ ਬਾਗ ਗਤਸਮਨੀ ਵਿੱਚ ਗਏ ਸੀ ਨਾ ਪ੍ਰਾਰਥਨਾ ਕਰਨ ਦੇ ਲਈ, ਤਾਂ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰ ਰਹੇ ਸੀਗੇ, ਤਾਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕੀ ਕਿਹਾ ਸੀਗਾ? ਕਿਤੇ ਯਾਦ ਹੈ ਕੀ ਕਿਹਾ ਸੀਗਾ? ਜਾਗਦੇ ਰਹੋ, ਪ੍ਰਾਰਥਨਾ ਕਰੋ, ਕੀ ਪਰਤਿਆਵੇ ਵਿੱਚ ਨਾ ਪਾਓ। ਯਿਸੂ ਮਸੀਹ ਨੇ ਇਹ ਨਹੀਂ ਕਿਹਾ ਕਿ ਮੇਰੇ ਲਈ ਪ੍ਰਾਰਥਨਾ ਕਰੋ। ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਕਿ ਪ੍ਰਾਰਥਨਾ ਤੁਸੀਂ ਕਰੋ। ਕਿਹਦੇ ਲਈ? ਆਪਣੇ ਲਈ ਕਰੋ। ਕਿਉਂ? ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾਗਾ ਕਿ ਜਦੋਂ ਮੈਂ ਪਕੜਵਾਇਆ ਜਾਵਾਂਗਾ ਤਾਂ ਤੁਸੀਂ ਮੈਨੂੰ ਛੱਡ ਕੇ ਭੱਜ ਜਾਓਗੇ। ਤਾਂ ਚੇਲੇ ਕੋਈ ਵੀ ਅਸਰ ਨਹੀਂ, ਆਰਾਮ ਨਾਲ ਸੁੱਤੇ ਪਏ ਨੇ, ਆਰਾਮ ਨਾਲ ਸੁੱਤੇ ਹੋਏ ਨੇ। ਤਾਂ ਦੇਖੋ ਸਹੀ ਦੇ ਵਿੱਚ ਇਹ ਗੱਲਾਂ ਤਾਂ ਹੋਣੀਆਂ ਨੇ, ਇਨਸਾਨ ਦੇ ਜੀਵਨ ਦੇ ਵਿੱਚ ਇਹ ਪੱਕੀਆਂ ਹੋ ਕੇ ਰਹਿਣਗੀਆਂ। ਔਰ ਬਾਈਬਲ ਦੇ ਵਿੱਚ ਲਿਖਿਆ ਗਾ, ਮੇਰਾ ਵਚਨ ਪੜੋ, ਇਬਰਾਨੀਆਂ ਉਹਦਾ 11 ਦੇ ਆਏ। ਇਬਰਾਨੀਆਂ ਉਹਦਾ 11 ਦੇ ਆਏ, ਉਹਦੇ 33 ਵਚਨ ਤੋਂ ਪੜੋ। ਜਿਨ੍ਹਾਂ ਨੇਚਾ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸਿਰਾਂ ਨੂੰ ਬੰਦ ਕੀਤੇ। ਦੇਖੋ ਜਿਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ, ਮਤਲਬ ਸਾਰੀ ਗੱਲ ਲਿਖੀ ਹੋਈ ਹੈ ਕਿ ਜੋ ਵਿਸ਼ਵਾਸ ਦੇ ਸੂਰਬੀਰ ਸੀਗੇ ਉਹਨਾਂ ਦੇ ਬਾਰੇ ਲਿਖਿਆ ਹੋਇਆਗਾ ਕਿ ਉਹਨਾਂ ਨੇ ਪਾਤਸ਼ਾਹੀਆਂ ਨੂੰ ਫਤਿਹ ਕਰ ਲਿਆ, ਧਰਮ ਦੇ ਕੰਮ ਆਗਿਆਕਾਰੀ ਕੀਤੀ। ਤਾਂ ਫਿਰ ਕੀ ਲਿਖਿਆਗਾ? ਜੋ ਵਾਅਦੇ ਮਿਲੇ ਸੀਗੇ ਉਹਨਾਂ ਨੂੰ ਪ੍ਰਾਪਤ ਕੀਤਾ, ਤਾਂ ਬੱਬਰ ਸਿਰਾਂ ਦੇ ਮੂੰਹ ਬੰਦ ਕੀਤੇ। ਫਿਰ ਅੱਗੇ ਅੱਗ ਦੇ ਤਾਉ ਠੰਡੇ ਕੀਤਾ, ਗਵਾਰ ਦੇ ਧਾਰਾ ਤੋਂ ਬਚ ਨਿਕਲੇ। ਦੇਖੋ ਅੱਗ ਦੇ ਜੋ ਤਾਉ ਸੀਗੇ ਉਹਨਾਂ ਨੂੰ ਠੰਡਾ ਕਰ ਦਿੱਤਾ, ਤਾਂ ਜੋ ਤਲਵਾਰ ਦੇ ਧਾਰਾ ਸੀਗਾ ਉਹਨਾਂ ਤੋਂ ਬਚ ਨਿਕਲੇ। ਉਹ ਨਿਰਬਲਤਾਈ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਉਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ। ਟੀਵੀਆਂ ਨੇ ਆਪਣੇ ਮੁਰਦਿਆਂ ਨੂੰ ਫਿਰ ਜੀ ਉੱਠਿਆ ਹੋਇਆ ਨੂੰ ਲੱਭਿਆ। ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ। ਦੇਖੋ ਉਹ ਲੋਕ ਮਾਰੇ ਵੀ ਗਏ, ਡਾਂਗਾਂ ਨਾਲ ਮਾਰੇ ਗਏ, ਲੇਕਿਨ ਕਿਸੇ ਨੇ ਛੁਟਕਾਰਾ ਨਹੀਂ ਮੰਨਿਆ। ਮਤਲਬ ਇਨਕਾਰ ਨਹੀਂ ਕਰਿਆ ਕਿਸੇ ਨੇ, ਕਿਹਾ ਨਹੀਂ ਕਿ ਸਾਨੂੰ ਬਖਸ਼ ਦਿਓ, ਸਾਡੇ ਤੇ ਰਹਿਮ ਕਰ ਦਿਓ, ਅਸੀਂ ਮਰਨਾ ਨਹੀਂ ਚਾਹੁੰਦੇ। ਫਿਰ ਕੀ ਹੈ? ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ, ਉੱਤਮ ਕਿਆਮਤ ਨੂੰ ਪ੍ਰਾਪਤ ਕਰਨਾ, ਉਹਦੇ ਲਈ ਆਪਣੇ ਆਪ ਨੂੰ ਵੀ ਦੇ ਦਿੱਤਾ ਉਹਨਾਂ ਨੇ। ਫਿਰ 36 ਅਤੇ ਕਈ ਕੁੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਗਾਣ, ਸਗੋਂ ਜਕੜੇ ਜਾਣ ਅਤੇ ਕਹਿਣ ਹੋਣ ਨਾਲ ਪਰਤਾਏ ਗਏ। ਦੇਖੋ ਠੱਠਿਆਂ ਵਿੱਚ, ਮਜ਼ਾਕਾਂ ਵਿੱਚ ਉਡਾਏ ਗਏ, ਕੋੜਿਆਂ ਨਾਲ ਮਾਰੇ ਗਏ, ਬਹੁਤ ਕੁਝ ਹੋਇਆ ਨਾ ਲੋਕਾਂ ਦੇ ਨਾਲ। ਫਿਰ ਉਹ ਪਥਰਾਓ ਕੀਤੇ ਗਏ। ਹਾਂ, ਪੱਥਰ ਵੀ ਮਾਰੇ ਗਏ ਉਹਨਾਂ ਦੇ ਉੱਪਰ, ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ। ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਝੱਲਦੇ ਹੋਏ, ਭੇਡਾਂ ਤੇ ਬੱਕਰੀਆਂ ਦੀਆਂ ਕਰੜੀਆਂ ਪਹਿਨੇ ਮਾਰੇ ਫਿਰਦੇ ਰਹੇ। ਦੇਖੋ ਇਹ ਸਭ ਕੁਝ ਉਹਨਾਂ ਦੇ ਨਾਲ ਹੋਇਆ। ਕੋਈ ਦੱਸ ਸਕਦਾ ਹੈ ਕਿਉਂ ਹੋਇਆ ਇਹਨਾਂ ਦੇ ਨਾਲ? ਕੋਈ ਦੱਸ ਸਕਦਾ ਹੈ ਕਿਉਂ ਹੋਇਆ ਹੋਊਗਾ ਇਹ ਨਾਲ? ਇਹਨਾਂ ਲੋਕਾਂ ਨੇ ਯਿਸੂ ਮਸੀਹ ਦੀ ਗਵਾਹੀ ਦਿੱਤੀ, ਇਹਨਾਂ ਲੋਕਾਂ ਨੇ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕੀਤਾ, ਇਹਨਾਂ ਲੋਕਾਂ ਨੇ ਯਿਸੂ ਮਸੀਹ ਦੇ ਬਾਰੇ ਲੋਕਾਂ ਨੂੰ ਜਾ ਕੇ ਦੱਸਿਆ, ਇਹਨਾਂ ਲੋਕਾਂ ਨੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ, ਇਹਨਾਂ ਲੋਕਾਂ ਨੇ ਮਿਲ ਕੇ ਸੰਗਤੀ ਕੀਤੀ, ਜਿਹਦੇ ਕਰਕੇ ਕੀ ਹੋਇਆ? ਇਹਨਾਂ ਦੇ ਉੱਪਰ ਪਥਰਾਓ ਕੀਤਾ ਗਿਆ, ਇਹਨਾਂ ਨੂੰ ਸਿਰਾਂ ਦੇ ਘੋੜਿਆਂ ਵਿੱਚ ਸੁੱਟਿਆ ਗਿਆ, ਬਲਦੀ ਅੱਗ ਵਿੱਚ ਸੁੱਟਿਆ ਗਿਆ, ਇਹਨਾਂ ਦੇ ਕੋੜੇ ਮਾਰੇ ਗਏ, ਇਹਨਾਂ ਨਾਲ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ। ਕਿਉਂ ਕੀਤਾ ਗਿਆ? ਕਿਉਂਕਿ ਯਿਸੂ ਮਸੀਹ ਦਾ ਨਾਮ ਲੈਂਦੇ ਸੀ ਇਹ ਲੋਕ, ਯਿਸੂ ਮਸੀਹ ਦਾ ਪ੍ਰਚਾਰ ਕਰਦੇ ਸੀ ਇਹ ਲੋਕ, ਯਿਸੂ ਮਸੀਹ ਦੀ ਗਵਾਹੀ ਦਿੰਦੇ ਸੀ ਇਹ ਲੋਕ, ਯਿਸੂ ਮਸੀਹ ਦੀ ਮਹਿਮਾ ਕਰਦੇ ਸੀਗੇ, ਆਰਾਧਨਾ ਕਰਦੇ ਸੀਗੇ, ਇਕੱਠੇ ਹੁੰਦੇ ਸੀਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ।
ਜਿਸ ਤਰ੍ਹਾਂ ਅੱਜ ਤੁਸੀਂ ਮੈਂ ਆਪਾਂ ਸਾਰੇ ਇਕੱਠੇ ਹੋਏ ਆ, ਇਸੇ ਤਰ੍ਹਾਂ ਇਹ ਲੋਕ ਵੀ ਇਕੱਠਾ ਹੁੰਦੇ ਸੀਗੇ। ਲੇਕਿਨ ਇਹ ਲੋਕ ਡਰਦੇ ਨਹੀਂ ਸੀਗੇ। ਕਿਉਂ? ਕਿਉਂਕਿ ਇਹਨਾਂ ਦੀਆਂ ਨਜ਼ਰਾਂ ਕਿੱਥੇ ਸੀਗੀਆਂ? ਉਹ ਸਵਰਗ ਦੇ ਵੱਲ ਸੀਗੀਆਂ ਕਿ ਅਸੀਂ ਸਵਰਗ ਦੇ ਵਾਰਸ ਹੋਣਾਗਾ, ਅਸੀਂ ਉੱਥੇ ਹਿੱਸਾ ਪਾਉਣਾਗਾ। ਅੱਜ ਲੋਕ ਇਕੱਠਾ ਹੁੰਦੇ ਨੇ, ਅੱਜ ਲੋਕ ਪ੍ਰਚਾਰ ਕਰਦੇ ਨੇ, ਅੱਜ ਲੋਕ ਪਰਮੇਸ਼ਵਰ ਦੀ ਮਹਿਮਾ ਕਰਦੇ ਨੇ, ਲੇਕਿਨ ਜਦੋਂ ਮਸੀਹ ਦੇ ਨਾਮ ਦੇ ਕਰਕੇ ਇਨਸਾਨ ਦੀ ਸਤਾਵਟ ਹੋਵੇ, ਕੋਈ ਵਿਰੋਧ ਕਰੇ, ਤਾਂ ਨਾਲ ਦੇ ਨਾਲ ਇਨਸਾਨ ਕੀ ਹੈ, ਸਾਰੇ ਪਾਸੇ ਖੂਨ ਘੁਮਾ ਦਿੰਦਾਗਾ, ਵੀਡੀਓ ਪਾ ਦਿੰਦਾ। ਦੇਖੋ ਸਾਡੇ ਇੱਥੇ ਸਤਾਅ ਹੋ ਗਿਆ, ਦੇਖੋ ਸਾਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾਗਾ। ਇਨਸਾਨ ਪੁਲਿਸ ਦੀ ਸਹਾਇਤਾ ਲੈਂਦਾਗਾ। ਇਨਸਾਨ ਕੀ ਕਰਦਾਗਾ? ਇਨਸਾਨ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾਗਾ। ਜਦ ਕਿ ਬਾਈਬਲ ਦੇ ਵਿੱਚ ਲਿਖਿਆਗਾ, ਬਾਈਬਲ ਦੇ ਵਿੱਚ ਲਿਖਿਆਗਾ, ਅਗਰ ਤੁਸੀਂ ਮਸੀਹ ਦਾ ਨਾਮ ਲਵੋਗੇ ਤਾਂ ਤੁਹਾਡੀ ਸਤਾਵਟ ਹੋਵੇਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤੁਹਾਡੇ ਉੱਪਰ ਸਤਾਵਟ ਨਾ ਹੋਵੇ, ਅਗਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਸਤਾਇਆ ਨਾ ਜਾਏ, ਤਾਂ ਮਿਹਰਬਾਨੀ ਕਰਕੇ ਇਸ ਮਸੀਹ ਨੂੰ ਛੱਡ ਕੇ ਹੁਣੇ ਚਲੇ ਜਾਓ। ਕੋਈ ਫਾਇਦਾ ਨਹੀਂ ਤੁਹਾਨੂੰ ਪ੍ਰਾਰਥਨਾ ਕਰਨ ਦਾ, ਕੋਈ ਫਾਇਦਾ ਨਹੀਂ ਤੁਹਾਨੂੰ ਬਾਈਬਲ ਪੜ੍ਹਨ ਦਾ, ਜਦ ਇਸ ਸਤਾਵ ਦੇ ਵਿੱਚ ਤੁਸੀਂ ਆਉਣਾ ਹੀ ਨਹੀਂ, ਜਦ ਤੁਸੀਂ ਸਵਰਗ ਦੇ ਵਿੱਚ ਜਾਣਾ ਹੀ ਨਹੀਂ ਹੈ। ਇਹ ਤੁਹਾਡਾ ਹਿੱਸਾ ਹੈ ਸਵਰਗ ਦੇ ਵਿੱਚ ਜਾਣ ਦੇ ਲਈ। ਔਰ ਬਾਈਬਲ ਦੇ ਵਿੱਚ ਲਿਖਿਆ ਜਿੰਨੇ ਭਗਤੀ ਨਾਲ ਉਮਰ ਕੱਟਣਾ ਚਾਹੁੰਦੇ ਨੇ ਸਭੇ ਸਤਾਏ ਜਾਣਗੇ। ਮਤਲਬ ਸਤਾਵਟ ਤਾਂ ਹੋਵੇਗੀ, ਹੋਵੇਗੀ, ਹਰ ਇੱਕ ਇਨਸਾਨ ਦੀ ਹੋਵੇਗੀ। ਅੱਜ ਵੱਡੇ ਵੱਡੇ ਸੇਵਕ ਲੋਕ ਕੀ ਕਰ ਰਹੇ ਨੇ? ਜਦ ਕੋਈ ਬੰਦਗੀ ਰੋਕ ਦਿੰਦਾਗਾ ਤੇ ਰੋਕਤਾ ਤਾਂ ਫਿਰ ਕਿੱਡੀ ਗੱਲ ਹੋਗੀ ਰੋਕਤਾ। ਅਗਰ ਕਿੱਥੇ ਵਿਰੋਧ ਹੋ ਰਿਹਾਗਾ ਫਿਰ ਕਿੱਡੀ ਗੱਲ ਹੋਗੀ ਵਿਰੋਧ ਹੋ ਰਿਹਾਗਾ। ਇਹ ਗੱਲਾਂ ਤਾਂ ਤੁਹਾਨੂੰ ਅੱਜ ਪਤਾ ਲੱਗ ਰਹੀਆਂ ਨੇ, ਲੇਕਿਨ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਤਾਂ ਯਿਸੂ ਮਸੀਹ ਬੋਲ ਕੇ ਗਏ ਨੇ ਗੱਲਾਂ ਕਿ ਗੱਲਾਂ ਹੋਣਗੀਆਂ। ਔਰ ਜਿਹੜਾ ਇਹ ਗੱਲਾਂ ਵਿੱਚ ਬਣਿਆ ਰਿਹਾ, ਜਿਹੜਾ ਇਹ ਗੱਲਾਂ ਵਿੱਚ ਟਿਕਿਆ ਰਿਹਾ, ਉਹ ਇਨਸਾਨ ਕਿੱਥੇ ਜਾਏਗਾ? ਉਹ ਸਵਰਗ ਵਿੱਚ ਜਾਏਗਾ। ਉਹਦਾ ਹਿੱਸਾ ਕਿੱਥੇ ਹੋਵੇਗਾ? ਉਸੇ ਇਨਸਾਨ ਦਾ ਹਿੱਸਾ ਸਵਰਗ ਦੇ ਵਿੱਚ ਹੋਏਗਾ ਜਿਹੜਾ ਇਨਸਾਨ ਇਹ ਗੱਲਾਂ ਵਿੱਚ ਬਣਿਆ ਰਿਹਾ। ਲੇਕਿਨ ਸਹੀ ਦੇ ਵਿੱਚ ਇਨਸਾਨ ਨੂੰ ਸਵਰਗ ਵੀ ਚਾਹੀਦਾਗਾ ਔਰ ਧਰਤੀ ਉੱਪਰ ਚੰਗਾ ਜੀਵਨ ਵੀ ਚਾਹੀਦਾਗਾ। ਇਨਸਾਨ ਚਾਹੁੰਦਾ ਕਿ ਧਰਤੀ ਉੱਪਰ ਮੇਰੇ ਠਾਠ ਬਾਠ ਹੋਣ, ਮੇਰੀ ਇੱਜ਼ਤ ਹੋਵੇ, ਮੇਰੀ ਮਾਨ ਮਰਿਆਦਾ ਹੋਵੇ, ਮੇਰੀ ਸ਼ੋਭਾ ਹੋਵੇ, ਲੋਕਾਂ ਵਿੱਚ ਮੇਰਾ ਨਾਮ ਹੋਵੇ। ਲੇਕਿਨ ਇੱਥੇ ਕੋਈ ਵੀ ਬਲੀਦਾਨ ਨਹੀਂ ਕਰਨਾ, ਇੱਥੇ ਕੁਝ ਵੀ ਨਹੀਂ ਛੱਡਣਾ, ਇੱਥੇ ਨਿੰਦਿਆ ਸਹਿਣ ਨਹੀਂ ਕਰਨੀ, ਇੱਥੇ ਯਿਸੂ ਮਸੀਹ ਦੇ ਨਾਮ ਦੇ ਲਈ ਦੁੱਖ ਨਹੀਂ ਸਹਿਣ ਕਰਨਾ, ਲੇਕਿਨ ਮੈਨੂੰ ਸਵਰਗ ਵੀ ਮਿਲ ਜਾਏ। ਇਦਾਂ ਨਹੀਂ ਹੋਣ ਵਾਲਾ। ਅਗਰ ਸਵਰਗ ਦੇ ਵਾਰਸ ਬਣਨਾਗਾ ਤਾਂ ਤੁਹਾਨੂੰ ਦੁੱਖ ਮਿਲੇਗਾ, ਮਿਲੇਗਾ, ਮਿਲੇਗਾ ਔਰ ਪੱਕਾ ਮਿਲੇਗਾ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਤੁਹਾਡੇ ਤੋਂ ਪਹਿਲਾਂ ਜਿੰਨੇ ਵੀ ਨਬੀ ਲੋਕ ਆਏ, ਜਿੰਨੇ ਵੀ ਪਰਮੇਸ਼ਰ ਦੇ ਦਾਸ ਲੋਕ ਆਏ, ਉਹਨਾਂ ਦਾ ਕੀ ਹੋਇਆਗਾ? ਸਤਾਅ ਹੋਇਆਗਾ। ਉਹਨਾਂ ਲੋਕਾਂ ਨੇ ਆਪਣਾ ਹਿੱਸਾ ਸਵਰਗ ਵਿੱਚ ਬਣਾਇਆਗਾ, ਉਹਨਾਂ ਨੇ ਆਪਣਾ ਯੋਗਦਾਨ ਦਿੱਤਾਗਾ ਉਹਦੇ ਵਿੱਚ। ਲੇਕਿਨ ਤੁਸੀਂ ਲੋਕ ਜਾਂ ਅੱਜ ਦੇ ਵਿਸ਼ਵਾਸੀ ਲੋਕ ਉਹ ਹਿੱਸਾ ਨਹੀਂ ਪਾਣਾ ਚਾਹੁੰਦੇ। ਜਦੋਂ ਹਿੱਸਾ ਨਹੀਂ ਪਾਣਾ ਚਾਹੁੰਦੇ ਫਿਰ ਜਾਓਗੇ ਕਿੱਥੇ? ਹਾਲੇਲੂਇਆ, ਹਾਲੇਲੂਇਆ। ਅੱਗੇ ਪੜੋ ਜੀ ਕੀ ਲਿਖਿਆ ਬਾਈਬਲ ਦੇ ਵਿੱਚ। ਇੱਥੇ ਦੇਖੋ ਜੋ ਆਪਾਂ ਪੜ੍ਹਿਆ ਸੀ ਨਾ, ਹੁਣ ਇੱਥੇ ਸਾਰੀਆਂ ਗੱਲਾਂ ਲਿਖੀਆਂ, ਸਤਾਅ ਕਿਵੇਂ ਹੋਇਆ ਉਹਨਾਂ ਦਾ। ਉਹਨਾਂ ਨੂੰ ਪਸ਼ੂ ਦੀਆਂ ਖੱਲੜੀਆਂ ਵਿੱਚ ਬੰਨ ਕੇ ਧੁੱਪ ਸੁੱਟ ਉਹਨਾਂ ਨੂੰ ਪਸ਼ੂਆਂ ਦੇ ਖੱਲੜੀਆਂ ਵਿੱਚ ਬੰਨ ਕੇ ਧੁੱਪ ਵਿੱਚ ਸੁੱਟ ਦਿੰਦੇ ਸੀਗੇ। ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ, ਉਹਨਾਂ ਨੂੰ ਬਹੁਤ ਸਤਾਵਟ ਉਹਨਾਂ ਦੀ ਹੋਈ, ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ। ਪੜੋ ਜੀ ਅੱਗੇ ਇਹਦੀ 11:38, ਇਬਰਾਨੀ 11:38। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਦੇਖੋ ਸੰਸਾਰ ਉਹਨਾਂ ਦੇ ਯੋਗ ਨਹੀਂ ਸੀਗਾ, ਲੇਕਿਨ ਲੋਕਾਂ ਨੂੰ ਲੱਗਦਾ ਕਿ ਸੰਸਾਰ ਸਾਡੇ ਯੋਗ ਹੈ। ਪਰਮੇਸ਼ਵਰ ਨੇ ਪਹਿਲਾਂ ਹੀ ਕਿਹਾਗਾ ਕਿ ਮੇਰੇ ਪਿੱਛੇ ਆਉਣਾਗਾ ਤਾਂ ਸਭ ਕੁਝ ਦਾ ਇਨਕਾਰ ਕਰ ਦਿਓ। ਸੰਸਾਰ ਤੁਹਾਡੇ ਯੋਗ ਨਹੀਂ ਹੈ। ਲੇਕਿਨ ਅੱਜ ਦੇ ਲੋਕ ਸੰਸਾਰ ਵੀ ਖੁਸ਼ ਕਰਦੇ ਨੇ, ਅੱਜ ਦੇ ਵਿਸ਼ਵਾਸੀ ਲੋਕ ਪਰਮੇਸ਼ਵਰ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਲੇਕਿਨ ਸੰਸਾਰ ਉਹਨਾਂ ਦੇ ਯੋਗ ਹੀ ਨਹੀਂ ਹੈ। ਹਾਂ, ਉਹ ਉਜਾੜਾ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੇ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਦੇਖੋ ਉਹ ਲੋਕਾਂ ਨੇ ਕੈਸਾ ਜੀਵਨ ਜੀ ਕੇ ਦਿਖਾਇਆ ਯਾਰ। ਉਹ ਤਾਂ ਲੁਕਦੇ ਸੀਗੇ ਲੋਕਾਂ ਕੋਲੋਂ, ਲੁਕਦੇ ਫਿਰੇ। ਲੋਕ ਕੇ ਨਾਲ ਕੀ ਕरेगा? ਆਪਣੇ ਆਪ ਨੂੰ ਬਚਾਇਆਗਾ। ਕਿਉਂ ਬਚਾਉਂਦੇ ਸੀਗੇ? ਮਰਨ ਤੋਂ ਨਹੀਂ ਡਰਦੇ ਸੀਗੇ ਉਹ ਲੋਕ। ਉਹ ਕੀ ਚਾਹੁੰਦੇ ਸੀਗੇ? ਅਸੀਂ ਬਚ ਜਾਈਏ ਤਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਿਤੇ ਹੋਰ ਜਾ ਕੇ ਕਰੀਏ, ਤਾਂ ਕਿ ਅਸੀਂ ਜਾ ਕੇ ਯਿਸੂ ਮਸੀਹ ਦਾ ਪ੍ਰਚਾਰ ਹੋਰ ਲੋਕਾਂ ਨੂੰ ਦੱਸੀਏ ਜਾ ਕੇ। ਦੇਖੋ ਉਹ ਲੋਕ ਕੀ ਕਰਦੇ ਸੀਗੇ? ਆਪਣੇ ਆਪ ਨੂੰ ਲੁਕਾਉਂਦੇ ਸੀਗੇ ਤਾਂ ਕਿ ਜਿਸ ਤਰ੍ਹਾਂ ਅਸੀਂ ਬਚੇ ਹੋਏ ਹਾਂ ਅਸੀਂ ਹੋਰ ਲੋਕਾਂ ਨੂੰ ਬਚਾ ਲਈਏ। ਇਹ ਲੋਕਾਂ ਦਾ ਕੋਈ ਬੁਜ਼ਦਿਲੀ ਨਹੀਂ ਹੈ, ਇਹ ਲੋਕਾਂ ਦਾ ਕੋਈ ਡਰ ਨਹੀਂ ਹੈ। ਇਹ ਕਦ ਲਈ ਸੀਗਾ? ਤਾਂ ਕਿ ਮੈਂ ਦੂਜੇ ਲੋਕਾਂ ਨੂੰ ਬਚਾ ਸਕਾਂ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਗੱਲ ਕਹੀ ਹੋਈ ਹੈ ਕਿ ਜੇ ਤੁਹਾਨੂੰ ਕੋਈ ਪਰੇਸ਼ਾਨ ਕਰੇ ਉੱਥੋਂ ਭੱਜੋ, ਹੋਰ ਜਗ੍ਹਾ ਚਲੇ ਜਾਓ ਤਾਂ ਕੋਈ ਬਚਾਇਆ ਜਾਏ। ਇੱਕ ਵਾਰ ਫਿਰ ਪੜ੍ਹੋ ਜਿਹਨੂੰ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਹਾਂ, ਉਹ ਉਜਾੜਾ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੇ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਦੇਖੋ ਲੁਕਦੇ ਫਿਰਦੇ ਸੀਗੇ ਲੋਕ ਵੀ ਤਾਂ ਕਿ ਹੋਰ ਲੋਕ ਬਚਾਏ ਜਾਣ। ਦੇਖੋ ਮਰਨ ਤੋਂ ਨਹੀਂ ਡਰੇ, ਇਹ ਤਾਂ ਲੋਕਾਂ ਨੂੰ ਬਚਾਉਣ ਦੇ ਲਈ ਲੁਕਦੇ ਫਿਰੇ।
ਪਤਾ ਸੀਗਾ ਕਿ ਮਰ ਤਾਂ ਜਾਣਾ ਹੀ ਅਸੀਂ ਨੇ, ਔਰ ਮਰਨ ਤੋਂ ਬਾਅਦ ਸਾਨੂੰ ਸਵਰਗ ਪੱਕਾ ਮਿਲਣੇ ਵਾਲਾ ਹੈਗਾ। ਇਹ ਸਾਰੀ ਗੱਲ ਜਾਣਦੇ ਸੀਗੇ। ਹਾਲੇਲੂਇਆ। ਮੈਂ ਪਹਿਲਾਂ ਕਿਹਾ ਗਾ ਚੌਕੀ ਨਾਲ ਬੈਠੋ। ਦੇਖੋ ਇਹ ਲੋਕ ਤਾਂ ਜਾਣਦੇ ਸੀਗੇ ਕਿ ਜਦੋਂ ਅਸੀਂ ਮਰਾਂਗੇ ਤੇ ਸਾਡਾ ਸਵਰਗ ਦੇ ਵਿੱਚ ਹਿੱਸਾ ਹੈ ਹੀ, ਲੇਕਿਨ ਫਿਰ ਵੀ ਲੁਕਦੇ ਸੀਗੇ। ਕਿਉਂ? ਕਿਉਂਕਿ ਕੋਈ ਹੋਰ ਬਚ ਜਾਏ, ਹੋਰ ਬਚ ਜਾਏ। ਫਿਰ ਅੱਗੇ ਪੜੋ ਜੀ 39। ਅਤੇ ਇਹ ਸਭੇ ਭਾਵੇਂ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਹਾਂ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ। ਦੇਖੋ ਇਹ ਸਾਰੇ ਉਹਨਾਂ ਲਈ ਭਾਵੇਂ ਨੇਚਾ ਦਾ ਇਹ ਗਵਾਹੀ ਹੋਈ, ਪਰ ਜੋ ਵਾਅਦਾ ਇਹਨਾਂ ਨੂੰ ਮਿਲਿਆ ਹੋਇਆਗਾ, ਜੋ ਵਾਅਦਾ ਪਰਮੇਸ਼ਵਰ ਨੇ ਕੀਤਾ ਸੀ ਇਹਨਾਂ ਨਾਲ, ਉਹ ਕੀ ਹਜੇ ਤੱਕ ਇਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਪ੍ਰਾਪਤ ਨਹੀਂ ਹੋਇਆ, ਸਮਝ ਰਹੇ ਹੋ? ਮਤਲਬ ਜੋ ਸਵਰਗ ਪਰਮੇਸ਼ਵਰ ਨੇ ਕਿਹਾਗਾ, ਹਜੇ ਤੱਕ ਇਹ ਲੋਕ ਸਵਰਗ ਵਿੱਚ ਗਏ ਨਹੀਂ। ਸਵਰਗ ਹਜੇ ਇਹਨਾਂ ਨੂੰ ਮਿਲਿਆ ਨਹੀਂ ਹੈ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਸਵਰਗ ਹਜੇ ਤੱਕ ਇਹਨਾਂ ਲੋਕਾਂ ਨੂੰ ਮਿਲਿਆ ਨਹੀਂ ਹੈ। ਚਾਹੇ ਇਹਨਾਂ ਲੋਕਾਂ ਨੇ ਦੁੱਖ ਸਹਿਣ ਕੀਤਾਗਾ, ਚਾਹੇ ਲੋਕਾਂ ਨੇ ਨਿੰਦਿਆ ਸਹਿਣ ਕੀਤੀ ਹੈ, ਚਾਹੇ ਇਹਨਾਂ ਦੀ ਬਦਨਾਮੀ ਕੀਤੀ ਗਈ ਹੈ, ਚਾਹੇ ਲੋਕ ਮਾਰੇ ਗਏ, ਯਿਸੂ ਮਸੀਹ ਦੇ ਨਾਮ ਦੇ ਕਰਕੇ ਜਲੀਲ ਹੋ ਗਏ, ਲੇਕਿਨ ਜੋ ਵਾਅਦਾ ਇਹਨਾਂ ਨੂੰ ਦਿੱਤਾ ਸੀਗਾ ਉਹ ਵਾਅਦਾ ਅਜੇ ਤੱਕ ਇਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਉਹਦਾ ਕਾਰਨ ਕੀ ਹੈ? ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਪੜੋ ਅੱਗੇ ਜੀ 40 ਵਚਨ। ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਦੇਖੋ ਹਾਲੇਲੂਇਆ, ਹਾਲੇਲੂਇਆ। ਗੱਲ ਨੂੰ ਧਿਆਨ ਨਾਲ ਸੁਣੋ, ਫਿਰ ਲੈ ਬਚਨ ਬਾਹਰ। ਹਾਲੇਲੂਇਆ, ਦੇਖੋ ਪੜੋ ਜੀ ਇੱਕ ਵਾਰ ਫਿਰ 40 ਵਚਨ। ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ। ਦੇਖੋ ਪਰਮੇਸ਼ਵਰ ਨੇ ਸਾਡੇ ਲਈ ਇੱਕ ਚੰਗੀ ਗੱਲ ਸੋਚ ਰੱਖੀ ਹੈ। ਕਿਹਦੇ ਲਈ? ਬੋਲੋ ਕਿਹਦੇ ਲਈ? ਸਾਡੇ ਲਈ। ਕਿਹੜੀ ਗੱਲ? ਅਗਰ ਉਹ ਲੋਕ ਮਰ ਗਏ, ਯਿਸੂ ਮਸੀਹ ਦੇ ਨਾਮ ਦੇ ਕਰਕੇ ਸਤਾਵਟ ਹੋ ਗਈ, ਯਿਸੂ ਮਸੀਹ ਦੇ ਨਾਮ ਦੇ ਕਰਕੇ ਉਹ ਲੋਕ ਸ਼ਹੀਦ ਹੋ ਗਏ, ਉਹਨਾਂ ਨੂੰ ਉਹ ਵਾਅਦਾ ਪ੍ਰਾਪਤ ਨਹੀਂ ਹੋਇਆ। ਉਹਦਾ ਕਾਰਨ ਕੀ ਸੀਗਾ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਲਈ, ਮੇਰੇ ਲਈ, ਸਾਡੇ ਸਾਰਿਆਂ ਦੇ ਲਈ, ਔਰ ਜੋ ਬਾਅਦ ਵਿੱਚ ਆਉਣ ਵਾਲੇ ਨੇ ਉਹਨਾਂ ਸਾਰਿਆਂ ਦੇ ਲਈ ਕੀ ਹੈ? ਇੱਕ ਚੰਗੀ ਗੱਲ ਸੋਚੀ ਹੋਈ ਹੈ। ਇੱਕ ਵਾਰ ਫਿਰ ਪੜੋ ਜੀ ਇਹਨੂੰ 40 ਨੂੰ। ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ, ਹਾਂ। ਪਰ ਉਹ ਸਾਥੋਂ ਬਿਨਾਂ ਕਾਮਿਲ ਨਾ ਹੋ। ਉਹ ਸਾਥੋਂ ਬਿਨਾਂ ਕਾਮਿਲ ਨਾ ਹੋਣ। ਮਤਲਬ ਅਗਰ ਉਹ ਜਾਣਗੇ ਉਹਦੇ ਵਿੱਚ ਸਵਰਗ ਵਿੱਚ ਤੇ ਅਸੀਂ ਨਾ ਜਾਈਏ। ਇਹਨਾਂ ਦਾ ਹਿੰਦੀ ਵਚਨ ਪੜੋ ਕੋਈ ਹੈ ਤਾਂ ਕਿਸੇ ਕੋਲ। इब्रानी 11:40। क्योंकि परमेश्वर ने हमारे लिए पहले से एक उत्तम बात ठहराई कि वह हमारे बिना सिद्धता को ना पहुंचे। ਉਹ ਸਿੱਧ ਨਹੀਂ ਹੋਣਗੇ ਸਾਡੇ ਤੋਂ ਬਿਨਾਂ। ਸਾਡੇ ਤੋਂ ਪਹਿਲਾਂ ਕਿੰਨੇ ਵੀ ਲੋਕ ਸ਼ਹੀਦ ਹੋ ਚੁੱਕੇ ਨੇ, ਕਿੰਨੇ ਵੀ ਲੋਕ ਯਿਸੂ ਮਸੀਹ ਦੇ ਨਾਮ ਦੇ ਕਰਕੇ ਬਦਨਾਮ ਹੋ ਚੁੱਕੇ ਨੇ, ਕਿੰਨੇ ਵੀ ਲੋਕ ਯਿਸੂ ਮਸੀਹ ਦੇ ਨਾਮ ਦੇ ਕਰਕੇ ਉਹ ਮਤਲਬ ਦੁੱਖ ਸਹਿਣ ਕਰ ਚੁੱਕੇ ਨੇ, ਲੇਕਿਨ ਸਾਡੇ ਤੋਂ ਬਿਨਾਂ, ਤੁਹਾਡੇ ਤੋਂ ਬਿਨਾਂ, ਔਰ ਸਾਡੇ ਬਾਅਦ ਜੋ ਲੋਕ ਆਉਣ ਵਾਲੇ ਨੇ ਉਹਨਾਂ ਤੋਂ ਬਿਨਾਂ ਉਹ ਲੋਕ ਸਿੱਧ ਨਹੀਂ ਹੋਏ ਹਲੇ। ਮਤਲਬ ਉਹ ਸਵਰਗ ਉਹ ਹਲੇ ਤੱਕ ਉਹਨਾਂ ਨੂੰ ਮਿਲਿਆ ਨਹੀਂ ਹੈ। ਕਿੰਨੀ ਚੰਗੀ ਸੋਚ ਹੈ ਪਰਮੇਸ਼ਵਰ ਦੀ। ਪਰਮੇਸ਼ਵਰ ਨੇ ਕੀ ਕਿਹਾ? ਇਹਨਾਂ ਸਾਰਿਆਂ ਨੂੰ ਇੱਕ ਵਾਰ ਮੈਂ ਸਵਰਗ ਵਿੱਚ ਲੈ ਕੇ ਜਾਵਾਂਗਾ, ਇਕੱਠਿਆਂ ਨੂੰ ਲੈ ਕੇ ਜਾਵਾਂਗੇ, ਵਾਰੋ ਵਾਰੀ ਨਹੀਂ, ਇਕੱਠਿਆਂ ਨੂੰ ਲੈ ਕੇ ਜਾਵਾਂਗੇ। ਇਹਦਾ ਮਤਲਬ ਉੱਥੇ ਜਾਣਗੇ ਕੌਣ? ਉੱਥੇ ਤਾਂ ਉਹੀ ਜਾਣਗੇ ਜਿਨ੍ਹਾਂ ਦਾ ਹਿੱਸਾ ਹੋਊਗਾ ਉੱਥੇ। ਹਾਲੇਲੂਇਆ। ਜਿਨ੍ਹਾਂ ਲੋਕਾਂ ਨੇ ਸਵਰਗ ਵਿੱਚ ਆਪਣਾ ਹਿੱਸਾ ਪਾਇਆ ਹੋਇਆਗਾ, ਔਰ ਹਿੱਸਾ ਕਿਹੜਾ ਹੈਗਾ? ਇਹੀ ਜਿਹੜੇ ਨਿੰਦਾ ਸਹਿਣ ਕਰਦੇ ਨੇ, ਇਹੀ ਜਿਹੜੇ ਦੁੱਖ ਸਹਿਣ ਕਰਦੇ ਨੇ, ਇਹੀ ਲੋਕ ਜਿਹੜੇ ਲੋਕ ਯਿਸੂ ਮਸੀਹ ਦੇ ਨਾਮ ਦੇ ਕਰਕੇ ਸਤਾਏ ਜਾਂਦੇ ਨੇ। ਇਹ ਸਾਰੇ ਲੋਕ ਜਦ ਇਕੱਠੇ ਹੋ ਜਾਣਗੇ, ਜਦ ਸਾਰੇ ਲੋਕ ਇਕੱਠੇ ਹੋ ਜਾਣਗੇ ਤਾਂ ਸਾਰੇ ਲੋਕ ਕੀ ਜਾਣਗੇ? ਇੱਕ ਵਾਰ ਸਵਰਗ ਵਿੱਚ ਜਾਣਗੇ। ਅੱਗੇ ਪਿੱਛੜ ਨਹੀਂ ਗਏ ਕੋਈ ਵੀ, ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਇਹ ਗੱਲ। ਇੱਕ ਵਾਰ ਫਿਰ ਪੜੋ ਹਿੰਦੀ। क्योंकि परमेश्वर ने हमारे लिए पहले से एक उत्तम बात ठहराई उत्तम बात, चंगी गल परमेश्वर ने साडे सोची हुई है। किहड़ी गल? कि वह हमारे बिना सिद्धता को ना पहुंचे। साडे तो बिना सिद्धता नूं ना पहुंचण। ਇਹਦਾ ਮਤਲਬ ਪਰਮੇਸ਼ਵਰ ਦੀ ਸੋਚ ਇਹੀ ਹੈ ਕਿ ਸਾਰੇ ਹੀ ਲੋਕ ਇਕੱਠੇ ਸਵਰਗ ਵਿੱਚ ਜਾਣ। ਕਿਹੜਾ ਸਵਰਗ? ਜਿਹੜਾ ਕਿਸੇ ਨੇ ਦੇਖਿਆ ਨਹੀਂ ਹੈ, ਅੱਖਾਂ ਨੇ ਦੇਖਿਆ ਨਹੀਂ ਹੈ। ਕਿਹੜੀ ਜਗ੍ਹਾ? ਜਿਹੜੀ ਕਦੇ ਕੰਨਾਂ ਨੇ ਸੁਣੀ ਨਹੀਂ ਹੈ। ਕਿਹੜੀ ਜਗ੍ਹਾ? ਜਿਹੜੀ ਕਦੇ ਤੁਹਾਡੇ ਮਨ ਦੇ ਵਿੱਚ ਵੀ ਨਹੀਂ ਆਈ। ਹਾਲੇਲੂਇਆ। ਜਿਹੜੀ ਕਦੇ ਤੁਹਾਡੇ ਮਨ ਦੇ ਵਿੱਚ ਵੀ ਨਹੀਂ ਆਈ, ਉਹ ਜਗ੍ਹਾ ਦੇ ਵਿੱਚ ਪਰਮੇਸ਼ਵਰ ਕੀ ਕਰਨਾ ਚਾਹੁੰਦੇ ਨੇ? ਸਭ ਨੂੰ ਇਕੱਠੇ ਲੈ ਕੇ ਜਾਣਾ ਚਾਹੁੰਦੇ ਨੇ। ਹਰ ਇੱਕ ਵਚਨ ਪੜੋ ਮੇਰੇ ਨਾਲ। ਪ੍ਰਕਾਸ਼ ਦੀ ਪੋਥੀ ਉਹਦਾ 6 ਅਧਿਆਇ ਉਹਦਾ 9 ਵਚਨ ਪੜੋ। ਪ੍ਰਕਾਸ਼ ਦੀ ਪੋਥੀ 6 ਅਧਿਆਇ ਉਹਦਾ 9 ਵਚਨ। ਜਾਣ ਸਾਂਝੀ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੇ ਜਾਨਾਂ ਨੂੰ ਵੇਖਿਆ,
ਜਿਹੜੇ ਪਰਮੇਸ਼ਵਰ ਦੇ ਵਚਨ ਦੇ ਕਾਰਨ ਅਤੇ ਉਸ ਲਾਚੀ ਦੇ ਕਾਰਨ ਜੋ ਉਹਨਾਂ ਪਰ ਹੀ ਸੀ ਵੱਡੇ ਗਏ ਸਨ। ਦੇਖੋ ਇਹ ਉਹ ਲੋਕ ਨੇ, ਗੱਲ ਬਹੁਤ ਧਿਆਨ ਨਾਲ ਸੁਣਿਓ, ਪਰਮੇਸ਼ਰ ਦਾ ਵਚਨ ਤੁਹਾਨੂੰ ਸਮਝ ਆਏ। ਇਹ ਉਹ ਲੋਕ ਨੇ ਕਿ ਜਿਹੜੇ ਲੋਕ ਯਿਸੂ ਮਸੀਹ ਦਾ ਨਾਮ ਲੈਂਦੇ ਸੀਗੇ, ਯਿਸੂ ਮਸੀਹ ਦੀ ਗਵਾਹੀ ਦਿੰਦੇ ਸੀਗੇ, ਉਹ ਲੋਕ ਮਾਰੇ ਗਏ, ਉਹ ਸ਼ਹੀਦ ਕੀਤੇ ਗਏ। ਉਹ ਲੋਕ ਆਪਣੀ ਜਾਨ ਯਿਸੂ ਮਸੀਹ ਦੇ ਨਾਮ ਦੇ ਕਰਕੇ ਕੁਰਬਾਨ ਕਰ ਚੁੱਕੇ ਸੀਗੇ। ਇਹ ਉਹ ਲੋਕ ਸੀਗੇ। ਔਰ ਕੀ ਹੋਇਆ ਅੱਗੇ? ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ। ਹੁਣ ਦੇਖੋ ਇਹਨਾਂ ਲੋਕਾਂ ਨੇ ਆਵਾਜ਼ ਮਾਰੀ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ। ਕੀ ਪੁਕਾਰਿਆ? ਭਈ ਹੈ ਸੁਆਮੀ ਜੀ, ਹਾਂ। ਜਿਹੜਾ ਪਵਿੱਤਰ ਅਤੇ ਸੱਤ ਹੈ, ਹਾਂ। ਉਹ ਤੁਹਾਡੀ ਨੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲ ਸਾਡੇ ਲਹੂ ਦਾ ਵੱਡਾ ਨਹੀਂ ਲੈਂਦਾ। ਦੇਖੋ ਜਿਹੜੇ ਲੋਕ ਯਿਸੂ ਮਸੀਹ ਦੇ ਨਾਮ ਦੇ ਕਰਕੇ ਸ਼ਹੀਦ ਹੋ ਗਏ, ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇ ਕਰਕੇ ਕੁਰਬਾਨ ਹੋ ਗਏ, ਜਿਹੜੇ ਲੋਕ ਵਿਪਤਾ ਸਹਿ ਕੇ, ਕਸ਼ਟ ਸਹਿ ਕੇ ਆਪਣੀ ਜਾਨ ਦੇ ਕੇ ਗਏ, ਉਹਨਾਂ ਲੋਕਾਂ ਨੇ ਕੀ ਕਰਿਆ? ਉਸ ਜਗਵੇਦੀ ਦੇ ਨੀਚੇ ਜਾ ਕੇ ਕੀ ਕੀਤੀ? ਆਵਾਜ਼ ਮਾਰੀ। ਆਵਾਜ਼ ਕੀ ਮਾਰੀ? ਕਿ ਹੇ ਸੁਆਮੀ, ਜਿਹੜੇ ਧਰਤੀ ਦੇ ਲੋਕਾਂ ਨੇ ਸਾਨੂੰ ਮਾਰਿਆਗਾ ਨਾ, ਜਿਹੜੇ ਧਰਤੀ ਦੇ ਲੋਕਾਂ ਨੇ ਸਾਨੂੰ ਮਤਲਬ ਤੁਹਾਡੇ ਨਾਮ ਦੇ ਕਰਕੇ ਇਦਾਂ ਕੀਤਾਗਾ, ਸਾਨੂੰ ਬਦਲਾ ਲੈ ਕੇ ਦੇ, ਸਾਨੂੰ ਬਦਲਾ ਲੈ ਕੇ ਦੇ। ਤਾਂ ਫਿਰ ਕੀ ਹੋਇਆ? 11 ਵਚਨ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਉੱਚਾ ਬੋਲੋ ਯਾਰ, ਉੱਚਾ ਪੜੋ। ਅਤੇ ਉਹਨਾਂ ਵਿੱਚੋਂ ਇੱਧਰ ਪੜੋ, ਬਾਹਰੋਂ ਪੜੋ, ਸਿੰਧੇ ਬੰਦ ਅਤੇ ਕਰੋ। ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ। ਦੇਖੋ ਬਾਈਬਲ ਵਿੱਚ ਕੀ ਲਿਖਿਆਗਾ? ਉਹਨਾਂ ਵਿੱਚੋਂ ਹਰ ਇੱਕ ਨੂੰ ਚਿੱਟਾ ਵਸਤਰ ਦਿੱਤਾ ਗਿਆ। ਅਤੇ ਉਹਨਾਂ ਨੂੰ ਇਹ ਵਚਨ ਹੋਇਆ ਭਈ ਥੋੜਾ ਚਿਰ ਹੋਰ ਆਰਾਮ ਕਰੋ। ਕਿੰਨਾ ਚਿਰ ਆਰਾਮ ਕਰੋ? ਥੋੜਾ ਚਿਰ ਹੋਰ ਆਰਾਮ ਕਰੋ। ਗੱਲ ਨੂੰ ਬਹੁਤ ਧਿਆਨ ਨਾਲ ਸੁਣੋ। ਥੋੜਾ ਚਿਰ ਹੋਰ ਆਰਾਮ ਕਰੋ। ਅੱਗੇ ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ। ਜਿੰਨਾ ਚਿਰ ਪਰਮੇਸ਼ਰ ਦੇ ਦਾਸ, ਤੁਹਾਡੇ ਭਰਾ ਤੁਹਾਡੇ ਵਾਂਗ ਵੱਡੇ ਜਾਣ, ਤੁਹਾਡੇ ਵਾਂਗ ਮਾਰੇ ਜਾਣ, ਤੁਹਾਡੇ ਵਾਂਗ ਸ਼ਹੀਦ ਕੀਤੇ ਜਾਣ, ਉਹਨਾਂ ਦੀ ਗਿਣਤੀ ਪੂਰੀ ਨਾ ਹੋ ਲਵੇ, ਉਹਨਾਂ ਚਿਰ ਤੱਕ ਕੀ ਕਰੋ? ਥੋੜਾ ਟਾਈਮ ਆਰਾਮ ਕਰੋ। ਉਸ ਤੋਂ ਬਾਅਦ ਬਦਲਾ ਮੈਂ ਲੈ ਹੀ ਦੇਵਾਂਗਾ। ਹੁਣ ਇਹ ਵੀ ਚਾਹੁੰਦੇ ਨੇ ਕਿ ਪਰਮੇਸ਼ਰ ਸਾਨੂੰ ਇੱਥੋਂ ਕੱਢ, ਕਿੱਥੇ ਲੈ ਕੇ ਚੱਲ? ਉਹ ਸਵਰਗ ਦੇ ਵਿੱਚ ਲੈ ਕੇ ਚੱਲ ਕਿ ਜਿਹੜਾ ਕਦੇ ਦੇਖਿਆ ਹੀ ਨਹੀਂ ਹੈ, ਕਦੇ ਸੁਣਿਆ ਹੀ ਨਹੀਂ ਹੈ, ਕਦੇ ਮਨ ਦੇ ਵਿੱਚ ਹੀ ਨਹੀਂ ਆਇਆ। ਹੁਣ ਇਹ ਵੀ ਤਾਂ ਉੱਥੇ ਜਾਣ ਦੇ ਲਈ ਕਾਹਲੀ ਕਰ ਰਹੇ ਨੇ। ਐ ਪਰਮੇਸ਼ਰ ਲੈ ਚੱਲ ਉੱਥੇ। ਦੇਖ ਪਰਮੇਸ਼ਰ ਤੇਰੇ ਲਈ ਅਸੀਂ ਕੁਰਬਾਨ ਹੋ ਕੇ ਆਏ, ਆਪਣਾ ਲਹੂ ਬਹਾ ਕੇ ਆਏ, ਆਪਣੀ ਜਾਨ ਦੇ ਕੇ ਆਏ। ਅਸੀਂ ਤੁਹਾਡੇ ਨਾਮ ਦੀ ਖਾਤਰ ਅਸੀਂ ਜ਼ੁਲਮ ਸਹਿਣ ਕੀਤਾਗਾ, ਅਸੀਂ ਨਿੰਦਿਆ ਸਹਿਣ ਕੀਤੀ ਹੈ। ਐ ਪਰਮੇਸ਼ਰ ਇਸ ਜਗ੍ਹਾ ਤੋਂ ਸਾਨੂੰ ਲੈ ਜਾ, ਉਸ ਜਗ੍ਹਾ ਵਿੱਚ ਲੈ ਚੱਲ ਜਿਹੜੀ ਦੇਣ ਦਾ ਤਾਂ ਸਾਨੂੰ ਵਾਅਦਾ ਕੀਤਾਗਾ। ਤਾਂ ਪਰਮੇਸ਼ਰ ਨੇ ਕੀ ਕਿਹਾ? ਥੋੜਾ ਟਾਈਮ, ਥੋੜਾ ਟਾਈਮ ਕੀ ਕਰ? ਇੰਤਜ਼ਾਰ ਕਰ। ਕਿਉਂ ਇੰਤਜ਼ਾਰ ਕਰ? ਕਿਉਂਕਿ ਤੁਹਾਡੇ ਭਰਾ ਜਿਹੜੇ ਤੁਹਾਡੇ ਵਾਂਗ ਵੱਡੇ ਜਾਣਗੇ, ਉਹਨਾਂ ਦੀ ਗਿਣਤੀ ਪੂਰੀ ਹੋ ਲਵੇ। ਇਹਦਾ ਮਤਲਬ ਪਰਮੇਸ਼ਰ ਦਾ ਚਾਹੁੰਦੇ ਨੇ ਕਿ ਇੰਨੇ ਲੋਕ ਕੁਰਬਾਨ ਹੋ ਕੇ, ਇੰਨੇ ਲੋਕ ਸ਼ਹੀਦ ਹੋ ਕੇ ਸਵਰਗ ਵਿੱਚ ਆਉਣਗੇ। ਤਾਂ ਅੱਜ ਕੋਈ ਸ਼ਹੀਦ ਹੋਣਾ ਹੀ ਨਹੀਂ ਚਾਹੁੰਦਾ, ਅੱਜ ਕੋਈ ਮਰਨਾ ਹੀ ਨਹੀਂ ਚਾਹੁੰਦਾ। ਅੱਜ ਤਾਂ ਮਾਰਨਾ ਚਾਹੁੰਦੇ ਨੇ। ਮੈਂ ਤਲਵਾਰ ਚੱਕ ਲੂੰ, ਮੈਂ ਡਾਂਗ ਚੱਕ ਲੂੰ, ਮੈਂ ਸੋਟਾ ਚੱਕ ਲੂੰ, ਮੈਂ ਪਿਸਤੌਲ ਚੱਕ ਲੂੰ, ਮੈਂ ਤਾਂ ਅਗਲੇ ਨੂੰ ਖਤਮ ਕਰ ਦੂੰ। ਕਰ ਦੋ ਖਤਮ, ਕੋਈ ਬਾਤ ਨਹੀਂ। ਉਸ ਗਿਣਤੀ ਵਿੱਚ ਤੁਸੀਂ ਨਹੀਂ ਆਣਾ ਚਾਹੁੰਦੇ, ਕੋਈ ਗੱਲ ਨਹੀਂ, ਕੋਈ ਹੋਰ ਆ ਜਾਊ। ਲੇਕਿਨ ਤੁਹਾਡਾ ਹਿੱਸਾ, ਤੁਹਾਡਾ ਯੋਗਦਾਨ ਉਹ ਸਵਰਗ ਵਿੱਚ ਨਹੀਂ ਹੋਣ ਵਾਲਾ। ਅਗਰ ਸਵਰਗ ਵਿੱਚ ਜਾਣਾਗਾ, ਅਗਰ ਸਵਰਗ ਦੇ ਵਾਰਿਸ ਬਣਨਾਗਾ, ਤਾਂ ਤੁਹਾਨੂੰ ਯੋਗਦਾਨ ਪਾਉਣਾ ਹੀ ਪਏਗਾ, ਤੁਹਾਨੂੰ ਹਿੱਸਾ ਪਾਉਣਾ ਹੀ ਪਏਗਾ, ਤੁਹਾਨੂੰ ਯੋਗਦਾਨ ਦੇਣਾ ਪਏਗਾ। ਤਾਂ ਇਹਨਾਂ ਨੇ ਇਹੀ ਕਿਹਾ ਸੀਗਾ, ਐ ਪਰਮੇਸ਼ਰ ਅਸੀਂ ਤਾਂ ਸ਼ਹੀਦ ਹੋ ਚੁੱਕੇ ਹਾਂ, ਅਸੀਂ ਤਾਂ ਲਹੂ ਬਹਾ ਚੁੱਕੇ ਹਾਂ, ਅਸੀਂ ਤਾਂ ਜਾਨ ਦੇ ਚੁੱਕੇ ਹਾਂ, ਸਾਡੀ ਬਦਨਾਮੀ ਹੋਈ, ਸਾਡੀ ਨਿੰਦਿਆ ਹੋਈ, ਸਾਨੂੰ ਬਹੁਤ ਸਤਾਇਆ ਗਿਆ, ਸਾਨੂੰ ਲੈ ਚੱਲਣਾ ਉੱਥੇ। ਇੱਕ ਵਾਰ ਫਿਰ ਪੜ੍ਹੋ ਜੀ ਚੀਜ਼ ਨੂੰ। 10 ਹਾਂਜੀ। ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਮੈਨੂੰ ਬਹੁਤ ਧਿਆਨ ਨਾਲ ਸੁਣੋ। ਭਈ ਹੈ ਸੁਆਮੀ ਜੀ, ਹਾਂ। ਜਿਹੜਾ ਪਵਿੱਤਰ ਅਤੇ ਸੱਚ ਹੈ, ਹਾਂ। ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਹਾਂ। ਅਤੇ ਧਰਤੀ ਦੇ ਵਾਸੀਆਂ ਦੇ ਕੋਲੋਂ ਸਾਡੇ ਲਹੂ ਦਾ ਵੱਡਾ ਨਹੀਂ ਲੈਂਦਾ। ਐ ਸੁਆਮੀ ਨਿਆਂ ਕਰ। ਅਸੀਂ ਜਿਸ ਜਗ੍ਹਾ ਨਾ ਇੱਥੋਂ ਕੱਢ, ਸਾਨੂੰ ਹੁਣ ਲੈ ਚੱਲ ਉਸ ਜਗ੍ਹਾ ਦੇ ਉੱਪਰ ਜਿਹੜੀ ਤਾਂ ਆਪਣੇ ਪ੍ਰੇਮੀਆਂ ਨੂੰ ਦੇਣ ਦਾ ਵਾਅਦਾ ਕੀਤਾ ਹੋਇਆਗਾ। ਜਿਹੜਾ ਅਸੀਂ ਸੁਣਿਆ ਸੀਗਾ ਕਿ ਸਾਡੀ ਅੱਖਾਂ ਨੇ ਦੇਖਿਆ ਨਹੀਂ ਹੈ, ਅਸੀਂ ਸੁਣਿਆ ਸੀਗਾ, ਅਸੀਂ ਪੜ੍ਹਿਆ ਸੀਗਾ, ਸਾਡੇ ਕੰਨਾਂ ਨੇ ਕਦੇ ਸੁਣਿਆ ਨਹੀਂ ਹੈ, ਸਾਡੇ ਮਨ ਦੇ ਵਿੱਚ ਕਦੇ ਆਇਆ ਨਹੀਂ ਹੈ। ਸਾਨੂੰ ਲੈ ਚੱਲ ਉਸ ਜਗ੍ਹਾ ਦੇ ਉੱਪਰ, ਬਦਲਾ ਲੈ ਕੇ ਦੇ ਸਾਨੂੰ। ਤਾਂ ਫਿਰ
ਅਤੇ ਧਰਤੀ ਦੇ ਵਾਸੀਆਂ ਕੋਲੋਂ ਜੋ ਸਾਨੂੰ ਵੱਟਾ ਨਹੀਂ ਲੈ ਲੈਂਦਾ ਵੱਟਾ ਨਹੀਂ ਲੈਂਦਾ। ਦੇਖੋ ਸਾਨੂੰ ਧਰਤੀ ਦੇ ਵਾਸੀ ਦਾ ਕੀ ਲੱਗੇ ਬਦਲਾ ਲੈ ਕੇ ਦੇ, ਅਗਰ ਤੁਸੀਂ ਬਦਲਾ ਲੈ ਕੇ ਦੋਗੇ ਤਾਂ ਸਾਨੂੰ ਤਾਂ ਹੀ ਸਵਰਗ ਮਿਲੇਗਾ। ਫਿਰ ਕੀ ਹੋਇਆ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਵਸਤਰ ਦਿੱਤਾ ਗਿਆ। ਹਰੇਕ ਨੂੰ ਚਿੱਟਾ ਵਸਤਰ ਮਿਲਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ, ਉਹਨਾਂ ਨੂੰ ਵਚਨ ਇਹ ਦਿੱਤਾ ਗਿਆ ਭਈ ਥੋੜਾ ਚਿਰ ਹੋਰ ਆਰਾਮ ਥੋੜਾ ਚਿਰ ਹੋਰ ਆਰਾਮ ਕਰੋ। ਬਸ ਥੋੜਾ ਚਿਰ ਹੋਰ ਆਰਾਮ ਕਰੋ। ਕੀ ਕਰੋ? ਥੋੜਾ ਚਿਰ ਹੋਰ ਆਰਾਮ ਕਰੋ। ਫਿਰ ਅੱਗੇ ਜਦੋਂ ਤੀਕ ਤੁਹਾਡੇ ਨਾਲ ਦੇ ਦਸ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਉਹਨਾਂ ਦੀ ਗਿਣਤੀ ਪੂਰੀ ਨਾ ਹੋ ਲਵੇ। ਜਿੰਨਾ ਚਿਰ ਤੁਹਾਡੇ ਨਾਲ ਦੇ ਦਾਸ ਤੁਹਾਡੇ ਭਰਾ ਜਿੰਨਾ ਚਿਰ ਉਹ ਵੱਡੇ ਨਹੀਂ ਜਾਂਦੇ, ਮਤਲਬ ਉਹ ਲੋਕ ਤੁਹਾਡੇ ਵਾਂਗ ਮਾਰੇ ਨਹੀਂ ਜਾਂਦੇ। ਔਰ ਮਾਰਿਆ ਕਦੋਂ ਜਾਊਗਾ ਇਨਸਾਨ? ਮਾਰਿਆ ਕਦੋਂ ਜਾਊਗਾ? ਕਿ ਜਿਹੜਾ ਇਨਸਾਨ ਯਿਸੂ ਮਸੀਹ ਦਾ ਨਾਮ ਲਵੇਗਾ, ਜਿਹੜਾ ਇਨਸਾਨ ਯਿਸੂ ਮਸੀਹ ਪਰ ਵਿਸ਼ਵਾਸ ਕਰੇਗਾ, ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇਵੇਗਾ, ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਦੀ ਆਗਿਆਕਾਰੀ ਕਰੇਗਾ, ਜਿਹੜਾ ਇਨਸਾਨ ਯਿਸੂ ਮਸੀਹ ਦੇ ਪਿੱਛੇ ਚੱਲੇਗਾ, ਉਹ ਪੱਕਾ ਮਾਰਿਆ ਜਾਏਗਾ। ਉਹ ਮਾਰਿਆ ਜਾਏਗਾ। ਤਾਂ ਯਿਸੂ ਮਸੀਹ ਦਾ ਇਹੀ ਗੱਲ ਦਾ ਇੰਤਜ਼ਾਰ ਕਰ ਰਹੇ ਨੇ। ਅਗਰ ਮਾਰਿਆ ਜਾਊਗਾ ਤਾਂ ਹੀ ਉਹਦਾ ਹਿੱਸਾ ਸਵਰਗ ਦੇ ਵਿੱਚ ਹੈ। ਦੇਖੋ ਇਹ ਲੋਕ ਤਾਂ ਉੱਥੇ ਪ੍ਰਾਰਥਨਾ ਕਰ ਰਹੇ ਨੇ ਪਰਮੇਸ਼ਵਰ ਅੱਗੇ, ਆਵਾਜ਼ਾਂ ਮਾਰ ਰਹੇ ਨੇ ਜ਼ੋਰ ਜ਼ੋਰ ਦੀ, ਪਰਮੇਸ਼ਵਰ ਸਾਨੂੰ ਦੇ ਦਿਓ ਜਗ੍ਹਾ, ਸਾਨੂੰ ਜਗ੍ਹਾ ਦੇ ਦਿਓ, ਉਹ ਸਵਰਗ ਦੇ ਦੇ ਜਿਹੜਾ ਸਵਰਗ ਦੇਣ ਦਾ ਸਾਨੂੰ ਵਾਅਦਾ ਕੀਤਾਗਾ। ਲੇਕਿਨ ਆਪਾਂ ਕੀ ਪੜੇਗਾ ਇਬਰਾਨੀ 11:40 ਦੇ ਵਿੱਚ ਕਿ ਉਹ ਲੋਕ ਸਿੱਧ ਨਹੀਂ ਹੋਏ ਹਲੇ ਤੱਕ, ਉਹ ਕਾਮਿਲ ਨਹੀਂ ਹੋਏ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਇਹ ਇੱਕ ਉੱਤਮ ਗੱਲ, ਇੱਕ ਚੰਗੀ ਸੋਚ ਸਾਡੇ ਲਈ, ਸਾਡੇ ਸਾਰਿਆਂ ਦੇ ਲਈ ਸੋਚੀ ਹੋਈ ਹੈ ਕਿ ਸਾਰੇ ਇਕੱਠਿਆਂ ਨੂੰ ਕੀ ਹੈ? ਮੈਂ ਸਵਰਗ ਦੇਵਾਂਗਾ। ਹਾਲੇਲੂਇਆ। ਸਾਰੇ ਇਕੱਠਿਆਂ ਨੂੰ ਸਵਰਗ ਦੇਵਾਂਗਾ। ਚਾਹੇ ਤਾਂ ਪੌਲਸ ਆ ਗਿਆ, ਚਾਹੇ ਪਤਰਸ ਆ ਗਿਆ, ਚਾਹੇ ਅਬਰਾਹਮ ਆ ਗਿਆ, ਚਾਹੇ ਕੋਈ ਵੀ ਆ ਗਿਆ, ਕਿੰਨੇ ਵੀ ਆ ਗਏ, ਕਿੰਨਾ ਵੀ ਦੁੱਖ ਸਹਿਣ ਕਰਕੇ ਗਏ, ਕਿੰਨੇ ਵੀ ਜਲੀਲ ਹੋ ਕੇ ਗਏ, ਕਿੰਨੀ ਵੀ ਬਦਨਾਮੀ ਸਹਿਣ ਕੀਤੀ ਉਹਨਾਂ ਲੋਕਾਂ ਨੇ, ਕਿੰਨੀ ਵੀ ਸੇਵਾ ਕੀਤੀ ਉਹਨਾਂ ਨੇ, ਲੇਕਿਨ ਉਹਨਾਂ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਕਿਉਂਕਿ ਪਰਮੇਸ਼ਵਰ ਚਾਹੁੰਦੇ ਨੇ ਕਿ ਅਸੀਂ ਸਾਰੇ ਇਕੱਠੇ ਜਾਈਏ ਉੱਥੇ। ਹਾਲੇਲੂਇਆ। ਪਰਮੇਸ਼ਵਰ ਕੀ ਚਾਹੁੰਦੇ ਨੇ? ਕਿ ਅਸੀਂ ਸਾਰੇ ਸਵਰਗ ਵਿੱਚ ਇਕੱਠੇ ਜਾਈਏ। ਲੇਕਿਨ ਜਾਣ ਦੇ ਲਈ ਕੀ ਕਰਨਾ ਪਏਗਾ? ਉੱਥੇ ਕੀ ਕਰਨਾ ਪਏਗਾ? ਬੋਲੋ। ਹਿੱਸਾ ਪਾਉਣਾ ਪਏਗਾ। ਉੱਥੇ ਕੀ ਕਰਨਾ ਪਏਗਾ? ਉੱਥੇ ਯੋਗਦਾਨ ਪਾਉਣਾ ਪਏਗਾ। ਔਰ ਯੋਗਦਾਨ ਕੀ ਹੈ? ਦੁੱਖ ਉਠਾਉਣਾ ਪਏਗਾ। ਕਿੰਨਾ ਦੁੱਖ ਉਠਾਉਣਾ ਪਏਗਾ? ਆਪਣੀ ਮੌਤ ਤੱਕ। ਅੱਜ ਜਿਹੜੇ ਲੋਕ ਦੁੱਖ ਦੇਖ ਕੇ ਵੀਡੀਓ ਬਣਾ ਕੇ ਪਾ ਦਿੰਦੇ ਨਾ ਗਰੁੱਪਾਂ ਦੇ ਵਿੱਚ, ਇਦਾਂ ਹੁੰਦਾਗਾ ਉਦਾਂ ਹੁੰਦਾਗਾ, ਭੁੱਲ ਜਾਓ ਕਿ ਸਵਰਗ ਵਿੱਚ ਚਲੇ ਜਾਓਗੇ। ਪ੍ਰਭੂ ਯਿਸੂ ਕਹਿੰਦੇ ਨੇ ਕਿ ਤੁਹਾਡੀ ਨਿੰਦਿਆ ਹੋਊਗੀ, ਤੁਹਾਡਾ ਸਤਾਅ ਹੋਵੇਗਾ। ਤਾਂ ਇਹ ਗੱਲਾਂ ਹੋਣਗੀਆਂ ਹੀ। ਇਹ ਕੋਈ ਅਨੋਖੀ ਗੱਲ ਥੋੜੀ ਹੈ, ਇਹ ਤਾਂ ਹੋਣਗੀਆਂ ਹੀ। ਇਹ ਗੱਲਾਂ ਤਾਂ ਹੋਣੀਆਂ ਹੀ ਹੋਣੀਆਂ ਨੇ। ਹਾਲੇਲੂਇਆ। ਕਿਉਂਕਿ ਪ੍ਰਭੂ ਯਿਸੂ ਕੀ ਹੈ? ਉਹ ਰਾਜ ਤਿਆਰ ਕੀਤਾ ਹੋਇਆਗਾ। ਔਰ ਉਸ ਰਾਜ ਵਿੱਚ ਕੀ ਹੋਵੇਗਾ? ਇੱਕ ਵਚਨ ਪੜ੍ਹੋ ਮੇਰੇ ਨਾਲ, ਮੱਤੀ ਉਹਦਾ 25 ਦੇ। ਹਾਲੇਲੂਇਆ। ਮੱਤੀ 25 ਦੇ ਉਹਦਾ 34 ਵਚਨ ਪੜ੍ਹੋ। ਮੱਤੀ 25 ਦੇ ਉਹਦਾ 34 ਵਚਨ ਉੱਚੀ ਆਵਾਜ਼ ਵਿੱਚ ਪੜ੍ਹੋ। ਤਦ ਪਾਤਸ਼ਾਹ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣ ਆਖੇਗਾ, हे ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹਦੇ ਵਾਰਿਸ ਹੋ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਰ ਜਦੋਂ ਨਿਆਂ ਕਰਨਗੇ ਤਾਂ ਕੀ ਕਹਿਣਗੇ? ਐ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਤੁਹਾਡੇ ਲਈ ਕੀ ਹੈ? ਮੁੱਢੋਂ ਤਿਆਰ ਕੀਤਾ ਗਿਆ ਹੈ। ਮੁੱਢੋਂ ਤਿਆਰ ਕੀਤਾ ਜਗਤ ਦੇ ਮੁੱਢੋਂ ਸਹੀ ਨਹੀਂ, ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਕੀ ਕੀਤਾ ਗਿਆ? ਤਿਆਰ ਕੀਤਾ ਗਿਆ। ਉਹਦੇ ਵਾਰਿਸ ਬਣ ਜਾਓ। ਐ ਮੇਰੇ ਪਿਤਾ ਦੇ ਮੁਬਾਰਕ ਲੋਕੋ। ਤੇ ਮੁਬਾਰਕ ਕੌਣ ਹੋਏਗਾ? ਜੋ ਨਿੰਦਿਆ ਸਹਿਣ ਕਰੇਗਾ। ਮੁਬਾਰਕ ਕੌਣ ਹੋਏਗਾ? ਜੋ ਯਿਸੂ ਮਸੀਹ ਦੇ ਲਈ ਆਪਣੀ ਜਾਨ ਤੱਕ ਦੇਣ ਨੂੰ ਤਿਆਰ ਹੈ। ਔਰ ਜੋ ਦੇਵੇਗਾ, ਦੇਣ ਨੂੰ ਤਾਂ ਸਾਰੇ ਤਿਆਰ ਹੋ, ਅਸੀਂ ਯਿਸੂ ਮਸੀਹ ਲਈ ਜਾਨ ਦੇ ਦਾਂਗੇ। ਅਗਰ ਇੱਥੇ ਆਏ ਨਾ 5-4 ਬੰਦੇ ਆਏ ਬੰਦੂਕਾਂ ਫੜ ਕੇ, ਸੋਟੇ ਫੜ ਕੇ, ਤਲਵਾਰਾਂ ਫੜ ਕੇ, ਇੱਥੇ ਹੌਲ ਨਾਲ ਦੇ ਨਾਲ ਖਾਲੀ ਹੋ ਜਾਣਾ। ਇੱਥੋਂ ਦੇਖ ਲਿਓ, ਪਤਾ ਨਹੀਂ ਲੱਗਣਾ ਕਿੱਧਰ ਰਸਤਾ ਕਿੱਧਰ ਨਿਕਲ ਜਾਣਾ, ਪਤਾ ਨਹੀਂ ਲੱਗਣਾ ਕਿ ਕਿੱਧਰੋਂ ਨਿਕਲ ਗਏ। ਬਾਅਦ ਗੱਲਾਂ ਕਰਨਗੇ ਮੈਂ ਇੱਧਰ ਭੱਜਿਆ ਯਾਰ। ਮਤਲਬ ਕੀ ਹੈ ਕਿ ਜਿਹੜੇ ਲੋਕ ਜਾਨ ਦੇਣ ਦੇ ਲਈ ਤਿਆਰ ਨੇ, ਔਰ ਜੋ ਜਾਨ ਦੇਣਗੇ ਉਹਨਾਂ ਲਈ ਕੀ ਕਹੇਗਾ ਪ੍ਰਭੂ ਯਿਸੂ ਮਸੀਹ? ਫਿਰ ਪੜੋ ਜੀ। ਤਦ
ਪਾਤਸ਼ਾਹ ਉਹਨਾਂ ਨੂੰ ਜਿਹੜੇ ਉਹਦੇ ਸੱਜੇ ਪਾਸੇ ਹੋਣਗੇ ਆਖੇਗਾ, हे ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹਦੇ ਵਾਰਿਸ ਹੋਵੋ। ਉਹਦੇ ਵਾਰਿਸ ਹੋਵੋ। ਜਿਹੜਾ ਸੰਸਾਰ ਦੇ ਮੁੱਢੋਂ ਰਾਜ ਤੁਹਾਡੇ ਲਈ ਤਿਆਰ ਕੀਤਾ ਗਿਆ, ਇਹ ਸਾਰੇ ਲੋਕਾਂ ਲਈ ਪਰਮੇਸ਼ਵਰ ਨੇ ਰਾਜ ਤਿਆਰ ਕੀਤਾ ਹੈਗਾ ਔਰ ਤਿਆਰ ਕਰਨਾ ਹੈਗਾ ਪਰਮੇਸ਼ਵਰ ਨੇ। ਲੇਕਿਨ ਉਹਦੇ ਵਿੱਚ ਐਂਟਰੀ ਕੱਲੇ ਕੱਲੇ ਦੀ ਨਹੀਂ ਹੈ, ਸਾਰੇ ਇਕੱਠਿਆਂ ਦੀ ਹੈ। ਕਿਸੇ ਨੇ ਵੱਧ ਦੁੱਖ ਸਹਿਣ ਕੀਤਾ ਹੈਗਾ, ਕਿਸੇ ਨੇ ਘੱਟ ਕੀਤਾ ਹੈਗਾ, ਕਿਸੇ ਨੇ ਜ਼ਿਆਦਾ ਸੇਵਾ ਕੀਤੀ ਹੈ, ਕਿਸੇ ਨੇ ਥੋੜੀ ਕੀਤੀ ਹੈ, ਕਿਸੇ ਨੇ ਵੱਧ ਕੰਮ ਕੀਤਾ ਹੈਗਾ, ਕਿਸੇ ਨੇ ਥੋੜਾ ਕੰਮ ਕੀਤਾ ਹੈਗਾ। ਲੇਕਿਨ ਐਂਟਰੀ ਸਾਰਿਆਂ ਦੀ ਪਰਮੇਸ਼ਵਰ ਇਕੱਠੀ ਕਰਨਗੇ। ਲੇਕਿਨ ਤੁਹਾਨੂੰ ਕਿੰਨਾ ਸਮਾਂ ਮਿਲੇਗਾ? ਤੁਸੀਂ ਕਿੰਨਾ ਦੁੱਖ ਸਹਿਣ ਕਰ ਰਹੇ ਹੋ? ਇਹਦਾ ਮਤਲਬ ਦੁੱਖ ਦਾ ਸਹਿਣ ਕਰਨਾ ਹੀ ਹੈ, ਕਸ਼ਟ ਦਾ ਸਹਿਣ ਕਰਨਾ ਹੀ ਹੈ। ਕਸ਼ਟ ਸਹਿਣ ਕਰੋਗੇ, ਦੁੱਖ ਸਹਿਣ ਕਰੋਗੇ, ਤਦੇ ਹੀ ਪਰਮੇਸ਼ਵਰ ਦੇ ਰਾਜ ਵਿੱਚ ਜਾਓਗੇ। ਕਿਉਂ ਸੰਤ ਪੌਲੁਸ ਨੇ ਕੀ ਕਿਹਾ ਸੀਗਾ? ਅਸੀਂ ਬੜੀ ਵਿਪਤਾ ਸਹਿ ਕੇ ਪਰਮੇਸ਼ਵਰ ਦੇ ਰਾਜ ਵਿੱਚ ਜਾਣਾਗਾ। ਹੁਣ ਦੇਖੋ, ਸਵਰਗ ਹੈ, ਸਵਰਗ ਦੇ ਵਿੱਚ ਜਾਣ ਦੇ ਲਈ ਕੀ ਹੈ? ਪਹਿਲਾ ਕਸ਼ਟ ਹੈ। ਹਾਲੇਲੂਇਆ, ਹਾਲੇਲੂਇਆ। ਸਵਰਗ ਵਿੱਚ ਜਾਣਾਗਾ ਤਾਂ ਪਹਿਲਾਂ ਕੀ ਹੈ? ਪਹਿਲਾ ਕਸ਼ਟ ਹੈ, ਪਹਿਲਾ ਦੁੱਖ ਹੈ। ਤੇ ਨਰਕ ਵਿੱਚ ਜਾਣ ਦੇ ਲਈ ਪਹਿਲਾ ਮौज ਮਸਤੀ ਹੈ, ਕਰੋ ਰੱਜ ਕੇ, मौज मस्ती रच के करो। पहला नरक में जान दे ले, खाओ पीओ ऐश करो, भंगड़े संगड़े जो मर्जी करो। लेकिन बाद दे विच की है? उत्थे की है? उत्थे दुख, उत्थे रोना गा, उत्थे कचीचियां दा वटना गा, उत्थे तकलीफ है। फिर उत्थों निकलना नहीं है। ते स्वर्ग दे विच पहला कष्ट है, ते नरक दे विच पहला मौज मस्ती है। हुण फैसला तुहाडा हैगा कि तुसीं पहला की करना है, पहला कष्ट लेना गा या फिर पहला मौज मस्ती करनी है। पहला मौज मस्ती करोगे, बाद में कष्ट मिलेगा। पहला कष्ट भोगदे हो, पहला दुख भोगदे हो मसीह दे नाम दे करके, बाद में की है? बाद में आनंद है। हालेलुया। हर एक वचन पढ़ो मेरे नाल, दूजा कुरिन्थिया ओदा 4 अध्याय ओदा 17 वचन। दूजा कुरिन्थिया 4 अध्याय ओदा 17 वचन। क्यों जो साडा हौला जिहा कष्ट ਜਿਹੜਾ ਪਲ ਭਰਦਾ ਹੈ। देखो बाइबल ਵਿੱਚ ਲਿਖਿਆ ਗਿਆ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਕੀ ਹੈ? ਪਲ ਭਰਦਾਗਾ। ਫਿਰ ਪਲ ਭਰਦਾ ਹੀ ਹੈ, ਭਾਰੀ ਸਗੋਂ ਅਤ ਭਾਰੀ ਤੇ ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਫਿਰ ਅੱਗੇ ਅਸੀਂ ਜਿਸਮ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਨਿਤ ਵਸਤਾਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਜਿਸਮ ਵਾਲੀਆਂ ਵਸਤਾਂ ਅਨਿਤ ਹਨ ਪਰ ਅਨਿਤ ਵਸਤਾਂ ਨਿਤ ਹਨ। देखो ਜਿਹੜੀਆਂ ਗੱਲਾਂ ਮਤਲਬ ਪਰਮੇਸ਼ਰ ਦੇ ਰਾਜ ਦੀਆਂ ਨੇ, ਅਗਰ ਆਪਾਂ ਸੰਸਾਰ ਦੀਆਂ ਗੱਲਾਂ ਕਰਦੇ ਹਾਂ, ਇਹ ਦਿਸਦੀਆਂ ਨੇ, ਇਹ ਥੋੜੇ ਟਾਈਮ ਦੀਆਂ ਨੇ। ਹਾਲੇਲੂਇਆ। ਇਹ ਗੱਲਾਂ ਜੋ ਦਿਖਦੇ ਨੇ, ਇਹ ਧਰਤੀ ਦੇ ਮੋਹ ਸ਼ੌਕ, ਇਹ ਕੱਪੜੇ, ਗੱਡੀਆਂ, ਬੰਗਲੇ, ਮੋਟਰਸਾਈਕਲ, ਸਭ ਕੁਝ, ਰੁਪਿਆ ਪੈਸਾ, ਸੋਨਾ ਚਾਂਦੀ, ਇਹ ਥੋੜੇ ਟਾਈਮ ਦਾ ਗਾ। ਲੇਕਿਨ ਜੋ ਸਵਰਗ ਦੀਆਂ ਗੱਲਾਂ ਨੇ ਉਹ ਸਦਾ ਬਣੀਆਂ ਰਹਿੰਦੀਆਂ ਨੇ। ਔਰ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਜੋ ਕਸ਼ਟ ਮਿਲਣਾਗਾ ਉਹ ਛਿਨ ਭਰਦਾਗਾ, ਮਤਲਬ ਪਲ ਭਰਦਾ ਕਸ਼ਟ ਹੈ। ਉਹ ਪਲ ਭਰਦਾ ਉਹ ਕਸ਼ਟ ਹੈ। ਅਗਰ ਅੱਜ ਕੋਈ ਯਿਸੂ ਮਸੀਹ ਦੇ ਨਾਮ ਦੇ ਕਰਕੇ ਸ਼ਹੀਦ ਹੋ ਜਾਂਦਾਗਾ ਤਾਂ ਜਿਹੜੀਆਂ ਗੱਲਾਂ ਇਨਸਾਨ ਨੇ ਦੇਖੀਆਂ ਨਹੀਂ, ਸੁਣੀਆਂ ਨਹੀਂ, ਕਦੇ ਮਨ ਦੇ ਵਿੱਚ ਨਹੀਂ ਆਈਆਂ, ਜਦੋਂ ਉਹ ਗੱਲਾਂ ਪਰਮੇਸ਼ਵਰ ਆਪਣੇ ਪ੍ਰੇਮੀਆਂ ਨੂੰ ਦੇਵੇਗਾ ਤਾਂ ਉਹ ਇਨਸਾਨ ਕੀ ਕਹਿਣਗੇ? ਪਰਮੇਸ਼ਵਰ ਜਿਹੜਾ ਦੁੱਖ ਅਸੀਂ ਸਹਿ ਕੇ ਆਏ ਆ ਨਾ, ਜਿਹੜੇ ਕਸ਼ਟ ਅਸੀਂ ਸਹਿ ਕੇ ਆਏ ਆ, ਇਹ ਤਾਂ ਕੁਝ ਵੀ ਨਹੀਂ ਸੀ। ਇਸ ਚੀਜ਼ ਦੇ ਬਦਲੇ, ਇਸ ਸਵਰਗ ਦੇ ਬਦਲੇ ਜਿੱਥੇ ਸੋਨੇ ਦੀਆਂ ਸੜਕਾਂ, ਹੀਰੇ ਮੋਤੀ ਜਵਾਹਰਾਤ ਦੇ ਮਤਲਬ ਜੋ ਨੀਹਾਂ ਨੇ, ਦਰਵਾਜ਼ੇ ਨੇ, ਇਹਦੇ ਸਾਹਮਣੇ ਤਾਂ ਉਹ ਦੁੱਖ ਕੁਝ ਵੀ ਨਹੀਂ ਸੀਗਾ। ਉਹਦੇ ਸਾਹਮਣੇ ਇਹ ਦੁੱਖ ਕੁਝ ਵੀ ਨਹੀਂ ਸੀਗਾ। ਪਰਮੇਸ਼ਵਰ ਜੋ ਚੀਜ਼ਾਂ ਤੇ ਸਾਨੂੰ ਦੇਣੀਆਂ ਨੇ ਉਹਦੇ ਲਈ ਇਹ ਕਸ਼ਟ ਕੁਝ ਵੀ ਨਹੀਂ ਹੈ। ਇਸਤੀਫਾਨ ਦੇਖ ਰਿਹਾਗਾ, ਜਦੋਂ ਇਸਤੀਫਾਨ ਨੂੰ ਪੁੱਛਿਆ ਜਾਏਗਾ ਜਦੋਂ ਤੇਰੇ ਪੱਥਰ ਮਾਰੇ ਗਏ, ਪੁੱਛ ਕੇ ਦੇਖਿਓ ਕਿੱਦਾਂ ਲੱਗਿਆ? ਉਹ ਕਹੇਗਾ ਜਦ ਮੇਰੇ ਪੱਥਰ ਮਾਰੇ ਗਏ ਯਾਰ ਕੁਝ ਵੀ ਨਹੀਂ ਸੀਗੇ ਉਹ ਤਾਂ। ਅਗਰ ਮੇਰੇ 10-15 ਪੱਥਰ ਹੋਰ ਵੱਜ ਜਾਂਦੇ ਜਾਂ ਮੈਨੂੰ ਹੋਰ ਵੀ ਮਾਰ ਦਿੰਦੇ, ਕਿਸੇ ਤਰ੍ਹਾਂ ਮਾਰ ਦਿੰਦੇ, ਤਾਂ ਵੀ ਮੈਂ ਇਹਦੇ ਲਈ ਸਭ ਕੁਝ ਸਹਿਣ ਦੇ ਲਈ ਤਿਆਰ ਸੀਗਾ। ਕਿਉਂ? ਕਿਉਂਕਿ ਇਹ ਜੋ ਚੀਜ਼ ਮੈਨੂੰ ਮਿਲ ਦਿੱਤੀ ਹੈ ਮੇਰੇ ਪਰਮੇਸ਼ਵਰ ਨੇ, ਇਹਦੀ ਕੋਈ ਕੀਮਤ ਹੀ ਨਹੀਂ ਹੈ, ਇਹਨੂੰ ਮੈਂ ਬਿਆਨ ਹੀ ਨਹੀਂ ਕਰ ਸਕਦਾ। ਦੇਖੋ ਪਰਮੇਸ਼ਵਰ ਜੋ ਆਪਣੇ ਪ੍ਰੇਮੀਆਂ ਨੂੰ ਦੇਣਾ ਚਾਹੁੰਦੇ ਨੇ ਤਾਂ ਉਹਦੇ ਲਈ ਸਹੀ ਦੇ ਵਿੱਚ ਜੋ ਕਸ਼ਟ ਹੈ, ਜੋ ਦੁੱਖ ਹੈ, ਇਹ ਤਾਂ ਕੁਝ ਵੀ ਨਹੀਂ ਹੈ। ਤਾਂ ਹੀ ਤਾਂ ਪਰਮੇਸ਼ਵਰ ਦੇ ਲੋਕ, ਤਾਂ ਹੀ ਤਾਂ ਪਰਮੇਸ਼ਵਰ ਦੇ ਦਾਸ ਲੋਕ ਇੰਨਾ ਕਸ਼ਟ ਸਹਿ ਗਏ, ਤਾਂ ਹੀ ਤਾਂ ਉਹ ਪਰਮੇਸ਼ਵਰ ਦੇ ਲੋਕ ਇੰਨਾ ਦੁੱਖ ਸਹਿਣ ਕਰ ਗਏ, ਤਾਂ ਹੀ ਤਾਂ ਉਹ ਆਰਿਆਂ ਨਾਲ ਚੀਰੇ ਗਏ, ਤਾਂ ਹੀ ਤਾਂ ਉਹ ਬਲਦੀ ਹੋਈ ਅੱਗ ਵਿੱਚ ਚਲੇ ਗਏ, ਤਾਂ ਹੀ ਤਾਂ ਉਹ ਲੋਕ ਭੁੱਖੇ ਪਿਆਸੇ ਰਹੇ, ਪਥਰਾਓ ਕੀਤੇ ਗਏ, ਸਭ ਕੁਝ ਹੋਇਆ ਉਹਨਾਂ ਨਾਲ।
क्यों? क्योंकि उन्होंने ध्यान कितने सीगा? ऊपर लग्या हुआ सीगा कि परमेश्वर सानू की है वो अनमोल चीज़ देन जा रहा है, ਜਿਹੜੀ ਅਸੀਂ ਕਦੇ ਸੋਚ ਨਹੀਂ ਸਕਦੇ, ਜਿਹੜੀ ਕਦੇ ਅਸੀਂ ਸਮਝ ਨਹੀਂ ਸਕਦੇ, ਇਹ ਚੀਜ਼ ਸਾਨੂੰ ਪਰਮੇਸ਼ਵਰ ਦੇਣ ਦੇ ਲਈ ਜਾ ਰਿਹਾ ਹੈਗਾ। ਲੇਕਿਨ ਦੇਵੇਗਾ ਕਿਹਨੂੰ? ਕੀ ਸਾਰਿਆਂ ਨੂੰ ਮਿਲ ਜਾਏਗਾ? ਨਹੀਂ, ਸਾਰਿਆਂ ਨੂੰ ਨਹੀਂ ਮਿਲਣ ਵਾਲਾ, ਲੇਕਿਨ ਮਿਲੇਗਾ ਉਹਨੂੰ ਜਿਹਦਾ ਉੱਥੇ ਹਿੱਸਾ ਹੋਵੇਗਾ, ਜਿਹਦਾ ਉੱਥੇ ਯੋਗਦਾਨ ਹੋਵੇਗਾ। ਔਰ ਯੋਗਦਾਨ ਇਹੀ ਹੈ। ਇਹ ਜਿੰਨੇ ਵੀ 10 ਲੋਕ ਉੱਥੇ ਗਏ ਨੇ, ਜਿੰਨੇ ਵੀ ਸਿੱਖ ਲੋਕ ਉੱਥੇ ਗਏ ਨੇ, ਉਹ ਸਾਰੇ ਲੋਕ ਕੀ ਨੇ? ਉਹ ਕਸ਼ਟ ਸਹਿ ਕੇ ਗਏ ਨੇ, ਉਹ ਦੁੱਖ ਸਹਿ ਕੇ ਗਏ ਨੇ, ਉਹ ਨਿੰਦਿਆ ਸਹਿ ਕੇ ਗਏ ਨੇ। ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਦੇ ਨਾਲ ਵੀ ਸਭ ਕੁਝ ਹੋਇਆਗਾ। ਤਾਂ ਪ੍ਰਭੂ ਯਿਸੂ ਮਸੀਹ ਅੱਜ ਉੱਥੇ ਹੀ ਹੈ। ਯਿਸੂ ਮਸੀਹ ਆਪਣੇ ਬਾਰੇ ਬੋਲਦਾਗਾ ਜਿਸ ਤਰ੍ਹਾਂ ਮੈਂ ਜਿੱਤਿਆਗਾ, ਮਤਲਬ ਯਿਸੂ ਮਸੀਹ ਜਿੱਤ ਕੇ ਗਏ ਨੇ। ਇਹ ਸਾਰੀਆਂ ਗੱਲਾਂ ਦੇ ਵਿੱਚ ਬਣੇ ਰਹਿਣਾਗਾ, ਖੜੇ ਰਹਿਣਾਗਾ, ਟਿਕੇ ਰਹਿਣਾਗਾ ਤਾਂ ਕਿ ਉਹ ਸਵਰਗ ਸਾਨੂੰ ਮਿਲ ਜਾਏ। ਸਵਰਗ ਨੂੰ ਲੈਣ ਤੋਂ ਪਹਿਲਾਂ ਕੀ ਹੈ? ਦੁੱਖ ਹੈ, ਕਸ਼ਟ ਹੈ। ਲੇਕਿਨ ਨਰਕ ਨੂੰ ਲੈਣ ਤੋਂ ਪਹਿਲਾਂ ਕੀ ਹੈ? ਮौज ਮਸਤੀ ਹੈ, ਆਨੰਦ ਹੈ। ਤਾਂ ਤੁਸੀਂ ਦੇਖਣਾਗਾ ਕਿ ਤੁਹਾਨੂੰ ਪਹਿਲਾਂ ਕਸ਼ਟ ਚਾਹੀਦਾਗਾ ਜਾਂ ਬਾਅਦ ਦੇ ਵਿੱਚ ਕਸ਼ਟ ਚਾਹੀਦਾਗਾ। ਅਗਰ ਬਾਅਦ ਦੇ ਵਿੱਚ ਕਸ਼ਟ ਚਾਹੀਦਾਗਾ, ਉਹਦਾ ਅੰਤ ਨਹੀਂ ਹੈ ਕੋਈ ਵੀ। ਤੁਹਾਡੀ ਮौज ਮਸਤੀ ਦਾ ਅੰਤ ਹੋ ਸਕਦਾਗਾ ਉਹ ਜੋ ਤੁਸੀਂ ਇਸ ਸੰਸਾਰ ਵਿੱਚ ਕਰਨਾ ਚਾਹੁੰਦੇ ਹੋ। ਇਹ ਥੋੜੇ ਟਾਈਮ ਦੀ ਹੈ, ਲੇਕਿਨ ਜੋ ਪਰਮੇਸ਼ਰ ਦੇਣ ਵਾਲੇ ਨੇ ਉਹ ਕਦੇ ਵੀ ਖਤਮ ਹੋਣ ਵਾਲਾ ਆਨੰਦ ਨਹੀਂ ਹੈ। ਔਰ ਜੋ ਵਚਨ ਅੱਜ ਆਪਾਂ ਪੜ੍ਹਿਆ ਸੀਗਾ, ਅੱਜ ਪੜ੍ਹਿਆ ਸੀਗਾ ਆਪਾਂ ਨੇ ਕੁਲਸੀਆ ਉਹਦਾ 1 ਅਧਿਆਇ, ਕੁਲਸੀਆ 1 ਅਧਿਆਇ ਉਹਦੇ 9 ਤੋਂ ਲੈ ਕੇ ਉਹਦੇ 23 ਤੱਕ। ਔਰ ਇਹਦਾ ਮੇਰੇ ਨਾਲ ਵਚਨ ਪੜ੍ਹੋ, ਤੁਸੀਂ 12 ਵਚਨ ਪੜ੍ਹੋ। ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨ ਸਾਨੂੰ ਇਸ ਯੋਗ ਬਣਾਇਆ ਭਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ ਕਿ ਪਿਤਾ ਪਰਮੇਸ਼ਰ ਨੇ ਸਾਨੂੰ ਇਸ ਯੋਗ ਬਣਾਇਆਗਾ, ਇਸ ਯੋਗ ਬਣਾਇਆਗਾ। ਕਿਹੜੇ ਯੋਗ? ਕਿ ਸੰਤਾਂ ਦੇ ਵਿਰਸੇ ਦੇ ਕੀ ਹੋਈਏ? ਪੱਤੀਦਾਰ। ਪੱਤੀਦਾਰ ਪੰਜਾਬੀ ਦਾ ਸ਼ਬਦ ਹੈ। ਜਿਵੇਂ ਕਈ ਵਾਰ ਅਨਾਜ ਮੰਡੀ 'ਚ ਕੰਮ ਕਰਦੇ ਨੇ ਲੋਕ, ਉੱਥੇ ਜਿਹੜਾ ਇੱਕ ਠੇਕੇਦਾਰ ਹੁੰਦਾਗਾ ਤੇ ਉਹਦੇ ਨਾਲ ਲੇਬਰ ਹੁੰਦੀ ਹੈ, ਤਾਂ ਉੱਥੇ ਕੀ ਕਹਿੰਦੇ ਨੇ? ਅਸੀਂ ਪੱਤੀ ਤੇ ਕੰਮ ਕਰਾਂਗੇ। ਪਤਾ ਨਾ, ਪਤਾ ਸਾਰਿਆਂ ਨੂੰ? ਪੱਤੀਦਾਰ ਮਤਲਬ ਹਿੱਸੇਦਾਰ। ਇੱਕ ਵਾਰ ਫਿਰ ਪ੍ਰੋਜੇ ਨੂੰ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਹਾਂ ਜਿਸ ਨੇ ਸਾਨੂੰ ਇਸ ਯੋਗ ਬਣਾਇਆ। ਪਿਤਾ ਦਾ ਧੰਨਵਾਦ ਕਰਦੇ ਰਹੋ ਕਿ ਸਾਨੂੰ ਪਿਤਾ ਨੇ ਇਸ ਯੋਗ ਬਣਾਇਆ ਹੈਗਾ। ਭਈ ਚਾਨਣ ਵਿੱਚ, ਚਾਨਣ ਵਿੱਚ ਮਤਲਬ ਪਰਮੇਸ਼ਵਰ ਦੇ ਰਾਜ ਦੇ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ। ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ। ਸੰਤਾਂ ਦੇ ਵਿਰਸੇ ਵਿੱਚ ਕੀ ਹੋਈਏ? ਹਿੱਸੇਦਾਰ ਹੋਈਏ। ਸੰਤਾਂ ਦੇ ਵਿਰਸੇ ਦੇ ਕੀ ਹੋਈਏ? ਭਾਗੀਦਾਰ ਹੋਈਏ। ਸੰਤਾਂ ਦੇ ਵਿਰਸੇ ਦੇ ਕੀ ਹੋਈਏ? ਸਹਿਯੋਗੀ ਹੋਈਏ। ਲੇਕਿਨ ਉਹਨਾਂ ਨੂੰ ਵਿਰਸਾ ਮਿਲਿਆਗਾ, ਉਹਨਾਂ ਨੂੰ ਵਿਰਸਾ ਮਿਲਣਾਗਾ। ਕਿਹੜਾ ਵਿਰਸਾ ਮਿਲਣਾਗਾ ਉਹਨਾਂ ਨੂੰ? ਸਵਰਗ ਮਿਲਣਾਗਾ। ਉਹਦੇ ਕੀ ਬਣਨਾਗਾ? ਹਿੱਸੇਦਾਰ ਬਣਨਾਗਾ। ਤੇ ਹਿੱਸੇਦਾਰ ਕਿਵੇਂ ਬਣੋਗੇ? ਜਿਵੇਂ ਉਹਨਾਂ ਨੇ ਕੰਮ ਕੀਤਾਗਾ, ਜਿਵੇਂ ਉਹਨਾਂ ਨੇ ਦੁੱਖ ਸਹਿਣ ਕੀਤਾਗਾ, ਜਿਵੇਂ ਉਹਨਾਂ ਨੇ ਕਸ਼ਟ ਸਹਿਣ ਕੀਤਾਗਾ, ਜਿਵੇਂ ਉਹ ਲੋਕ ਨਿੰਦਿਆ ਸਹਿਣ ਕਰਕੇ ਗਏ, ਜਿਵੇਂ ਉਹ ਲੋਕ ਜਲੀਲ ਹੋ ਕੇ ਗਏ, ਜਿਵੇਂ ਉਹਨਾਂ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਕੀਤੀ। ਅਗਰ ਐਸਾ ਕੰਮ ਕਰੋਗੇ, ਐਸਾ ਜੀਵਨ ਜੀਓਗੇ, ਤਾਂ ਹੀ ਪੱਤੀਦਾਰ ਹੋ, ਤਾਂ ਹੀ ਹਿੱਸੇਦਾਰ ਹੋ, ਤਾਂ ਹੀ ਤੁਸੀਂ ਉਹਦੇ ਭਾਗੀਦਾਰ ਹੋ, ਤਾਂ ਹੀ ਸਹਿਯੋਗੀ ਹੋ। ਇਦਾਂ ਗੱਲੀ ਬਾਤੀ ਨਹੀਂ। ਉਹਦੇ ਨਾਲ ਕੀ ਕਰਨਾ ਪਏਗਾ? ਕੰਮ ਕਰਨਾ ਪਏਗਾ। ਕਿਉਂਕਿ ਸੰਤਾਂ ਵਿੱਚ ਜਾਣ ਦੇ ਲਈ ਨਾ, ਸੰਤਾਂ ਦੇ ਵਿਰਸੇ ਵਿੱਚ ਜਾਣ ਦੇ ਲਈ ਕੀ ਕਰਨਾ ਪਏਗਾ? ਸੰਤਾਂ ਜੈਸਾ ਹੀ ਬਣਨਾ ਪਏਗਾ। ਹਾਲੇਲੂਇਆ, ਹਾਲੇਲੂਇਆ। ਸੰਤਾਂ ਵਿੱਚ ਜਾਣ ਦੇ ਲਈ ਕੀ ਕਰਨਾ ਪਏਗਾ? ਸੰਤਾਂ ਜੈਸਾ ਬਣਨਾ ਪਏਗਾ। ਹਜੇ ਤੱਕ ਉਹਨਾਂ ਨੂੰ ਉਹ ਵਿਰਸਾ ਮਿਲਿਆ ਨਹੀਂ ਹੈ। ਹਜੇ ਤੱਕ ਉਹ ਲੋਕ ਸਿੱਧ ਨਹੀਂ ਹੋਏ। ਹਜੇ ਤੱਕ ਉਹ ਬੈਠੇ ਨੇ ਇੱਕ ਜਗ੍ਹਾ ਤੇ, ਉੱਥੇ ਪ੍ਰਾਰਥਨਾ ਕਰਦੇ ਨੇ, ਐ ਪਰਮੇਸ਼ਵਰ, ਐ ਸੁਆਮੀ, ਦੇਖ ਸਾਨੂੰ ਜਿਹਨਾਂ ਨੇ ਮਾਰਿਆ ਕਿ ਸਾਨੂੰ ਬਦਲਾ ਲੈ ਕੇ ਦੇ, ਅਸੀਂ ਇੱਥੋਂ ਨਿਕਲਣਾ ਚਾਹੁੰਦੇ ਹਾਂ। ਜਿੱਥੇ ਉਹ ਹੈਗੇ ਨਾ ਉੱਥੇ ਪਰੇਸ਼ਾਨ ਨਹੀਂ ਹੈਗੇ ਉਹ ਲੋਕ, ਜਿੱਥੇ ਉਹ ਲੋਕ ਹੈਗੇ ਉੱਥੇ ਦੁਖੀ ਨਹੀਂ ਹੈਗੇ, ਉਹ ਆਨੰਦ ਵਿੱਚ ਨੇ ਉੱਥੇ। ਲੇਕਿਨ ਉਹ ਲੋਕ ਉੱਥੇ ਜਾਣਾ ਚਾਹੁੰਦੇ ਨੇ ਕਿ ਜਿਹੜਾ ਵਾਅਦਾ ਪਰਮੇਸ਼ਵਰ ਨੇ ਕੀਤਾ ਕਰ। ਲੇਕਿਨ ਪਰਮੇਸ਼ਵਰ ਨੇ ਤੁਹਾਡੇ ਲਈ, ਮੇਰੇ ਲਈ, ਸਾਡੇ ਸਾਰਿਆਂ ਦੇ ਲਈ ਬਹੁਤ ਚੰਗੀ ਸੋਚ ਸੋਚੀ ਹੋਈ ਹੈ, ਬਹੁਤ ਉੱਤਮ ਸੋਚ ਸੋਚੀ ਹੋਈ ਹੈ ਕਿ ਸਾਨੂੰ ਸਾਰਿਆਂ ਨੂੰ ਉਸ ਜਗ੍ਹਾ ਲੈ ਕੇ ਜਾਣਾ ਚਾਹੁੰਦੇ ਨੇ। ਪਰਮੇਸ਼ਵਰ ਚਾਹੁੰਦਾਗਾ ਕਿ ਅਸੀਂ ਸਾਰੇ ਕੀ ਬਣੀਏ? ਭਾਗੀਦਾਰ ਬਣੀਏ। ਅਸੀਂ ਸਾਰੇ ਕੀ ਬਣੀਏ? ਹਿੱਸੇਦਾਰ ਬਣੀਏ। ਅਸੀਂ ਸਾਰੇ ਕੀ ਬਣ ਜਾਈਏ? ਉਹਦੇ ਸਹਿਯੋਗੀ ਬਣ ਜਾਈਏ। ਲੇਕਿਨ ਤਦੇ ਹੀ ਹੋਵੇਗਾ ਕਿ ਜਦੋਂ ਕੀ ਕੀਤਾ ਜਾਏਗਾ? ਉਹਨਾਂ ਵਾਂਗ ਦੁੱਖ ਸਹਿਣ ਕਰੋਗੇ, ਉਹਨਾਂ ਵਾਂਗ ਨਿੰਦਿਆ ਸਹਿਣ ਕਰੋਗੇ, ਉਹਨਾਂ ਵਾਂਗ ਕਸ਼ਟ ਸਹਿਣ ਕਰੋਗੇ, ਉਹਨਾਂ ਵਾਂਗ
ਤੁਸੀਂ ਕੀ ਕਰੋਗੇ? ਆਪਣੀ ਜਾਨ ਤੱਕ ਕੁਰਬਾਨ ਕਰ ਦੇਵੋਗੇ। ਅੱਜ ਜੈਸੇ ਵੀ ਹਾਲਾਤ ਨੇ, ਮਸੀਹ ਲੋਕਾਂ ਦਾ ਸਤਾਅ ਹੋ ਰਿਹਾ, ਉਹ ਹੋਣ ਦਿਓ, ਉਹ ਤਾਂ ਹੁੰਦਾ ਰਹੇਗਾ, ਉਹ ਤਾਂ ਹੋਵੇਗਾ। ਇਹ ਤਾਂ ਕੁਝ ਵੀ ਨਹੀਂ ਹੈ, ਹਲੇ ਤਾਂ ਹੋਣਾਗਾ। ਇਹਨਾਂ ਗੱਲਾਂ ਤੋਂ ਨਾ ਡਰੋ, ਲੇਕਿਨ ਇਹ ਕਰੋ, ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਅਸੀਂ ਤੁਹਾਡਾ ਇਨਕਾਰ ਨਾ ਕਰ ਦਈਏ। ਕੋਈ ਤਲਵਾਰ ਲੈ ਕੇ ਆ ਜਾਏ, ਕੋਈ ਬੰਦੂਕ ਲੈ ਕੇ ਆ ਜਾਏ, ਤੁਹਾਨੂੰ ਮਾਰਨਾ ਚਾਹੇ, ਪਰਮੇਸ਼ਵਰ ਉਸ ਟਾਈਮ ਅਸੀਂ ਖੜੇ ਰਹੀਏ, ਬਸ ਤੁਹਾਡੀ ओर देखते रहिए, ਤੁਹਾਡੀ ਮਹਿਮਾ ਕਰਦੇ ਰਹੀਏ, ਉਸ ਸਮੇਂ ਅਸੀਂ ਇਨਕਾਰ ਨਾ ਕਰ ਦਈਏ। ਪ੍ਰਾਰਥਨਾ ਕਰਨੀ ਤਾਂ ਇਹ ਪ੍ਰਾਰਥਨਾ ਕਰੋ, ਇਹ ਨਾ ਕਰੋ ਪਰਮੇਸ਼ਵਰ ਮੇਰੇ ਪੰਜਾਬ ਦੇ ਵਿੱਚ ਹਾਲਾਤ ਵਿਗੜ ਚੁੱਕੇ ਨੇ, ਇਹਨੂੰ ਸੈੱਟ ਕਰ। ਪਰਮੇਸ਼ਵਰ ਨਹੀਂ ਸੁਣਨ ਵਾਲਾ, ਪਰਮੇਸ਼ਵਰ ਤਾਂ ਬਾਈਬਲ ਨਹੀਂ ਪੜ੍ਹਦਾ, ਤੈਨੂੰ ਬਾਈਬਲ ਦਿੱਤਾ ਹੋਇਆਗਾ, ਬਾਈਬਲ ਦੇ ਵਿੱਚ ਲਿਖਿਆ ਹੋਇਆਗਾ ਇਹ ਗੱਲਾਂ ਤਾਂ ਹੋਣਗੀਆਂ। ਇਹ ਪ੍ਰਾਰਥਨਾ ਬੰਦ ਕਰੋ। ਪ੍ਰਾਰਥਨਾ ਕਰਨੀ ਤਾਂ ਆਪਣੇ ਲਈ ਕਰੋ, ਆਪਣੇ ਦਾਸ ਲੋਕਾਂ ਦੇ ਲਈ, ਆਪਣੇ ਸੇਵਕ ਲੋਕਾਂ ਦੇ ਲਈ ਕਰੋ, ਇਹ ਕਲੀਸਿਆ ਲਈ, ਇਸ ਮੰਡਲੀ ਲਈ ਕਰੋ ਕਿ ਪਰਮੇਸ਼ਵਰ ਸਾਨੂੰ ਮਰਨ ਦੇ ਲਈ, ਸਾਨੂੰ ਸ਼ਹੀਦ ਹੋਣ ਦੇ ਲਈ ਹੁਣ ਬਲ ਦੇ। ਪਰਮੇਸ਼ਵਰ ਅਸੀਂ ਤੇਰੇ ਸੰਤ ਲੋਕਾਂ ਦੇ ਵਿਰਸੇ ਦੇ ਨਾਲ ਅਸੀਂ ਹਿੱਸੇਦਾਰ ਹੋਣਾ ਚਾਹੁੰਦੇ ਹਾਂ, ਅਸੀਂ ਉਸ ਦੇ ਵਿੱਚ ਭਾਗੀਦਾਰ ਹੋਣਾ ਚਾਹੁੰਦੇ ਹਾਂ, ਸਾਡਾ ਹਿੱਸਾ ਵੀ ਉਹਦੇ ਵਿੱਚ ਆ ਜਾਏ, ਸਾਡਾ ਯੋਗਦਾਨ ਵੀ ਉਹਨਾਂ ਵਿੱਚ ਆ ਜਾਏ, ਤਦੇ ਪਰਮੇਸ਼ਵਰ ਅਸੀਂ ਤੇਰੇ ਸਵਰਗ ਦੇ ਵਾਰਸ ਹੋ ਸਕਦੇ ਹਾਂ। ਅਗਰ ਤੁਸੀਂ ਕੰਮ ਨਹੀਂ ਕਰ ਰਹੇ, ਅਗਰ ਤੁਸੀਂ ਮਸੀਹ ਦੇ ਵਿੱਚ ਨਹੀਂ ਬਣੇ ਰਹਿੰਦੇ, ਤਾਂ ਤੁਹਾਡਾ ਕੋਈ ਹਿੱਸਾ ਨਹੀਂ ਹੈ। ਅਗਰ ਹਿੱਸਾ ਨਹੀਂ ਹੈ ਤਾਂ ਸਵਾਗਤ ਤੁਹਾਡੇ ਲਈ ਨਹੀਂ ਹੈ। ਫਿਰ ਚਾਹੇ ਪ੍ਰਾਰਥਨਾ ਕਰੋ, ਚਾਹੇ ਬਾਈਬਲ ਪੜ੍ਹੋ, ਚਾਹੇ ਸੰਗਤੀ ਕਰੋ, ਕੋਈ ਹਿੱਸਾ ਨਹੀਂ ਹੈ। ਹਿੱਸਾ ਹੈ ਤਾਂ ਇਹੀ ਹੈ ਕਿ ਤੁਹਾਡੀ ਨਿੰਦਿਆ ਹੋਵੇ, ਤੁਹਾਨੂੰ ਪਰੇਸ਼ਾਨ ਕੀਤਾ ਜਾਏ, ਤੁਹਾਡਾ ਸਤਾਅ ਹੋਵੇ। ਕਈ ਲੋਕ ਖੂਨ ਦੇ ਉੱਪਰ ਗੱਲਾਂ ਕਰਦੇ ਨੇ ਕਿ ਮੇਰੇ ਪਰਿਵਾਰ ਦੇ ਲੋਕ ਮੈਨੂੰ ਪਰੇਸ਼ਾਨ ਕਰਦੇ ਨੇ, ਮੇਰੀ ਸੱਸ ਮੈਨੂੰ ਪਰੇਸ਼ਾਨ ਕਰਦੀ ਹੈ। ਚੰਗੀ ਗੱਲ ਹੈ, ਆਨੰਦ ਕਰੋ। ਕਿਹੜੀ ਗੱਲ ਦਾ ਆਨੰਦ ਕਰੋ? ਕਿ ਮੇਰੀ ਨਿੰਦਿਆ ਹੋ ਰਹੀ ਹੈ। ਕੌਣ ਕਰਦੀ ਹੈ? ਮੇਰੀ ਸੱਸ ਕਰਦੀ ਹੈ। ਕੌਣ ਕਰਦੀ ਹੈ? ਮੇਰਾ ਆਂਢੀ ਗੁਆਂਢੀ ਕਰਦਾ ਹੈਗਾ। ਕਿਉਂ? ਪਰਮੇਸ਼ਵਰ ਤੇਰਾ ਧੰਨਵਾਦ, ਮੈਨੂੰ ਇਸ ਯੋਗ ਬਣਾਇਆ, ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਸੰਤਾਂ ਦੇ ਵਿਰਸੇ ਦੇ ਵਿੱਚ ਕੀ ਹੋਵਾਂ? ਹਿੱਸੇਦਾਰ ਹੋਵਾਂ। ਅਗਰ ਇਸ ਤਰ੍ਹਾਂ ਕਰੋਗੇ ਨਾ, ਤਾਂ ਹੀ ਤੁਸੀਂ ਪਰਮੇਸ਼ਵਰ ਦੇ ਰਾਜ ਵਿੱਚ ਜਾ ਸਕਦੇ ਹੋ। और प्रभु यीशु मसीह की कहेगा, है मेरे पिता दे मुबारक लोगो, आओ जो राज संसार के मुੱਢੋਂ ਤੁਹਾਡੇ ਲਈ ਤਿਆਰ ਕੀਤਾ ਗਿਆ। ਤਾਂ ਸਾਰੇ ਲੋਕ ਇਕੱਠੇ ਜਾਣਗੇ ਉਹਦੇ ਵਿੱਚ। ਤਾਂ ਇਕੱਠੇ ਜਾਣ ਦੇ ਲਈ ਕੀ ਹੈ? ਸੰਤਾਂ ਵਰਗੇ बनो संत पौलुस जैसे, बनो पतरस जैसे, बनो यूहन्ना जैसे, बनो प्रभु यीशु मसीह जैसे, अब्राहम जैसे बनो। अगर ऐसे बनोगे ਤਾਂ ਹੀ ਤੁਸੀਂ ਕੀ ਹੋ? ਸਵਰਗ ਦੇ ਵਾਰਿਸ ਹੋ। ਮਰਨਾ ਤਾਂ ਹੈ ਹੀ, ਖਤਮ ਤਾਂ ਹੋਣਾ ਹੀ ਹੈ, ਨਾਸ਼ ਤਾਂ ਹੋਣਾ ਹੀ ਹੈ, ਲੇਕਿਨ ਇੱਕ ਗੱਲ ਯਾਦ ਰੱਖੋ, ਜੋ ਕੁਝ ਕਰਨਾਗਾ ਪ੍ਰਭੂ ਯਿਸੂ ਮਸੀਹ ਦੇ ਲਈ ਕਰੋ, ਜੋ ਕੁਝ ਕਰਨਾਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਲਈ ਕਰੋ। ਫਿਰ ਕੀ ਹੈ? ਮਰਨ ਤੋਂ ਬਾਅਦ ਦੁੱਖ ਨਹੀਂ ਹੈ, ਮਰਨ ਤੋਂ ਬਾਅਦ ਸਕੂਨ ਹੈ, ਮਰਨ ਤੋਂ ਬਾਅਦ ਸ਼ਾਂਤੀ ਹੈ, ਮਰਨ ਤੋਂ ਬਾਅਦ ਆਨੰਦ ਹੈ, ਮਰਨ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਤੁਹਾਨੂੰ ਦਿਖੇਗਾ ਉੱਥੇ। ਤੁਸੀਂ ਪੌਲੁਸ ਨੂੰ ਦੇਖ ਸਕਦੇ ਹੋ, ਅਬਰਾਹਮ ਨੂੰ ਦੇਖ ਸਕਦੇ ਹੋ, ਸਭ ਤੋਂ ਵੱਡੀ ਗੱਲ ਤੁਸੀਂ ਯਹੂਦਾ ਇਸਕਰਜੋਤੀ ਨੂੰ ਦੇਖ ਸਕਦੇ ਹੋ ਉੱਥੇ, ਉਹ ਵੀ ਉੱਥੇ ਹੀ ਹੈ, ਸਾਰੇ ਉੱਥੇ ਨੇ। ਲੇਕਿਨ ਉਹ ਲੋਕ ਤਾਂ ਉੱਥੇ ਗਏ, ਉਹ ਲੋਕ ਤਾਂ ਉੱਥੇ ਜਗ੍ਹਾ ਪਹੁੰਚ ਗਏ, ਪਹੁੰਚਣਾ ਤਾਂ ਆਪਾਂ ਨੇ। ਉਹਦੇ ਲਈ ਕੀ ਕਰਨਾ ਪਏਗਾ? ਤੁਹਾਨੂੰ ਇਹ ਸਭ ਕੁਝ ਕਰਨਾ ਪਏਗਾ। ਤੁਹਾਡੀ ਨਿੰਦਿਆ ਹੋਵੇ, ਤੁਹਾਨੂੰ ਬਦਨਾਮ ਕੀਤਾ ਜਾਏ, ਤੁਹਾਡੇ ਉੱਪਰ ਤੁਮਤਾ ਲੱਗਣ, ਤੁਹਾਨੂੰ ਕੁਝ ਵੀ ਹੋਵੇ, ਲੇਕਿਨ ਤੁਸੀਂ ਕੀ ਕਰੋ? ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਰਹੋ, ਪ੍ਰਭੂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰੋ। ਔਰ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਤੁਹਾਨੂੰ ਪਰੇਸ਼ਾਨ ਕੀਤਾ ਜਾਏ, ਲੇਕਿਨ ਕਰਨਾ ਕੀ ਹੈ? ਪ੍ਰਭੂ ਦਾ ਧੰਨਵਾਦ ਕਰਨਾਗਾ, ਪਰਮੇਸ਼ਵਰ ਦਾ ਧੰਨਵਾਦ ਕਰਨਾਗਾ। ਪਰਮੇਸ਼ਵਰ ਤੁਹਾਡਾ ਧੰਨਵਾਦ, ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਤੁਹਾਡੇ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹਾਂ, ਹਿੱਸੇਦਾਰ ਹਾਂ, ਸਾਡਾ ਹਿੱਸਾ ਉਹਦੇ ਵਿੱਚ, ਸਾਡਾ ਯੋਗਦਾਨ ਉਹਦੇ ਵਿੱਚ। ਕੱਲ ਨੂੰ ਕਹਿ ਸਕਦੇ ਉੱਥੇ ਜਾ ਕੇ ਕਿ ਦੇਖੋ ਪੌਲੁਸ ਜੀ, ਤੁਸੀਂ ਇੰਨਾ ਮਾਰ ਖਾਧੀ, ਥੋੜੀ ਬਹੁਤੀ ਮੈਂ ਵੀ ਮਾਰ ਖਾ ਕੇ ਆਇਆ, ਤੁਸੀਂ ਇੰਨੇ ਜਲੀਲ ਹੋਏ, ਮੈਂ ਵੀ ਜਲੀਲ ਹੋ ਕੇ ਆਇਆ, ਤੁਹਾਨੂੰ ਇੰਨਾ ਪਰੇਸ਼ਾਨ ਕੀਤਾ ਗਿਆ, ਮੈਂ ਵੀ ਪਰੇਸ਼ਾਨ ਹੋ ਕੇ ਆਇਆ। ਇਹ ਸਾਰੀਆਂ ਗੱਲਾਂ ਜਿਵੇਂ ਤੁਹਾਡਾ ਹਿੱਸਾ ਨਾ ਇੱਥੇ, ਉਸੇ ਤਰ੍ਹਾਂ ਸਾਡਾ ਵੀ ਹਿੱਸਾ ਇੱਥੇ ਹੈ। ਅਗਰ ਤੁਹਾਡਾ ਹਿੱਸਾ ਸਵਰਗ ਦੇ ਵਿੱਚ ਹੈ ਤਾਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਬਾਹਰ ਨਹੀਂ ਕੱਢ ਸਕਦੀ, ਕਿਉਂਕਿ ਪ੍ਰਭੂ ਯਿਸੂ ਤੁਹਾਨੂੰ ਕੀ ਕਹੇਗਾ? ਐ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ। ਹੁਣ ਤੁਹਾਡਾ ਫੈਸਲਾ ਹੈ, ਕਿਉਂਕਿ ਜ਼ਿੰਦਗੀ ਤੁਹਾਡੀ ਹੈ। ਤੁਸੀਂ ਸਵਰਗ ਵਿੱਚ ਜਾਣ ਤੋਂ ਪਹਿਲਾਂ ਕਸ਼ਟ ਸਹਿਨ ਕਰਨਾਗਾ, ਜਾਂ ਨਰਕ ਵਿੱਚ ਜਾਣ ਤੋਂ ਪਹਿਲਾਂ ਤੁਸੀਂ
ਮौज ਮਸਤੀ ਕਰਨੀ ਹੈ। ਤੁਹਾਡਾ ਰੁਪਿਆ ਪੈਸਾ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭੈਣ ਭਾਈ, ਤੁਹਾਡਾ ਕੋਈ ਵੀ ਆਪਣਾ ਤੁਹਾਨੂੰ ਨਹੀਂ ਬਚਾ ਸਕਦਾ। ਇਸ ਲਈ ਚਾਹੇ ਕਸ਼ਟ ਹੈ, ਚਾਹੇ ਦੁੱਖ ਹੈ, ਚਾਹੇ ਪਰੇਸ਼ਾਨੀ ਹੈ, ਚਾਹੇ ਤਕਲੀਫ ਹੈ, ਲੇਕਿਨ ਉਹ ਥੋੜੇ ਟਾਈਮ ਦਾ ਹੈਗਾ। ਤਾਂ ਥੋੜੇ ਟਾਈਮ ਦਾ ਦੁੱਖ, ਉਹ ਥੋੜੇ ਟਾਈਮ ਦਾ ਕਸ਼ਟ ਸਹਿਨ ਕਰ ਲਓ। ਉਸ ਤੋਂ ਬਾਅਦ ਤਾਂ ਸਦਾ ਸਦਾ ਦਾ ਜੀਵਨ ਹੈ ਤੁਹਾਡੇ ਕੋਲ, ਸਦਾ ਸਦਾ ਦਾ ਜੀਵਨ ਹੈ ਤੁਹਾਡੇ ਕੋਲ, ਉਹ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ। ਇਸ ਲਈ ਸੰਤਾਂ ਦੇ ਵਿੱਚ ਵਿਰਸੇ ਦੇ ਪੱਤੀਦਾਰ ਬਣਨ ਦੇ ਲਈ ਨਾ ਤੁਹਾਨੂੰ ਸੰਤਾਂ ਜੈਸੇ ਹੀ ਬਣਨਾ ਪਏਗਾ। ਬਣਨਾ ਪਏਗਾ ਤੁਹਾਨੂੰ ਅਬਰਾਹਮ ਜੈਸੇ, ਬਣਨਾ ਪਏਗਾ ਤੁਹਾਨੂੰ ਇਸਾਕ ਜੈਸਾ। ਤਦੇ ਹੀ ਆਪਾਂ ਉਹਨਾਂ ਦਾ ਜੋ ਵਿਰਸਾ ਗਾ ਉਹਦੇ ਅਸੀਂ ਹਿੱਸੇਦਾਰ ਹੋ ਸਕਦੇ ਹਾਂ, ਉਹਦੇ ਅਸੀਂ ਭਾਗੀਦਾਰ ਹੋ ਸਕਦੇ ਹਾਂ। ਪਰਮੇਸ਼ਵਰ ਤੁਹਾਨੂੰ ਸੰਤਾਂ ਦੇ ਵਿਰਸੇ ਦੇ ਵਿੱਚ ਪੱਤੀਦਾਰ ਬਣਨ ਦੇ ਲਈ ਆਪਣਾ ਸਾਮਰਥ ਦੇਵੇ, ਆਪਣੀ ਸ਼ਕਤੀ ਦੇਵੇ। ਆਓ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਣੇ ਆ। ਔਰ ਕੋਈ ਵੀ ਜਨ ਆਪਣੀਆਂ ਅੱਖਾਂ ਨਾ ਖੋਲੇ। ਔਰ ਹੁਣ ਸਮਾਂਗਾ ਕੋਈ ਆਵਾਜ਼ ਨਾ ਕਰੇ, ਕਿਉਂਕਿ ਪਰਮੇਸ਼ਵਰ ਦੀ ਹਜ਼ੂਰੀ ਉਹ ਸਾਡੇ ਵਿਚਕਾਰ ਹੈ। ਹੁਣ ਸਮਾਂਗਾ ਆਪਣੇ ਆਪ ਦੇ ਨਾਲ ਗੱਲ ਕਰਨ ਦਾ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਵਰ ਦੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦਾ ਹਿੱਸੇਦਾਰ ਹੋਵਾਂ, ਮੇਰਾ ਯੋਗਦਾਨ ਹੋਵੇ, ਤਾਂ ਕਿੰਨਾ ਯੋਗਦਾਨ ਪਾਇਆ ਤੁਸੀਂ ਅੱਜ ਤੱਕ? ਕਿੰਨੀ ਨਿੰਦਿਆ ਸਹਿਨ ਕੀਤੀ ਹੈ ਤੁਸੀਂ ਅੱਜ ਤੱਕ? ਕਿੰਨਾ ਦੁੱਖ ਸਹਿਨ ਕੀਤਾ ਤੁਸੀਂ ਅੱਜ ਤੱਕ? ਕਿੰਨਾ ਜਲੀਲ ਹੋਏ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਲਈ? ਅਗਰ ਕੁਝ ਨਹੀਂ ਹੋਇਆ ਤਾਂ ਸਪਸ਼ਟ ਹੈ ਕਿ ਤੁਹਾਡਾ ਹਿੱਸਾ ਨਹੀਂ ਹੈ, ਤੁਹਾਡਾ ਕੋਈ ਯੋਗਦਾਨ ਨਹੀਂ ਹੈ। ਅਗਰ ਚਾਹੁੰਦੇ ਹੋ ਕਿ ਮੈਂ ਸਵਰਗ ਵਿੱਚ ਜਾਵਾਂ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਵੀ ਕਸ਼ਟ ਹੋਵੇ, ਕੋਈ ਵੀ ਦੁੱਖ ਹੋਵੇ, ਉਹ ਥੋੜੇ ਟਾਈਮ ਦਾ ਹੈਗਾ। ਉਸ ਦੁੱਖ ਤੋਂ ਨਾ ਡਰੋ, ਉਸ ਕਸ਼ਟ ਤੋਂ ਨਾ ਡਰੋ। ਤੁਹਾਨੂੰ ਕੋਈ ਵੀ ਬਲੀਦਾਨ ਦੇਣਾ ਪਵੇ, ਤੁਹਾਡੇ ਸਮੇਂ ਦਾ, ਤੁਹਾਡੇ ਸਰੀਰ ਦਾ, ਤੁਹਾਡੇ ਰੁਪਏ ਪੈਸੇ ਦਾ, ਤਾਂ ਉਹ ਬਲੀਦਾਨ ਦੇ ਕੇ ਦੇਖੋ ਤਾਂ ਸਹੀ। ਫਿਰ ਦੇਖੋ ਉਹ ਚੀਜ਼ਾਂ ਜੋ ਪਰਮੇਸ਼ਵਰ ਨੇ ਤੁਹਾਡੇ ਲਈ ਰੱਖੀਆਂ ਹੋਈਆਂ ਨੇ, ਜੋ ਤੁਸੀਂ ਸੋਚ ਵੀ ਨਹੀਂ ਸਕਦੇ, ਤੁਸੀਂ ਕਦੇ ਦੇਖੀਆਂ ਨਹੀਂ, ਕਦੇ ਸੁਣੀਆਂ ਨਹੀਂ, ਉਹ ਕਿੰਨੀਆਂ ਅਦਭੁਤ ਚੀਜ਼ਾਂ ਹੋਣਗੀਆਂ। ਉਹਨਾਂ ਚੀਜ਼ਾਂ ਨੂੰ ਲੈਣ ਦੇ ਲਈ, ਉਹ ਸਵਰਗ ਨੂੰ ਲੈਣ ਦੇ ਲਈ ਇੱਕ ਵਾਰ ਆਪਣੇ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਛੱਡ ਕੇ ਦੇਖੋ ਤਾਂ ਸਹੀ। ਆਪਣੇ ਸਰੀਰ ਦੀ ਪਰਵਾਹ ਨਾ ਕਰੋ, ਆਪਣੇ ਰੁਪਏ ਪੈਸੇ ਦੀ ਪਰਵਾਹ ਨਾ ਕਰੋ, ਆਪਣੇ ਸਮੇਂ ਦੀ ਪਰਵਾਹ ਨਾ ਕਰੋ। ਸਭ ਕੁਝ ਪਰਮੇਸ਼ਵਰ ਦੇ ਲਈ ਖਰਚ ਕੇ ਦੇਖੋ ਤਾਂ ਸਹੀ। ਤਾਂ ਦੇਖੋ ਪਰਮੇਸ਼ਵਰ ਤੁਹਾਨੂੰ ਕਿਸ ਤਰ੍ਹਾਂ ਵਧਾਉਂਦੇ ਨੇ, ਔਰ ਕਿਸ ਤਰ੍ਹਾਂ ਤੁਸੀਂ ਉਸ ਜਗ੍ਹਾ ਜੋ ਪਰਮੇਸ਼ਵਰ ਨੇ ਆਪਣੇ ਸੰਤ ਲੋਕਾਂ ਦੇ ਲਈ ਉਹ ਮਿਰਾਸ ਤਿਆਰ ਕੀਤੀ ਹੋਈ ਹੈ, ਆਪਣੇ ਸੰਤ ਲੋਕਾਂ ਦੇ ਲਈ, ਆਪਣੇ ਪ੍ਰੇਮੀਆਂ ਦੇ ਲਈ ਜੋ ਜਗ੍ਹਾ ਤਿਆਰ ਕੀਤੀ ਹੈ, ਜੋ ਚੀਜ਼ਾਂ ਤਿਆਰ ਕੀਤੀਆਂ ਨੇ, ਉਹਦੇ ਵਾਰਿਸ ਹੋਵੋ, ਉਹਦੇ ਹਿੱਸੇਦਾਰ ਹੋਵੋ, ਉਹਦੇ ਸਹਿਭਾਗੀ ਹੋਵੋ, ਉਹਦੇ ਵਿੱਚ ਯੋਗਦਾਨ ਪਾਓ। ਇਸ ਵਚਨ ਨੂੰ ਸਮਝ ਸਕੋ, ਇਸ ਨੂੰ ਮੰਨ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸ ਨਾਲ ਪ੍ਰਭੂ ਯਿਸੂ ਮਸੀਹ ਸਾਨੂੰ ਸਭ ਨੂੰ ਭਰ ਦੇਣ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ, ਹਾਲੇਲੂਇਆ ਮੇਰੇ ਪਿਤਾ।